ਸਤਿ ਸ਼੍ਰੀ ਅਕਾਲ ਜੀ। ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਵਾਈ ਪੰਜਾਬ ਦੇ ਉੱਤੇ। ਜਿਵੇਂ ਕਿ ਆਪਾਂ ਇੱਥੇ ਰਾਜੇ ਪੁਰਾਣੇ ਪੇਪਰਾਂ ਦੇ ਕੁਐਸਚਨ ਡਿਸਕਸ ਕਰ ਰਹੇ ਹਾਂ। ਇੱਕ ਕਾਫੀ ਦੇਰ ਤੋਂ ਡਿਮਾਂਡ ਆ ਰਹੀ ਸੀਗੀ ਸਾਡੇ ਸਟੂਡੈਂਟਸ ਦੀ ਕਿ ਸਰ ਸਬ ਇੰਸਪੈਕਟਰ ਦੇ ਰਿਲੇਟਡ ਵੀ ਪੁਰਾਣੇ ਪੇਪਰ ਸੋਲਵ ਕਰਵਾ ਦਿਓ। ਤਾਂ ਅੱਜ ਤੋਂ ਆਪਾਂ ਸਟਾਰਟ ਕਰ ਰਹੇ ਹਾਂ ਰਾਜੇ। ਆਪਾਂ ਸਬ ਇੰਸਪੈਕਟਰ ਦੇ ਜਿਹੜੇ ਪੁਰਾਣੇ ਪੇਪਰ ਜਿਹੜਾ ਪੇਪਰ ਕੈਂਸਲ ਹੋ ਚੁੱਕਿਆ ਸੀਗਾ ਉਹਦੀਆਂ ਜਿੰਨੀਆਂ ਵੀ ਸ਼ਿਫਟਸ ਦੇ ਵਿੱਚ ਕੁਐਸਚਨ ਆਏ ਹੋਏ ਆ ਕੰਪਿਊਟਰ ਦੇ ਆਪਾਂ ਡਿਸਕਸ ਕਰਾਂਗੇ 1 ਬਾਏ 1। ਅੱਜ ਪਹਿਲੀ ਸ਼ਿਫਟ ਜਿਹੜੀ ਕਿ 19 ਅਗਸਤ ਨੂੰ ਹੋਇਆ ਸੀ ਪੇਪਰ ਉਹਦਾ ਆਪਾਂ ਐਨਾਲਿਸਿਸ ਕਰਨ ਜਾ ਰਹੇ ਹਾਂ। ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਨਵੇਂ ਕੰਟੈਂਟ ਦੇਖਣ ਵਾਸਤੇ। ਤਾਂ ਸਟਾਰਟ ਕਰਦੇ ਹਾਂ ਰਾਜੇ। ਅੱਜ ਆਪਾਂ ਪੜਾਂਗੇ ਜੀ ਸਬ ਇੰਸਪੈਕਟਰ ਪਾਰਟ 1। ਠੀਕ ਹੈ ਜੀ। TCS ਨੇ ਪੇਪਰ ਕੰਡਕਟ ਕਰਵਾਇਆ ਸੀਗਾ ਔਰ ਆਉਣ ਵਾਲੇ ਟਾਈਮ ਦੇ ਵਿੱਚ ਲਗਭਗ ਅਗਸਤ ਦੇ ਨੇੜੇ ਤੇੜੇ ਵੀ ਪੇਪਰ ਹੋਊਗਾ, ਰੀਕੰਡਕਟ ਹੋਊਗਾ ਤੇ TCS ਹੀ ਪੇਪਰ ਲਊਗੀ ਦੁਬਾਰਾ। ਠੀਕ ਹੈ। ਤਾਂ ਚਲੋ ਸਟਾਰਟ ਕਰਦੇ ਹਾਂ ਆਪਾਂ। ਪਹਿਲਾ ਕੁਐਸਚਨ ਤੁਹਾਡੀ ਸਕਰੀਨ ਤੇ ਰਿਹਾ। ਇਹ ਕੁਐਸਚਨ ਰਾਜੇ ਮੇਰੇ ਕੋਲ ਮਿਕਸ ਅਪ ਨੇ ਪੁਰਾਣੇ ਪੇਪਰ, ਕੁਝ ਪੰਜਾਬੀ ਦੇ ਵਿੱਚ ਨੇ ਕੁਝ ਇੰਗਲਿਸ਼ ਦੇ ਵਿੱਚ ਨੇ, ਇਸ ਕਰਕੇ ਤੁਹਾਨੂੰ ਐਡਜਸਟ ਕਰਨਾ ਪਊਗਾ। ਤਾਂ ਜਦੋਂ ਮੈਂ ਬੋਲੂੰਗਾ ਧਿਆਨ ਨਾਲ ਸੁਣ ਲਿਓ। ਮੈਂ ਇੰਗਲਿਸ਼ ਦੇ ਵਿੱਚ ਵੀ ਦੱਸ ਦੂੰਗਾ ਉਸ ਕੁਐਸਚਨ ਦਾ ਮੀਨਿੰਗ ਕੀ ਹੈ ਤੇ ਪੰਜਾਬੀ ਦੇ ਵਿੱਚ ਵੀ। ਠੀਕ ਹੈ। ਤਾਂ ਥੋੜਾ ਜਿਹਾ ਐਡਜਸਟ ਕਰਨਾ ਪੈਣਾ ਤੁਹਾਨੂੰ ਇਹ ਚੀਜ਼ਾਂ ਨੂੰ। ਤਾਂ ਚਲੋ ਨੈਕਸਟ ਆਪਾਂ ਸਟਾਰਟ ਕਰਦੇ ਹਾਂ। ਫਸਟ ਕੁਐਸਚਨ ਕੀ ਰਿਹਾ ਰਾਜੇ? ਕਹਿੰਦਾ ਜੀ ਐਪਲ ਨੇ ਆਪਣਾ ਪਹਿਲਾ ਆਈਫੋਨ ਕਿਸ ਸਾਲ ਦੇ ਵਿੱਚ ਪੇਸ਼ ਕੀਤਾ? ਤਾਂ ਜਸਟ ਇਹਨੇ ਕੀ ਪੁੱਛ ਲਿਆ ਰਾਜੇ ਆਪਾਂ ਨੂੰ ਕਿ ਜਿਹੜਾ ਐਪਲ ਕੰਪਨੀ ਹੈਗੀ ਆ ਉਹਨੇ ਆਪਦਾ ਜਿਹੜਾ ਪਹਿਲਾ ਆਈਫੋਨ ਲਾਂਚ ਕੀਤਾ ਸੀਗਾ ਤਾਂ ਕਿਹੜੇ ਈਅਰ ਦੇ ਵਿੱਚ ਲਾਂਚ ਕੀਤਾ ਸੀਗਾ? ਤਾਂ ਸਿੰਪਲ ਕੁਐਸਚਨ ਪੁੱਛਿਆ ਗਿਆ, ਇੱਕ ਸਟੈਟਿਕ ਫੈਕਟ ਹੈ। ਤਾਂ 2007 ਦੇ ਵਿੱਚ ਰਾਜੇ ਲਾਂਚ ਕੀਤਾ ਸੀਗਾ। ਦੇਖੋ ਇਹ ਨਾਲ ਦੀ ਨਾਲ ਇਹ ਬੱਚੇ ਨੇ ਆਨਸਰ ਲਾਇਆ ਹੋਇਆ ਤਾਂ ਸੇਮ ਇਹ ਸਕਰੀਨਸ਼ਾਟ ਲਏ ਹੋਏ ਆ ਮੇਰੇ। ਤਾਂ ਇਹ ਆਨਸਰ ਉੱਥੇ ਜਾ ਰਾਜੇ ਆਪਾਂ ਸਕਿਪ ਨਹੀਂ ਕਰ ਸਕਦੇਗੇ। ਠੀਕ ਹੈ। ਤਾਂ ਕਰਕੇ ਆਨਸਰ ਨਾਲ ਹੀ ਲਿਖੇ ਹੋਏ ਆ। ਤਾਂ 2007 ਦੇ ਵਿੱਚ ਕੀਤਾ ਸੀ ਰਾਜੇ ਐਪਲ ਕੰਪਨੀ ਨੇ। ਤੇ ਤੁਸੀਂ ਮੈਨੂੰ ਦੱਸਣਾ ਹੈ। ਠੀਕ ਹੈ। ਇਸ ਤੋਂ ਬਾਅਦ ਤੁਸੀਂ ਮੈਨੂੰ ਕਮੈਂਟ ਕੀ ਕਰਨਾ ਰਾਜੇ? ਕਮੈਂਟ ਤੁਸੀਂ ਇਹ ਕਰਨਾ ਵੀ ਕਿਹੜੀ ਕੰਪਨੀ, ਠੀਕ ਹੈ, ਕਿਹੜੀ ਕੰਪਨੀ ਨੇ ਸਭ ਤੋਂ ਪਹਿਲਾਂ ਮੋਬਾਈਲ ਫੋਨ ਲਾਂਚ ਕੀਤਾ? ਕਿਹੜੀ ਕੰਪਨੀ ਨੇ ਸਭ ਤੋਂ ਪਹਿਲਾਂ ਮੋਬਾਈਲ ਫੋਨ ਲਾਂਚ ਕੀਤਾ? ਇਹ ਕੁਐਸਚਨ ਵੀ ਆਉਂਦਾ ਹੁੰਦਾ, ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸਣਾ ਹੈ। ਠੀਕ ਹੈ ਜੀ। ਤਾਂ ਹੁਣ ਦੇਖਦੇ ਹਾਂ ਰਾਜੇ ਜਿਹੜਾ ਐਪਲ ਨੇ ਫੋਨ ਲਾਂਚ ਕੀਤਾ ਸੀਗਾ ਰਾਜੇ, ਇਹ ਕੀਤਾ ਸੀਗਾ ਫੋਨ ਲਾਂਚ ਫਸਟ ਆਫ ਤੋਂ ਪਹਿਲਾਂ। ਠੀਕ ਹੈ ਜੀ। ਜਨਵਰੀ 9 2007 ਨੂੰ ਲਾਂਚ ਕੀਤਾ ਸੀਗਾ, ਅਨਾਉਂਸ ਕੀਤਾ ਸੀਗਾ ਤੇ 29 ਜੂਨ 2007 ਨੂੰ ਕੀ ਕੀਤਾ ਸੀਗਾ? ਰਿਲੀਜ਼ ਕੀਤਾ ਸੀਗਾ। ਇਹ ਫੋਨ ਸੀਗਾ ਜੀ। ਠੀਕ ਹੈ ਜੀ। ਤੇ ਇਹਦੇ ਫੀਚਰ ਵਗੈਰਾ ਲਿਖੇ ਹੋਏ ਆ। ਚਲੋ ਇਹ ਤੋਂ ਆਪਾਂ ਕੁਝ ਲੈਣਾ ਦੇਣਾ ਨਹੀਂ ਹੈਗਾਗਾ। ਤਾਂ ਜਸਟ ਆਪਾਂ ਯਾਦ ਕੀ ਰੱਖਣਾ 2007 ਦੇ ਵਿੱਚ ਪਹਿਲਾ ਆਈਫੋਨ ਆਇਆ ਸੀਗਾ। ਇਸ ਤੋਂ ਬਾਅਦ ਕਈ ਵਾਰੀ ਇੱਕ ਕੁਐਸਚਨ ਪੁੱਛਿਆ ਜਾਂਦਾ ਹੁੰਦਾ ਆਪਣੇ ਤੋਂ ਵੀ ਜਿਹੜੀ ਕੰਪਨੀ ਹੈ ਆਈਫੋਨ, ਜਿਹੜੀ ਆਪਣੀ ਐਪਲ ਕੰਪਨੀ ਹੈ, ਇਹਦਾ ਜਿਹੜਾ CEO ਕੌਣ ਹੈ ਜਾਂ ਫਾਊਂਡਰ ਕੌਣ ਹੈ ਰਾਜੇ? CEO ਤਾਂ ਚੇਂਜ ਹੋ ਗਿਆ ਲੇਕਿਨ ਫਾਊਂਡਰ ਕੌਣ ਹੈ ਪੁੱਛਿਆ ਜਾ ਸਕਦਾ ਰਾਜੇ। ਫਾਊਂਡਰ ਹੈਗਾ ਆ ਬੰਦਾ। ਠੀਕ ਹੈ। ਇਹਨੂੰ ਤੁਸੀਂ ਸਾਰੇ ਜਾਣਦੇ ਹੀ ਹੋਵੋਗੇ ਰਾਜੇ। ਤਾਂ ਇਹਨੂੰ ਯਾਦ ਰੱਖਣ ਦਾ ਤਰੀਕਾ ਕੀ ਹੈ? ਜਿਹੜੀ ਐਪਲ ਕੰਪਨੀ ਕੀ ਹੈ ਰਾਜੇ? ਬਹੁਤ ਵੱਡੀ ਕੰਪਨੀ ਹੈ। ਜਿੰਨੀ ਕੰਪਨੀ ਵੱਡੀ ਹੋਊਗੀ ਉਨੀ ਵੱਧ ਲੋਕਾਂ ਨੂੰ ਕੀ ਦਊਗੀ? ਜੌਬ ਦਊਗੀ, ਹੈ ਨਾ। ਤਾਂ ਇਹ ਬੰਦੇ ਦਾ ਨਾਮ ਕੀ ਹੈਗਾ ਰਾਜੇ? ਸਟੀਵ ਜੌਬ ਹੈ ਇਸ ਬੰਦੇ ਦਾ ਨਾਮ। ਕੀ ਨਾਮ ਹੈ? ਸਟੀਵ ਜੌਬਸ। ਬਸ ਇੱਥੋਂ ਯਾਦ ਰੱਖ ਲਿਓ, ਤੁਹਾਨੂੰ ਯਾਦ ਰਹਿ ਜਾਊਗਾ। ਕਲੀਅਰ ਹੈ ਜੀ। ਇਹ ਦੋ ਕੁਐਸਚਨ ਜ਼ਰੂਰ ਯਾਦ ਕਰ ਲੈਣੇ ਐਕਸਟਰਾ, ਇਹ ਪੁੱਛੇ ਜਾਂਦੇ ਹੁੰਦੇ ਆ। ਨੈਕਸਟ ਕੁਐਸਚਨ ਵੱਲ ਆਪਾਂ ਮੂਵ ਕਰਦੇ ਆਪਾਂ। ਅੱਗੇ ਕਹਿ ਰਿਹਾ ਜੀ ਏਡ ਦਿੱਤਿਆਂ ਵਿੱਚੋਂ ਕਿਹੜਾ ਮਾਊਸ ਰਾਹੀਂ ਹਦਾਇਤਾਂ ਭਰਨ ਦਾ ਸਹੀ ਤਰੀਕਾ ਹੈ? ਹਦਾਇਤਾਂ ਭਰਨ ਦਾ ਮਤਲਬ ਹੁੰਦਾ ਲਾਈਕ ਮਾਊਸ ਦੀ ਵਰਤੋਂ ਕਰਕੇ, ਮਾਊਸ ਨੂੰ ਆਪਾਂ ਯੂਜ਼ ਕਰਕੇ ਕਿਹੜੇ ਢੰਗ ਦੇ ਨਾਲ ਆਪਾਂ ਮਤਲਬ ਕਿ ਕਮਾਂਡ ਨੂੰ ਕੀ ਕਰ ਸਕਦੇ ਹਾਂ? ਚਲਾ ਸਕਦੇ ਹਾਂ। ਸਪੋਜ਼ ਹੁਣ ਮੇਰੇ ਸਾਹਮਣੇ ਕੀ ਹੈ, ਮੇਰੇ ਜਿਵੇਂ ਹੁਣ ਮੰਨ ਲਓ ਮੈਂ ਮੰਨ ਲਓ ਇੱਥੇ ਕਲਿੱਕ ਕਰਨਾ ਜਾਂ ਮੈਂ ਮਤਲਬ ਕਿ ਕਿਸੇ ਕਮਾਂਡ ਨੂੰ ਕੀ ਕਰਨਾ? ਰਨ ਕਰਨਾ। ਤਾਂ ਆਪਣੇ ਕੋਲ ਦੋ ਤਰੀਕੇ ਹੋ ਸਕਦੇ। ਜਾਂ ਤਾਂ ਆਪਾਂ ਮਾਊਸ ਨਾਲ ਕੀ ਕਰਾਂਗੇ? ਉੱਤੇ ਕਲਿੱਕ ਕਰ ਦਾਂਗੇ ਡਾਇਰੈਕਟ। ਆਪਾਂ ਮਾਊਸ ਨਾਲ ਕੀ ਕਰਾਂਗੇ? ਕਲਿੱਕ ਕਰ ਦਾਂਗੇ। ਤੁਹਾਨੂੰ ਪਤਾ ਹੀ ਹੈ ਰਾਜੇ ਮਾਊਸ ਜਿਹੜਾ ਹੁੰਦਾ, ਮਾਊਸ ਦੇ ਵਿੱਚ ਕੀ ਹੁੰਦਾ ਰਾਜੇ? ਮੰਨ ਲਓ ਮਾਊਸ ਹੈ, ਮਾਊਸ ਦੇ ਵਿੱਚ ਇੱਕ ਲੈਫਟ ਬਟਨ ਹੁੰਦਾ, ਇੱਕ ਰਾਈਟ ਬਟਨ ਹੁੰਦਾ ਤੇ ਇੱਕ ਕੀ ਹੁੰਦਾ ਮੇਰੇ ਕੋਲੇ? ਸਕਰੋਲ ਵੀਲ ਹੁੰਦਾ ਸੈਂਟਰ ਦੇ ਵਿੱਚ। ਸਕਰੋਲ ਵੀਲ ਕੀ ਕਰਦਾ? ਹੌਰੀਜੈਂਟਲੀ ਜਿਵੇਂ ਆਪਾਂ ਮੂਵ ਕਰਨ ਵਾਸਤੇ ਅਪ ਐਂਡ ਡਾਊਨ। ਠੀਕ ਹੈ। ਤੇ ਲੈਫਟ ਬਟਨ ਨਾਲ ਆਪਾਂ ਕੀ ਕਰਦੇ ਹਾਂ? ਸਿੰਪਲ ਕਲਿੱਕ ਕਰਦੇ ਹਾਂ। ਰਾਈਟ ਦੇ ਨਾਲ ਕੀ ਕਰਦੇ ਹਾਂ? ਆਪਾਂ ਉਹਦਾ ਕਿਸੇ ਵੀ ਮਤਲਬ ਕਿ ਜਿਹੜੀ ਆਪਾਂ ਕੋਈ ਕਮਾਂਡ ਖੋਲ ਰਹੇ ਹੁੰਦੇ ਆ ਉਹਦੀਆਂ ਪ੍ਰੋਪਰਟੀਜ਼ ਦੇ ਵਿੱਚ ਜਾਣ ਵਾਸਤੇ ਜਾਂ ਆਪਾਂ ਪੌਪ ਅਪ ਵਿੰਡੋ ਖੋਲਣ ਵਾਸਤੇ, ਤਾਂ ਆਪਾਂ ਦੋਵਾਂ ਤਰੀਕਿਆਂ ਨਾਲ ਕਿਸੇ ਵੀ ਕਮਾਂਡ ਨੂੰ ਰਨ ਕਰ ਸਕਦੇ ਹਾਂ। ਚਾਹੇ ਆਪਾਂ ਉੱਤੇ ਕਲਿੱਕ ਕਰ ਦਈਏ ਡਬਲ ਕਲਿੱਕ ਕਰਕੇ ਜਾਂ ਫਿਰ ਆਪਾਂ ਰਾਈਟ ਕਲਿੱਕ ਕਰਕੇ ਕਰ ਲਈਏ। ਠੀਕ ਹੈ। ਤਾਂ ਤੁਹਾਨੂੰ ਮੈਂ ਕਰਕੇ ਦਿਖਾ ਦਿੰਦਾ ਚਲੋ ਇੱਕ ਵਾਰੀ। ਜੇ ਤੁਹਾਨੂੰ ਲੱਗਦਾ ਵੀ ਹਾਂ ਤੁਹਾਨੂੰ ਨਹੀਂ ਸਮਝ ਆ ਰਹੀ ਤਾਂ ਲਾਈਕ ਦੇਖੋ, ਮੈਂ ਹੁਣ ਕਿਸੇ ਚੀਜ਼ ਨੂੰ ਦੇਖੋ ਮੈਂ ਇਹ ਤੇ ਚੱਲਦਾ। ਦੇਖੋ ਫਸਟ ਇਹ ਤੇ ਹੁਣ ਦੇਖੋ ਇਹਨੂੰ ਅਗਰ ਮੈਂ ਦੇਖੋ ਇਹ ਤੇ ਮੈਂ ਡਬਲ ਕਲਿੱਕ ਕਰੂੰਗਾ ਤਾਂ ਇਹ ਸਿਲੈਕਟ ਹੋ ਗਿਆ। ਦੇਖੋ ਹੋ ਗਿਆ ਨਾ ਸਿਲੈਕਟ। ਜੇ ਮੈਂ ਰਾਈਟ ਕਲਿੱਕ ਕਰੂੰਗਾ, ਦੇਖੋ ਰਾਈਟ ਕਲਿੱਕ ਨਾਲ ਕੀ ਕਰ ਸਕਦਾ? ਮੈਨੂੰ ਕੱਟ ਕਰ ਸਕਦਾ, ਕਾਪੀ ਕਰ ਸਕਦਾ, ਹਨਾ। ਤਾਂ ਨੰਬਰ ਆਫ ਆਪਸ਼ਨਸ ਆ ਗਈਆਂ। ਤਾਂ ਰਾਈਟ ਕਲਿੱਕ ਨਾਲ ਵੀ ਆਪਾਂ ਕਰ ਸਕਦੇ ਹਾਂ। ਠੀਕ ਹੈ। ਤੇ ਆਪਾਂ ਕੀ ਕਰ ਸਕਦੇ? ਡਬਲ ਕਲਿੱਕ ਨਾਲ ਵੀ ਕਰ ਸਕਦੇ ਹਾਂ। ਤਾਂ ਕਹਿਣ ਦਾ ਮਤਲਬ ਦੋਨੇ ਕੀ ਆਪਣੇ ਆ? ਰਾਈਟ ਵੇ ਹੈ। ਤਾਂ ਇੱਥੇ ਠੀਕ ਹੈ ਜੀ। ਆਪਣੇ ਕੋਲੇ ਕੀ ਆਨਸਰ ਆਊਗਾ? 1 ਐਂਡ 2 ਬੋਥ। ਠੀਕ ਹੈ। ਦੋਨੇ ਕੀ ਹੈ? ਰਾਈਟ ਆਪਸ਼ਨ ਨੇ। ਨੈਕਸਟ ਆਪਾਂ ਮੂਵ ਕਰਦੇ ਹਾਂ ਰਾਜੇ।
ਅਗਲਾ ਕਹਿੰਦਾ ਜੀ ਸੋਸ਼ਲ ਮੀਡੀਆ ਦੀ ਵਰਤੋਂ ਸਰਕਾਰ ਦੁਆਰਾ ਵੱਖ-ਵੱਖ ਉਦੇਸ਼ਾਂ ਲਈ ਕੀਤੀ ਜਾਂਦੀ ਹੈ। ਹੇਠ ਲਿਖਿਆਂ ਵਿੱਚੋਂ ਕਿਹੜੇ ਉਦੇਸ਼ ਨੇ? ਠੀਕ ਹੈ, ਸੋਸ਼ਲ ਮੀਡੀਆ ਕੀ ਹੋ ਗਿਆ, ਲਾਈਕ ਆਪਣਾ ਫੇਸਬੁੱਕ, ਇੰਸਟਾ ਹੋ ਗਿਆ ਆਪਣਾ, ਠੀਕ ਹੈ, ਵਟਸਐਪ ਵਗੈਰਾ ਹੋ ਗਏ। ਇਹਨਾਂ ਦੀ ਜਿਹੜੀ ਯੂਜ਼ ਕਰਦੇ ਆ ਆਪਾਂ ਸਰਕਾਰ, ਮਤਲਬ ਕਿ ਉਹਨਾਂ ਦਾ ਮੇਨ ਮੋਟਿਵ ਕੀ ਹੁੰਦਾ, ਆਬਜੈਕਟਿਵ ਕੀ ਹੁੰਦਾ ਹੈ? ਤਾਂ ਫਸਟ ਤੋਂ ਪਹਿਲਾ ਆਬਜੈਕਟਿਵ ਹੁੰਦਾ ਰਾਜੇ ਮਨੁੱਖੀ ਸੇਵਾਵਾਂ, ਠੀਕ ਹੈ, ਜੋ ਵੀ ਆਪਾਂ ਨੂੰ ਸਰਵਿਸਿਜ਼ ਪ੍ਰੋਵਾਈਡ ਹੁੰਦੀਆਂ ਨੇ, ਠੀਕ ਹੈ, ਉਹਦੇ ਰਿਲੇਟਿਡ ਆਪਾਂ ਨੂੰ ਪ੍ਰਦਾਨ ਕਰਨਾ। ਜਾਂ ਲਾਈਕ ਕਹਿੰਦਾ ਜਿਵੇਂ ਮੰਨ ਲਓ ਹੁਣ ਜਿਵੇਂ ਕੋਵਿਡ ਸੀਗਾ ਹਨਾ, ਆਫਤ ਪ੍ਰਬੰਧਨ ਅਤੇ ਮੁੜ ਉਭਰਨ ਦੀ ਸ਼ਕਤੀ। ਇਹਦਾ ਮਤਲਬ ਇੰਗਲਿਸ਼ ਦੇ ਵਿੱਚ ਕੀ ਹੈ ਕਿ ਸਪੋਜ਼ ਕੋਵਿਡ ਆ ਗਿਆ ਹਨਾ, ਤਾਂ ਕੋਵਿਡ ਦੇ ਵਿੱਚ ਕੀ ਹੈ ਕਿ ਸਰਕਾਰ ਹੁਣ ਕੀ ਕਰ ਸਕਦੀ ਹੈ, ਫਿਜ਼ੀਕਲੀ ਤਾਂ ਆਪਾਂ ਨੂੰ ਬੁਲਾ ਕੇ ਕੀ ਆਪਣੀ ਕਾਉਂਸਲ ਨਹੀਂ ਕਰ ਸਕਦੀ ਗੀ ਹਨਾ, ਆਪਾਂ ਨੂੰ ਸਮਝਾਉਣ ਵਾਸਤੇ, ਆਪਾਂ ਨੂੰ ਇੰਸਟਰਕਸ਼ਨਾਂ ਦੇਣ ਵਾਸਤੇ ਕੀ ਕਰ ਸਕਦੀ, ਇੱਕ ਆਨਲਾਈਨ ਪ੍ਰੋਗਰਾਮ ਜਨਰੇਟ ਕਰ ਸਕਦੀ ਹੈ, ਆਨਲਾਈਨ ਕੋਈ ਐਡ ਬਣਾ ਸਕਦੀ ਹੈ, ਤਾਂ ਉਹ ਐਡ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਪਰ ਚਲਾ ਸਕਦੀ ਹੈ। ਤਾਂ ਕਹਿਣ ਦਾ ਮਤਲਬ ਜਦੋਂ ਵੀ ਕੋਈ ਮਹਾਂਮਾਰੀ ਆਊਗੀ ਤਾਂ ਉਹਦੇ ਵਿੱਚੋਂ ਨਿਕਲਣ ਵਾਸਤੇ ਕਿਹੜੇ ਕਿਹੜੇ ਕੰਮ ਕਰਨੇ ਨੇ, ਆਪਣਾ ਜਿਹੜਾ ਆਤਮ ਵਿਸ਼ਵਾਸ ਹੈ ਉਹਨੂੰ ਸਟਰੋਂਗ ਕਰਨਾ, ਤਾਂ ਸਾਰਾ ਜਿਹੜੀ ਕਾਉਂਸਲਿੰਗ ਹੋਊਗੀ ਆਨਲਾਈਨ ਹੋਊਗੀ ਹਨਾ, ਤਾਂ ਇਹਦੀ ਵਰਤੋਂ ਕਰ ਸਕਦੀ ਹੈ। ਇਸ ਤੋਂ ਇਲਾਵਾ ਕਹਿੰਦੇ ਨਾਗਰਿਕ ਵਿਸ਼ਵਾਸ ਵਿਕਸਿਤ ਕਰਨਾ, ਤਾਂ ਸਾਰੇ ਕੰਮ ਕਰਨ ਵਾਸਤੇ ਰਾਜੀ ਸੋਸ਼ਲ ਮੀਡੀਆ ਦੀ ਵਰਤੋਂ ਕੀਤੀ ਜਾਊਗੀ। ਤਾਂ ਸਿੰਪਲ ਜਿਹਾ ਕੁਐਸਚਨ ਸੀਗਾ, ਇਹਦਾ ਆਨਸਰ ਆਊਗਾ 1 2 ਐਂਡ 3। ਇਹ ਕੋਈ ਟੈਕਨੀਕਲ ਕੁਐਸਚਨ ਨਹੀਂ ਹੈਗਾ, ਜਸਟ ਇੱਕ ਲੌਜੀਕ ਲਗਾਉਣਾ ਹੁੰਦਾ, ਦਿਮਾਗ ਲਗਾ ਕੇ ਥੋੜਾ ਜਿਹਾ ਆਪਾਂ ਆਨਸਰ ਕਰ ਸਕਦੇ ਹਾਂ। ਨੈਕਸਟ ਮੂਵ ਕਰਦੇ ਹਾਂ ਰਾਜੇ। ਆ ਜਿਹੜਾ ਕੁਐਸਚਨ ਹੈ ਬਹੁਤ ਵਧੀਆ ਕੁਐਸਚਨ ਹੈ। ਕਹਿੰਦਾ ਜੀ MS ਐਕਸਲ 2019 ਦੀ ਗੱਲ ਕਰ ਰਿਹਾ, ਕਹਿੰਦਾ 8 ਦਿੱਤਿਆਂ ਵਿੱਚੋਂ ਕਿਹੜਾ ਨੰਬਰ ਫਾਰਮੈਟ ਸਟਾਈਲ ਹੈ? ਠੀਕ ਹੈ, ਹੁਣ ਇਹਦਾ ਕੀ ਮਤਲਬ ਹੈ? ਐਕਸਲ ਦੇ ਵਿੱਚ ਕੀ ਹੁੰਦਾ ਰਾਜੇ, ਵੱਖਰੇ ਵੱਖਰੇ ਨੰਬਰ ਫਾਰਮੈਟ ਯੂਜ਼ ਕੀਤੇ ਜਾਂਦੇ ਆ, ਵੱਖਰੇ ਵੱਖਰੇ ਨੰਬਰ ਫਾਰਮੈਟ ਯੂਜ਼ ਕੀਤੇ ਜਾਂਦੇ। ਕਿਵੇਂ ਯੂਜ਼ ਹੁੰਦੇ ਰਾਜੇ, ਤੁਹਾਨੂੰ ਮੈਂ ਇੱਕ ਵਾਰੀ ਪ੍ਰੈਕਟੀਕਲ ਕਰਕੇ ਦਿਖਾਉਣਾ ਹੈ। ਤਾਂ ਫਿਲਹਾਲ ਇਹਨੇ ਪੁੱਛਿਆ ਕਿ ਇਹ ਕਹਿੰਦਾ ਜੀ ਪਰਸੈਂਟੇਜ ਤੇ ਸਾਇੰਟੀਫਿਕ, ਇਹ ਰਾਜੇ ਦੋਨੇ ਕੀ ਹੁੰਦੀਆਂ ਨੇ, ਟਾਈਪ ਆਫ ਨੰਬਰ ਫਾਰਮੈਟ ਹੁੰਦੀਆਂ ਨੇ ਐਕਸਲ ਦੇ ਵਿੱਚ। ਤਾਂ ਇੱਥੇ ਆਨਸਰ ਕੀ ਆ, ਬੋਥ 1 ਐਂਡ 2। ਤੁਹਾਨੂੰ ਇੱਕ ਵਾਰ ਮੈਂ ਪਿਕਚਰ ਵੀ ਦਿਖਾ ਦਿੰਦਾ ਜਿਹੜੀ ਮੈਂ ਆਪਣੀ ਸਕਰੀਨਸ਼ਾਟ ਲਈ ਹੈ। ਆ ਦੇਖੋ, ਜੇ ਤੁਸੀਂ ਇੱਥੇ ਜਾਓਗੇ ਨਾ, ਜਿਵੇਂ ਮੰਨ ਲਓ ਸਿੰਪਲ ਐਕਸਲ ਦਾ ਕੀ ਆ, ਮੰਨ ਲਓ ਸੈੱਲ ਹੈ, ਤਾਂ ਨਾਰਮਲ ਕੀ ਹੁੰਦਾ ਰਾਜੇ, ਜਰਨਲ ਹੁੰਦਾ ਨੰਬਰ, ਆਪਾਂ ਕੋਈ ਵੀ ਨੰਬਰ ਪਾਵਾਂਗੇ, ਲਾਈਕ ਜਿਵੇਂ ਮੈਂ 70 ਪਾਇਆ ਹੋਇਆ, 89 ਪਾਇਆ ਹੋਇਆ, ਜਰਨਲ ਮਤਲਬ ਆਪਾਂ ਕੋਈ ਨੰਬਰ ਪਾ ਸਕਦੇ ਹਾਂ। ਬਟ ਉਸ ਨੰਬਰ ਨੂੰ ਆਪਾਂ ਕੀ ਆ, ਡੈਸੀਮਲ ਪੁਆਇੰਟ ਦੇ ਵਿੱਚ ਲਿਖਣਾ ਤਾਂ ਆਪਾਂ ਨੰਬਰ ਵਾਲਾ ਸਿਲੈਕਟ ਕਰ ਸਕਦੇ ਹਾਂ, ਕਰੰਸੀ ਦੀ ਫਾਰਮ ਦੇ ਵਿੱਚ ਲਿਖਣਾ ਤਾਂ ਆਪਾਂ ਕਰੰਸੀ ਸਿਲੈਕਟ ਕਰ ਸਕਦੇ ਹਾਂ, ਅਕਾਊਂਟਿੰਗ ਸਿਲੈਕਟ ਕਰ ਸਕਦੇ ਹਾਂ, ਸ਼ਾਰਟ ਡੇਟ, ਲੌਂਗ ਡੇਟ, ਟਾਈਮ, ਪਰਸੈਂਟੇਜ, ਫ੍ਰੈਕਸ਼ਨ, ਸਾਇੰਟੀਫਿਕ ਫਾਰਮ ਦੇ ਵਿੱਚ ਲਿਖਣਾ, ਸਾਇੰਟੀਫਿਕ ਫਾਰਮ ਦੇ ਵਿੱਚ ਸਿਲੈਕਟ ਕਰ ਸਕਦੇ ਹਾਂ। ਤਾਂ ਕਹਿਣ ਦਾ ਮਤਲਬ ਇਹ ਵੱਖਰੇ ਵੱਖਰੇ ਕੀ ਹੁੰਦੇ, ਮੇਰੇ ਕੋਲ ਨੰਬਰ ਫਾਰਮੈਟ ਹੁੰਦੇ ਆ। ਤਾਂ ਕੁਐਸਚਨ ਇਹੀ ਪੁੱਛ ਰਿਹਾ ਸੀ ਆਪਾਂ ਨੂੰ, ਉਹਨੇ ਕੁਐਸਚਨ ਪੁੱਛਿਆ ਕੀ ਸੀਗਾ ਵੀ ਕਿਹੜਾ ਕਿਹੜਾ ਨੰਬਰ ਫਾਰਮੈਟ ਹੈਗਾ, ਤਾਂ ਦੋਨੇ ਵੈਲਿਡ ਨੇ, ਜਿਸ ਕਰਕੇ ਆਨਸਰ ਕੀ ਆ ਗਿਆ ਮੇਰੇ ਕੋਲੇ 1 ਐਂਡ 2 ਆ ਗਿਆ। ਤਾਂ ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ ਰਾਜੇ, ਇਹਦਾ ਆਨਸਰ 3rd ਕਿਉਂ ਆਇਆ। ਨੈਕਸਟ ਗੱਲ ਕਰਦੇ ਹਾਂ। ਦੇਖੋ, ਮੈਂ ਵਾਰ-ਵਾਰ ਕਹਿਣਾ ਹੁੰਦਾ, ਜੇ ਤੁਸੀਂ ਸਬ ਇੰਸਪੈਕਟਰ ਦੇ ਵਾਸਤੇ ਜਾ ਰਹੇ ਹੋ ਤਾਂ ਸਪੈਸ਼ਲੀ ਤੁਹਾਨੂੰ ਥਿਊਰੀ ਦੇ ਉੱਪਰ ਜ਼ਿਆਦਾ ਫੋਕਸ ਕਰਨਾ ਪਊਗਾ, ਕਿਉਂਕਿ ਇਹਦੇ ਵਿੱਚ ਬਹੁਤ ਹੀ ਹਾਈ ਲੈਵਲ ਦੇ ਕੁਐਸਚਨ ਪੁੱਛੇ ਜਾਣਗੇ ਤੁਹਾਨੂੰ, ਜਿਹੜੇ ਕਿ ਉਹੀ ਬੰਦਾ ਸੋਲਵ ਕਰ ਸਕਦਾ ਜਿਹਨੇ ਥਿਊਰੀ ਪੜ੍ਹੀ ਹੋਊਗੀ ਔਰ ਬਹੁਤ ਵਧੀਆ ਢੰਗ ਨਾਲ ਪੜ੍ਹੀ ਹੋਊਗੀ। ਠੀਕ ਹੈ, ਤਾਂ ਜੇ ਤੁਸੀਂ ਸਪੈਸ਼ਲ ਸਬ ਇੰਸਪੈਕਟਰ ਨੂੰ ਟਾਰਗੇਟ ਕਰਨਾ ਤਾਂ ਰਾਜੇ ਆਪਣਾ ਜਿਹੜਾ ਥੱਲੇ ਆ ਦੇਖੋ ਚੱਲ ਰਹੀ ਹੈ ਤੁਹਾਡੇ ਕੋਲ ਸਲਾਈਡ, ਇਹ ਮਾਸਟਰ ਬੈਚ ਜੁਆਇਨ ਕਰ ਲਓ, ਸਭ ਤੋਂ ਬੈਸਟ ਹੈ। ਵੈਸੇ ਮੈਂ ਅੱਜ ਤੱਕ ਕਿਸੇ ਨੂੰ ਨਹੀਂ ਕਿਹਾ, ਸਿਰਫ ਮੈਂ ਸਬ ਇੰਸਪੈਕਟਰ ਵਾਲਿਆਂ ਨੂੰ ਤਾਂ ਕਹਿ ਰਿਹਾ ਕਿਉਂਕਿ ਇਹਦੇ ਵਿੱਚ ਥਿਊਰੀ ਬਹੁਤ ਡਿਟੇਲ 'ਚ ਪੜ੍ਹਾ ਰਿਹਾ ਮੈਂ। ਠੀਕ ਹੈ, ਤਾਂ ਡਿਟੇਲ 'ਚ ਥਿਊਰੀ ਪੜ੍ਹਨੀ ਪਊਗੀ ਤੁਹਾਨੂੰ। ਨੈਕਸਟ ਗੱਲ ਕਰਦੇ ਹਾਂ ਆਪਾਂ। ਕਹਿੰਦਾ ਜੀ 3rd ਜਨਰੇਸ਼ਨ ਜਿਹੜੀ ਤੀਜੀ ਜਨਰੇਸ਼ਨ ਸੀਗੀ, ਕਹਿੰਦਾ ਉਸ ਦੇ ਸਮੇਂ ਦੇ ਦੌਰਾਨ 8 ਦਿੱਤਿਆਂ ਵਿੱਚੋਂ ਕਿਹੜੀ ਹਾਈ ਲੈਵਲ ਪ੍ਰੋਗਰਾਮਿੰਗ ਲੈਂਗੁਏਜ ਸ਼ੁਰੂ ਕੀਤੀ ਗਈ? ਤਾਂ 3rd ਜਨਰੇਸ਼ਨ ਦੇਖੋ, ਮੈਂ ਹੁਣ ਗੱਲ ਤੁਹਾਨੂੰ ਦੱਸਦਾ। ਜੇ ਮੈਂ ਗੱਲ ਕਰਾਂ ਫਸਟ ਜਨਰੇਸ਼ਨ ਦੀ ਰਾਜੇ, ਫਸਟ ਜਨਰੇਸ਼ਨ ਦੇ ਵਿੱਚ ਜਿਹੜੀ ਲੈਂਗੁਏਜ ਸੀਗੀ ਉਸ ਟਾਈਮ ਤੇ ਕੋਈ ਵੀ ਉਹਦੇ ਵਿੱਚ ਕੀ ਸੀਗਾ, ਡਾਇਰੈਕਟ ਜਿਹੜਾ ਯੂਜ਼ਰ ਸੀਗਾ ਉਹ ਇੰਟਰੈਕਟ ਨਹੀਂ ਕਰਦਾ ਸੀ ਕੰਪਿਊਟਰ ਦੇ ਨਾਲ, ਕਿਉਂਕਿ ਕੰਪਿਊਟਰ ਆਪਰੇਟਰ ਕਰਦੇ ਸੀਗੇ ਵਿਦ ਦਾ ਹੈਲਪ ਆਫ, ਠੀਕ ਹੈ ਜੀ, ਤੇ ਪੰਚ ਕਾਰਡ। ਤੇ ਉੱਥੇ ਜਿਹੜੀ ਲੈਂਗੁਏਜ ਯੂਜ਼ ਹੁੰਦੀ ਸੀ ਰਾਜੇ ਉਹ ਸੀਗੀ ਮਸ਼ੀਨ ਲੈਂਗੁਏਜ। ਕਿਹੜੀ ਲੈਂਗੁਏਜ ਸੀਗੀ? ਮਸ਼ੀਨ ਲੈਂਗੁਏਜ, ਜਿਹਨੂੰ ਆਪਾਂ ਬਾਈਨਰੀ ਲੈਂਗੁਏਜ ਕਹਿ ਦਿੰਦੇ ਆ। ਫਿਰ ਥੋੜਾ ਜਿਹਾ ਐਡਵਾਂਸ ਹੋਇਆ ਸੈਕੰਡ ਜਨਰੇਸ਼ਨ ਦੀ ਅਗਰ ਆਪਾਂ ਗੱਲ ਕਰੀਏ ਰਾਜੇ, ਸੈਕੰਡ ਜਨਰੇਸ਼ਨ ਦੇ ਵਿੱਚ ਇੱਕ ਅਸੈਂਬਲੀ ਲੈਂਗੁਏਜ ਯੂਜ਼ ਹੋਣ ਲੱਗ ਗਈ ਸੀਗੀ, ਅਸੈਂਬਲੀ ਲੈਂਗੁਏਜ। ਠੀਕ ਹੈ, ਅਸੈਂਬਲੀ ਲੈਂਗੁਏਜ ਕੀ ਹੁੰਦੀ ਹੈ? ਮਸ਼ੀਨ ਲੈਂਗੁਏਜ ਤੇ ਹਾਈ ਲੈਵਲ ਲੈਂਗੁਏਜ ਦਾ ਕੰਬੀਨੇਸ਼ਨ ਹੁੰਦੀ ਹੈ, ਮੈਂ ਪੜ੍ਹਾਇਆ ਹੋਇਆ। ਠੀਕ ਹੈ, ਤੇ ਦੋਨਾਂ ਦਾ ਕੰਬਾਈਨਡ ਸੀਗਾ। ਇਹਦੇ ਵਿੱਚ ਕੁਝ ਨਮੋਨਿਕ ਕੋਡ ਹੁੰਦੇ ਆ, ਜਿਵੇਂ ਐਡੀਸ਼ਨ ਵਾਸਤੇ ਐਡ ਹੁੰਦਾ ਹੈ, ਮਲਟੀਪਲੀਕੇਸ਼ਨ ਵਾਸਤੇ MUL ਹੁੰਦਾ ਹੈ, ਡਾਟਾ ਨੂੰ ਮੂਵ ਕਰਨ ਵਾਸਤੇ MOV ਹੁੰਦਾ ਹੈ। ਫਿਰ ਜਦੋਂ 3rd ਜਨਰੇਸ਼ਨ ਆਈ ਤਾਂ ਰਾਜੇ 3rd ਜਨਰੇਸ਼ਨ ਦੇ ਵਿੱਚ ਕੀ ਹੋਣ ਲੱਗ ਗਈਆਂ? ਹਾਈ ਲੈਵਲ ਲੈਂਗੁਏਜ ਯੂਜ਼ ਹੋਣ ਲੱਗ ਗਈਆਂ। ਹਾਈ ਲੈਵਲ ਲੈਂਗੁਏਜ ਕਿਹੜੀਆਂ ਹੁੰਦੀਆਂ? ਜਿਹੜੀਆਂ ਕਿ ਇਨਸਾਨੀ ਭਾਸ਼ਾ ਦੇ ਨਾਲ ਮਿਲਦੀਆਂ ਜੁਲਦੀਆਂ ਹੁੰਦੀਆਂ, ਲਾਈਕ ਇੰਗਲਿਸ਼ ਲੈਂਗੁਏਜ। ਤਾਂ ਇਹਦੇ ਵਿੱਚ ਜੇ ਮੈਂ ਗੱਲ ਕਰਾਂ C++ ਹੋ ਗਈ, ਫੋਰਟਨ ਹੋ ਗਈ, ਸੀਬੋਲ ਹੋ ਗਈ, ਪਾਸਕਲ ਹੋ ਗਈ, ਇਹ ਸਾਰੀਆਂ ਕੀ ਨੇ ਤੁਹਾਡੀਆਂ ਹਾਈ ਲੈਵਲ ਲੈਂਗੁਏਜ ਨੇ। ਤਾਂ ਜੇ ਮੈਂ ਇੱਥੇ ਗੱਲ ਕਰਾਂ ਪ੍ਰੋਗਰਾਮਿੰਗ ਲੈਂਗੁਏਜ 1, ਠੀਕ ਹੈ, ਪਾਸਕਲ ਦੀ ਗੱਲ ਕਰਾਂ, ਬੇਸਿਕ ਦੀ ਗੱਲ ਕਰਾਂ, ਫੋਰਟਨ ਦੀ ਗੱਲ ਕਰਾਂ, C ਦੀ ਗੱਲ ਕਰਾਂ, ਰਾਜੇ ਸਾਰੀਆਂ ਹੀ ਆ। ਠੀਕ ਹੈ, ਤਾਂ ਇੱਥੇ 1 2 ਐਂਡ 3 ਆਨਸਰ ਆਊਗਾ। ਆਪ ਤੁਸੀਂ ਪੜ੍ਹ ਵੀ ਸਕਦੇ ਹੋ ਰਾਜੇ, ਮੈਂ ਕਰਵਾਇਆ ਹੋਇਆ ਤੁਹਾਨੂੰ ਆਪਣੇ ਕੰਪਿਊਟਰ ਜਨਰੇਸ਼ਨ ਵਾਲੇ ਟੌਪਿਕ ਦੇ ਵਿੱਚ ਪੜ੍ਹਾਇਆ ਹੋਇਆ। ਤਾਂ ਇੱਥੇ ਮੈਂ ਗੱਲ ਕਰਾਂ ਫਾਰਮੂਲਾ ਟ੍ਰਾਂਸਲੇਸ਼ਨ, ਠੀਕ ਹੈ, ਬੇਸਿਕ, ਪਾਸਕਲ, ਸੀਬੋਲ, C ਐਟਸੈਟਰਾ, ਜਿੰਨੀਆਂ ਵੀ ਲੈਂਗੁਏਜ ਹੈਗੀਆਂ ਰਾਜੇ ਸਾਰੀਆਂ ਯੂਜ਼ ਹੋਈਆਂ।
C++ 4th ਜਨਰੇਸ਼ਨ ਦੇ ਵਿੱਚ ਯੂਜ਼ ਹੋਈ ਸੀਗੀ, ਇਸ ਕਰਕੇ ਇੱਥੇ C++ ਮੈਂ ਨਹੀਂ ਲਿਖਿਆ। ਠੀਕ ਹੈ, ਤਾਂ ਇਹ ਚੀਜ਼ਾਂ ਯਾਦ ਰੱਖਣੀਆਂ ਤੁਸੀਂ, ਤੁਹਾਨੂੰ ਪੁੱਛਿਆ ਜਾ ਸਕਦਾ ਹੈ। ਨੈਕਸਟ ਅਗਰ ਆਪਾਂ ਗੱਲ ਕਰੀਏ, ਹੁਣ ਫੇਰ ਦੇਖੋ ਕੰਪਿਊਟਰ ਜਨਰੇਸ਼ਨ ਤੋਂ ਫੇਰ ਆ ਗਿਆ ਕੁਐਸਚਨ, ਕਹਿੰਦਾ ਟਰਾਂਜਿਸਟਰ ਦੀ ਵਰਤੋਂ ਕਿਹੜੀ ਜਨਰੇਸ਼ਨ ਦੇ ਕੰਪਿਊਟਰ, ਮਤਲਬ ਕਿ ਟਰਾਂਜਿਸਟਰ ਦੀ ਵਰਤੋਂ ਕਰਕੇ ਕਿਹੜੇ ਜਨਰੇਸ਼ਨ ਦੇ ਕੰਪਿਊਟਰ ਤਿਆਰ ਕੀਤੇ ਜਾਂਦੇ ਸੀ, ਜਾਂ ਇਹ ਕਹਿ ਲਓ ਵੀ ਕਿਹੜੀ ਜਨਰੇਸ਼ਨ ਦੇ ਵਿੱਚ ਟਰਾਂਜਿਸਟਰ ਦੀ ਵਰਤੋਂ ਕੀਤੀ ਗਈ। ਤਾਂ ਇਹਦਾ ਆਨਸਰ ਤੁਸੀਂ ਕਰ ਸਕਦੇ ਹੋ, ਕਿਉਂਕਿ ਮੈਂ ਤੁਹਾਨੂੰ ਬਹੁਤ ਵਾਰੀ ਕਰਵਾਇਆ ਹੋਇਆ ਰਾਜੇ। ਤਾਂ ਇਹਦਾ ਜਿਹੜਾ ਆਨਸਰ ਹੈਗਾ ਰਾਜੇ ਸੈਕੰਡ ਜਨਰੇਸ਼ਨ। ਠੀਕ ਹੈ, ਹੁਣ ਤੁਸੀਂ ਕਰਨਾ ਕੀ ਹੈ, ਇੱਕ ਚਾਰਟ ਤੁਹਾਨੂੰ ਮੈਂ ਕਰਵਾਇਆ ਹੀ ਹੋਇਆ। ਜਿਹੜੀ ਫਸਟ ਜਨਰੇਸ਼ਨ ਸੀਗੀ ਰਾਜੇ, ਉਹਦੇ ਵਿੱਚ ਵੈਕਿਊਮ ਟਿਊਬ ਯੂਜ਼ ਕੀਤੀ ਗਈ। ਵੈਕਿਊਮ ਟਿਊਬ ਕੀ ਕਰਦੀ ਸੀ ਰਾਜੇ, ਬਹੁਤ ਜ਼ਿਆਦਾ ਹੀਟ ਪ੍ਰੋਡਿਊਸ ਕਰਦੀ ਸੀਗੀ। ਤਾਂ ਉਦੋਂ ਜਿਹੜੇ ਕੰਪਿਊਟਰ ਹੁੰਦੇ ਸੀ ਉਹਨਾਂ ਦਾ ਸਾਈਜ਼ ਕੀ ਹੁੰਦਾ ਸੀ, ਇੱਕ ਕਮਰੇ ਜਿੱਡਾ ਹੁੰਦਾ ਸੀਗਾ। ਠੀਕ ਹੈ, ਤਾਂ ਉਸ ਤੋਂ ਬਾਅਦ ਸਰਕਟ ਬਹੁਤ ਵੱਡੇ ਹੋਣ ਕਰਕੇ ਇਹਨੂੰ ਸਰਕਟ ਨੂੰ ਛੋਟਾ ਕਰਨ ਵਾਸਤੇ ਆਪਾਂ ਕੀ ਲੈ ਕੇ ਆ ਗਏ, ਟਰਾਂਜਿਸਟਰ ਲੈ ਕੇ ਆ ਗਏ। ਟਰਾਂਜਿਸਟਰ ਆ ਹੁੰਦਾ ਰਾਜੇ, ਟਰਾਂਜਿਸਟਰ ਦੀ ਵਰਤੋਂ ਕੀਤੀ ਗਈ। ਟਰਾਂਜਿਸਟਰ ਤੋਂ ਬਾਅਦ ਥੋੜੀ ਜਿਹੀ ਟੈਕਨੋਲੋਜੀ ਐਡਵਾਂਸ ਹੋਈ, ਤਾਂ ਮੇਰੇ ਕੋਲ ਕੀ ਆ ਗਿਆ ਰਾਜੇ, ਆਈਸੀ ਆ ਗਿਆ, ਇੰਟੀਗ੍ਰੇਟਡ ਸਰਕਟ। ਠੀਕ ਹੈ, ਜਿਹਨੂੰ ਜੈਕ ਕਿਲਬਾਈ ਨੇ ਬਣਾਇਆ ਸੀਗਾ। ਠੀਕ ਹੈ, ਉਸ ਤੋਂ ਬਾਅਦ ਜਿਹੜੇ 1000 ਆਫ ਆਪਾਂ ਕਹਿ ਸਕਦੇ ਆ ਆਈਸੀ ਚਿਪ ਨੂੰ ਇਕੱਠਾ ਕਰਕੇ ਇੱਕ ਨਵੀਂ ਚਿਪ ਤਿਆਰ ਕੀਤੀ ਗਈ, ਜਿਹਨੂੰ ਆਪਾਂ ਮਾਈਕਰੋ ਪ੍ਰੋਸੈਸਰ ਵੀ ਕਹਿ ਦਿੰਦੇ ਆ। ਠੀਕ ਹੈ, ਤੇ ਮਾਈਕਰੋ ਪ੍ਰੋਸੈਸਰ ਦਾ ਐਡਵਾਂਸ ਵਰਜ਼ਨ ਹੈਗਾ VLSI। ਤਾਂ ਇਹਦੀ ਫੁੱਲ ਫਾਰਮ ਪੁੱਛੀ ਜਾਂਦੀ ਹੁੰਦੀ ਰਾਜੇ, ਵੈਰੀ ਲਾਰਜ ਸਕੇਲ ਇੰਟੀਗ੍ਰੇਸ਼ਨ ਚਿਪ। ਠੀਕ ਹੈ, ਇਸ ਤੋਂ ਬਾਅਦ ਜਦੋਂ 5th ਜਨਰੇਸ਼ਨ ਆ ਗਈ ਰਾਜੇ, ਤਾਂ ਇਹ ਚਿਪ ਥੋੜੀ ਜਿਹੀ ਹੋਰ ਵੱਡੀ ਹੋ ਗਈ। ਕਹਿਣ ਦਾ ਮਤਲਬ ਇਹਦੇ ਵਿੱਚ ਸਰਕਟ ਬਹੁਤ ਜ਼ਿਆਦਾ ਵੱਡੇ ਹੋ ਗਏ। ਤੇ ਇਹਨੂੰ ਕੀ ਕਹਿੰਦੇ ਆਪਾਂ, ਅਲਟਰਾ ਲਾਰਜ ਸਕੇਲ ਇੰਟੀਗ੍ਰੇਸ਼ਨ। ਠੀਕ ਹੈ, ਤਾਂ ਇਹਦੀ ਫੁੱਲ ਫਾਰਮ ਵੀ ਪੁੱਛ ਲੈਂਦੇ ਹੁੰਦੇ ਆ। ਇਹਨੂੰ ਕਹਿ ਦਿੰਦੇ ਆ VLSI, ਇਹਨੂੰ ਕਹਿ ਦਿੰਦੇ ਹੁੰਦੇ ਆ ULSI। ਠੀਕ ਹੈ ਜੀ, ਤਾਂ ਹੁਣ ਇਹਦੇ ਵਿੱਚ ਹੈ ਕੀ ਹੈ, ਬੇਸਿਕਲੀ ਇਹ ਮਾਈਕਰੋ ਜਿਹੜਾ ਆਈਸੀ ਇੰਟੀਗ੍ਰੇਟਡ ਸਰਕਟ ਹੈ, ਇਹਦੇ ਹੀ ਨਵਾਂ ਰੂਪ ਹੈ, ਇਹਦਾ ਹੀ ਨਵਾਂ ਰੂਪ ਹੈ, ਬਟ ਇਹਦਾ ਨਾਮ ਚੇਂਜ ਕੀਤਾ ਗਿਆ। ਤਾਂ ਇਹ ਸਾਰੇ ਸਰਕਟ ਜਿਹੜੇ ਹੈਗੇ ਰਾਜੇ ਵੱਖਰੀ ਵੱਖਰੀ ਜਨਰੇਸ਼ਨ ਦੇ ਵਿੱਚ ਵਰਤੇ ਜਾਂਦੇ ਆ। ਤੁਹਾਨੂੰ ਕਿਤੋਂ ਵੀ ਕੁਐਸਚਨ ਪੁੱਛਿਆ ਜਾ ਸਕਦਾ ਹੈ, ਇਸ ਕਰਕੇ ਸਾਰਾ ਕੁਝ ਪੜ੍ਹਨਾ ਡਿਟੇਲ ਦੇ ਵਿੱਚ। ਤਾਂ ਨੈਕਸਟ ਮੂਵ ਕਰਦੇ ਆ। ਇੱਥੇ ਜਿਹੜਾ ਆਨਸਰ ਆਊਗਾ ਰਾਜੇ, ਟਰਾਂਜਿਸਟਰ ਜਿਹੜਾ ਯੂਜ਼ ਹੋਇਆ ਸੈਕੰਡ ਜਨਰੇਸ਼ਨ 'ਚ ਹੋਇਆ। ਨੈਕਸਟ ਅਗਰ ਆਪਾਂ ਗੱਲ ਕਰੀਏ, ਕਹਿੰਦਾ MS Word 2019 ਦੇ ਵਿੱਚ ਕਹਿੰਦਾ 8 ਦਿੱਤਿਆਂ ਵਿੱਚੋਂ ਕਿਹੜਾ ਟੈਬ ਫੰਕਸ਼ਨ ਜੋੜਾ ਸਹੀ ਹੈ। ਮਤਲਬ ਜਿਹੜਾ ਆਪਾਂ ਮੈਚ ਕਰ ਰਹੇ ਆ, ਇਹਨਾਂ ਵਿੱਚੋਂ ਕਿਹੜਾ ਟੈਬ ਤੇ ਫੰਕਸ਼ਨ ਬਿਲਕੁਲ ਰਾਈਟ ਪੇਅਰ ਜਿਹੜਾ ਹੈਗਾ ਉਹ ਰਾਈਟ ਹੋਣਾ ਚਾਹੀਦਾ ਹੈ। ਤਾਂ ਇੱਥੇ ਰਾਈਟ ਰੋਂਗ ਦੋਨੇ ਪੁੱਛਦਾ ਹੁੰਦਾ ਰਾਜੇ, ਧਿਆਨ ਦੇ ਨਾਲ ਆਨਸਰ ਦੋਨੇ ਪਏ ਹੁੰਦੇ ਆ। ਤਾਂ ਇੱਥੇ ਰਾਈਟ ਪੇਅਰ ਪੁੱਛ ਰਿਹਾ, ਟਰੂ ਵਾਲਾ। ਤਾਂ ਪੈਰਾਗ੍ਰਾਫ ਕਹਿੰਦਾ ਹੈਲਪ ਦੇ ਵਿੱਚ ਹੁੰਦਾ, ਜਿਹੜਾ ਕਿ ਸਰਾਸਰ ਗਲਤ ਰਾਜੇ। ਜਿਹੜਾ ਪੈਰਾਗ੍ਰਾਫ ਹੁੰਦਾ ਉਹ ਹੋਮ ਟੈਬ ਦੇ ਵਿੱਚ ਹੁੰਦਾ ਹੈ, ਤੁਹਾਨੂੰ ਮੈਂ ਦਿਖਾ ਵੀ ਦਊਂਗਾ, ਹੋਮ ਟੈਬ ਦੇ ਵਿੱਚ ਹੁੰਦਾ ਹੈ। ਇਨਸਰਟ ਦੇ ਵਿੱਚ ਕਹਿੰਦਾ ਪੇਜ ਬ੍ਰੇਕ, ਤਾਂ ਪੇਜ ਬ੍ਰੇਕ ਹੋ ਗਿਆ, ਟੇਬਲ ਹੋ ਗਿਆ, ਪਿਕਚਰ ਹੋ ਗਈ, ਟੈਕਸਟ ਬਾਕਸ ਹੋ ਗਿਆ, ਸ਼ੇਪ ਹੋ ਗਈ। ਠੀਕ ਹੈ, ਇਹ ਸਾਰਾ ਕੁਝ ਜਿਹੜਾ ਇਨਸਰਟ ਦੇ ਵਿੱਚ ਆਉਂਦਾ। ਤਾਂ ਇੱਥੇ ਜਿਹੜਾ ਸੈਕਿੰਡ ਵਾਲਾ ਬਿਲਕੁਲ ਠੀਕ ਹੈ, ਤੁਹਾਨੂੰ ਮੈਂ ਦਿਖਾ ਵੀ ਦਿੰਦਾ। ਵੈਸੇ ਤੁਸੀਂ ਇਹ ਮੈਂ ਕਰਵਾਇਆ ਹੋਇਆ ਤੁਹਾਨੂੰ ਬਹੁਤ ਡਿਟੇਲ ਦੇ ਵਿੱਚ। ਵਰਡ ਦੀ ਗੱਲ ਕਰ ਲਈ ਆਪਾਂ, ਵਰਡ ਦੀ ਕੋਈ ਫਾਈਲ ਖੋਲ ਲੈਂਦੇ ਆ, ਡੈਮੋ ਵਾਲੀ ਪਈ ਹੈ ਕੁਦਰਤੀ ਆਪਣੇ ਕੋਲੇ। ਆ ਦੇਖੋ ਪੈਰਾਗ੍ਰਾਫ ਦੀ ਅਗਰ ਆਪਾਂ ਗੱਲ ਕਰੀਏ ਰਾਜੇ, ਪੈਰਾਗ੍ਰਾਫ ਹੋਮ ਟੈਬ ਦੇ ਵਿੱਚ ਹੈ। ਜੇ ਮੈਂ ਇਨਸਰਟ ਦੇ ਵਿੱਚ ਚਲਾ ਜਾਵਾਂ ਰਾਜੇ, ਉਹਨੇ ਇਨਸਰਟ ਦੇ ਵਿੱਚ ਕੀ ਕੀਤਾ ਸੀ, ਦੇਖੋ ਇਨਸਰਟ ਦੇ ਵਿੱਚ ਆਪਾਂ ਟੇਬਲ ਇਨਸਰਟ ਕਰ ਸਕਦੇ ਹਾਂ, ਪਿਕਚਰ, ਸ਼ੇਪ, ਆਈਕਨ, 3D ਮਾਡਲ, ਸਮਾਰਟ ਚਾਰਟ, ਸਕਰੀਨਸ਼ਾਟ। ਠੀਕ ਹੈ ਜੀ, ਉਸ ਤੋਂ ਬਾਅਦ ਮੈਂ ਕੀ ਕਿਹਾ, ਆਨਲਾਈਨ ਵੀਡੀਓਜ਼ ਕਰਨੀਆਂ, ਲਿੰਕ ਕਰਨਾ, ਕੋਈ ਬੁੱਕਮਾਰਕ ਕਰਨਾ, ਕਮੈਂਟ ਕਰਨਾ, ਹੈਡਰ ਕਰਨਾ, ਫੁੱਟਰ ਕਰਨਾ, ਨੰਬਰ ਆਫ ਥਿੰਗਸ ਮੈਂ ਕੀ ਕਰ ਸਕਦਾ ਰਾਜੇ, ਇਨਸਰਟ ਕਰ ਸਕਦਾ। ਠੀਕ ਹੈ, ਆਪਣੇ ਡਾਕੂਮੈਂਟ ਦੇ ਵਿੱਚ। ਤਾਂ ਇਹਨੇ ਜਿਹੜਾ ਸੈਕਿੰਡ ਪੁੱਛਿਆ ਕੀ ਸੀਗਾ ਆਪਣੇ ਕੋਲੇ, ਸੈਕਿੰਡ ਕੀ ਪੁੱਛੀ ਸੀ ਚੀਜ਼, ਉਹਨੇ ਆਪਾਂ ਨੂੰ ਪੁੱਛਿਆ ਸੀਗਾ ਇਨਸਰਟ ਪੇਜ ਬ੍ਰੇਕ। ਤਾਂ ਪੇਜ ਬ੍ਰੇਕ ਵੀ ਰਾਜੇ ਮੈਂ ਕਿਹਦੇ ਵਿੱਚ ਕਰ ਸਕਦਾ, ਇਨਸਰਟ ਦੇ ਵਿੱਚ ਜਾ ਕੇ ਕਰ ਸਕਦਾ ਪੇਜ ਬ੍ਰੇਕ। ਠੀਕ ਹੈ ਜੀ, ਤਾਂ ਜੇ ਵੈਸੇ ਤੁਹਾਨੂੰ ਮੈਂ ਸ਼ਾਰਟਕਟ ਵੀ ਦੱਸਿਆ ਹੋਇਆ ਪੇਜ ਬ੍ਰੇਕ ਦਾ, ਤਾਂ ਤੁਹਾਨੂੰ ਮੈਂ ਦੱਸਿਆ ਹੋਇਆ ਰਾਜੇ ਪੇਜ ਬ੍ਰੇਕ ਦਾ ਸ਼ਾਰਟਕਟ ਕੀ ਆ, ਕੰਟਰੋਲ ਐਂਟਰ। ਜਾਂ ਤੁਸੀਂ ਇੱਥੇ ਜਾ ਕੇ ਕੀ ਕਰ ਸਕਦੇ ਹੋ, ਡਾਇਰੈਕਟ ਮੰਨ ਲਓ ਮੈਂ ਇੱਥੋਂ ਪੇਜ ਬ੍ਰੇਕ ਕਰਨਾ ਹੈ, ਮੈਂ ਇੱਥੇ ਜਾ ਕੇ ਪੇਜ ਬ੍ਰੇਕ ਕਰੂੰਗਾ ਤਾਂ ਪੇਜ ਬ੍ਰੇਕ ਹੋ ਗਿਆ ਮੇਰਾ। ਕਲੀਅਰ ਹੈ, ਤਾਂ ਇਹ ਸਾਰਾ ਕੁਝ ਰਾਜੇ ਧਿਆਨ 'ਚ ਰੱਖਣੀਆਂ ਚੀਜ਼ਾਂ। ਇਹ ਥੋੜੀ ਥਿਓਰੈਟੀਕਲ ਪੜਿਆ ਹੋਊਗਾ ਤਾਂ ਤੁਸੀਂ ਇਹਨੂੰ ਕੀ ਕਰ ਸਕਦੇ ਹੋ, ਕਵਰ ਕਰ ਸਕਦੇ ਹੋ। ਦੇਖੋ ਜੇ ਸਬ ਇੰਸਪੈਕਟਰ ਲੱਗਣਾ, ਥੋੜਾ ਜਿਹੀ ਮਿਹਨਤ ਤਾਂ ਕਰਨੀ ਪੈਣੀ ਹੈ। ਓਕੇ ਹੈ ਜੀ, ਤਾਂ ਇਹ ਪੇਅਰ ਵਗੈਰਾ ਬਹੁਤ ਪੁੱਛੇ ਜਾਂਦੇ ਆ, ਇੱਥੋਂ ਬਹੁਤ ਕੁਐਸਚਨ ਆਉਂਦੇ। ਇਦਾਂ ਦੇ ਕੁਐਸਚਨ ਘੱਟੋ ਘੱਟ ਤੁਹਾਨੂੰ 7 ਤੋਂ 8 ਕੁਐਸਚਨ ਦੇਖਣ ਨੂੰ ਮਿਲ ਜਾਣਗੇ ਹਰ ਇੱਕ ਸ਼ਿਫਟ ਦੇ ਵਿੱਚ। ਤਾਂ ਬਹੁਤ ਇੰਪੋਰਟੈਂਟ ਹੈ, ਇਹਨੂੰ ਜ਼ਰੂਰ ਪੜ੍ਹ ਲਿਓ। ਮੈਂ ਕਰਵਾਇਆ ਹੋਇਆ ਸਾਰਾ ਕੁਝ ਥਿਓਰੈਟੀਕਲੀ ਆਪਣੇ YouTube ਤੇ ਫ੍ਰੀ ਆਫ ਕਾਸਟ। ਬਾਕੀ ਜੇ ਮਾਸਟਰ ਬੈਚ ਜੁਆਇਨ ਕਰ ਲਓਗੇ ਉਹਦੀ ਵਰਗੀ ਰੀਸ ਨਹੀਂ ਹੈ। ਨੈਕਸਟ ਗੱਲ ਕਰਦੇ ਹਾਂ ਜੀ ਆਪਾਂ। ਅਗਲਾ ਕਹਿੰਦਾ ਜੀ IMAP ਰਿਸੀਵਿੰਗ ਸਰਵਰ ਤੋਂ ਈਮੇਲ ਦਾ ਪ੍ਰਬੰਧਨ ਕਰਨ ਅਤੇ ਮੁੜ ਪ੍ਰਾਪਤ ਕਰਨ ਨਾਲ ਸੰਬੰਧਿਤ ਹੈ। ਤਾਂ ਰਾਜੇ ਇੱਕ ਨਾ ਈਮੇਲ ਵਾਲਾ ਫ੍ਰੀ ਆਫ ਕਾਸਟ ਦੇ ਵਿੱਚ ਆਪਣੀ ਇੱਕ ਵੀਡੀਓ ਪਈ ਹੈ ਈਮੇਲ ਦੇ ਉੱਪਰ। ਈਮੇਲ ਦੇ ਬਾਰੇ ਮੈਂ ਸਭ ਕੁਝ 1 ਘੰਟੇ ਦੀ ਵੀਡੀਓ ਹੈ, ਉਹਦੇ 'ਚ ਕਿਹੜਾ ਪ੍ਰੋਟੋਕੋਲ ਯੂਜ਼ ਹੁੰਦਾ, ਲਾਈਕ SMTP ਯੂਜ਼ ਹੁੰਦਾ ਹੈ। ਠੀਕ ਹੈ, ਉਸ ਤੋਂ ਬਾਅਦ ਅਗਰ ਮੈਂ ਗੱਲ ਕਰਾਂ ਪੌਪ ਪ੍ਰੋਟੋਕੋਲ ਯੂਜ਼ ਹੁੰਦਾ ਹੈ, ਮਿਮ ਪ੍ਰੋਟੋਕੋਲ ਯੂਜ਼ ਹੁੰਦਾ ਹੈ, IMAP ਪ੍ਰੋਟੋਕੋਲ ਯੂਜ਼ ਹੁੰਦਾ ਹੈ। ਇਹਨਾਂ ਦੇ ਬਾਰੇ ਸਾਰੀ ਜਾਣਕਾਰੀ ਦਿੱਤੀ ਗਈ ਹੈ। CC ਕੀ ਹੁੰਦਾ ਹੈ, BCC ਕੀ ਹੁੰਦਾ ਹੈ, ਠੀਕ ਹੈ, ਡਰਾਫਟ ਕੀ ਹੁੰਦਾ ਹੈ, ਠੀਕ ਹੈ, ਸਪੈਮ ਫੋਲਡਰ ਕੀ ਹੁੰਦਾ ਹੈ, ਫਿਸ਼ਿੰਗ ਕੀ ਹੁੰਦੀ ਹੈ। ਕਹਿਣ ਦਾ ਮਤਲਬ ਕੱਲੀ ਚੀਜ਼ ਕਰਾਈ ਹੋਈ ਹੈ। ਹੁਣ ਅਗਰ ਆਪਾਂ ਗੱਲ ਕਰੀਏ ਰਾਜੇ, ਜਿਹੜਾ ਈਮੇਲ ਵਾਲਾ ਸਿਸਟਮ ਹੈਗਾ ਨਾ, ਇਹ ਪ੍ਰੋਟੋਕੋਲ ਵੱਖਰੇ ਪ੍ਰੋਟੋਕੋਲ ਵਰਤਦਾ ਹੈ। ਤੁਹਾਨੂੰ ਇੱਕ ਵਾਰੀ ਮੈਂ ਇੱਕ ਡਾਇਗਰਾਮ ਦਿਖਾਉਣਾ। ਹੁਣ ਮੰਨ ਲਓ ਈਮੇਲ ਹੈ, ਆਪਾਂ ਕੀ ਆ, ਸੈਂਡਰ ਆ। ਇਹ ਆਪਣਾ ਮੰਨ ਲਓ ਸੈਂਡਰ PC ਹੈ।
ਪੀਸੀ ਤੇ ਆਪਾਂ ਕੀ ਕਰਦੇ ਹਾਂ, ਜੀਮੇਲ। ਮੰਨ ਲਓ ਆਪਾਂ ਪੀਸੀ ਤੇ ਕੀ ਕੀਤਾ ਹੋਇਆ ਰਾਜੇ, ਜੀਮੇਲ ਇੰਸਟਾਲ ਕੀਤਾ ਹੋਇਆ ਹੈ, ਤੇ ਸੈਂਟਰ ਸਾਈਡ ਰਿਸੀਵਰ ਸਾਈਡ ਕੀ ਹੈ, ਮੇਰੇ ਕੋਲ ਪੀਸੀ ਹੈ, ਉੱਥੇ ਮੈਂ ਮੰਨ ਲਓ ਯਾਹੂ ਕੀਤਾ ਹੋਇਆ ਹੈ, ਠੀਕ ਹੈ। ਚਾਹੇ ਸੇਮ ਵੀ ਹੋ ਸਕਦਾ, ਕੋਈ ਚੱਕਰ ਨਹੀਂ, ਤੁਹਾਨੂੰ ਸਮਝਾਉਣ ਵਾਸਤੇ ਮੈਂ ਡਿਫਰੈਂਟ ਲਿਖ ਲਏ ਆ, ਕੋਈ ਚੱਕਰ ਨਹੀਂ। ਹੁਣ ਜਦੋਂ ਮੈਂ ਜੀਮੇਲ ਤੇ ਕੋਈ ਮੇਲ ਲਿਖ ਲਈ ਹੈ ਰਾਜੇ, ਜਦੋਂ ਮੈਂ ਉਹਨੂੰ ਸੈਂਡ ਕਰੂੰਗਾ ਤਾਂ ਮੇਰੇ ਪੀਸੀ ਤੋਂ ਮੇਲ ਸਰਵਰ ਤੱਕ ਲੈ ਕੇ ਜਾਣ ਦਾ ਕੰਮ ਕੌਣ ਕਰਦਾ, SMTP, ਠੀਕ ਹੈ। ਮਤਲਬ ਲੋਕਲ ਕੰਪਿਊਟਰ ਤੋਂ ਸਰਵਰ ਤੇ ਜਾਊਗੀ, ਜੀਮੇਲ ਦੇ ਸਰਵਰ ਤੇ ਜਾਊਗੀ, ਤਾਂ ਹੀ ਅੱਗੇ ਪਹੁੰਚੂਗੀ ਨਾ। ਤਾਂ ਮੇਰੇ ਕੰਪਿਊਟਰ ਤੋਂ ਸਰਵਰ ਤੱਕ ਤੇ ਸਰਵਰ ਤੋਂ ਲੈ ਕੇ ਰਿਸੀਵਰ ਦੇ ਸਰਵਰ ਤੱਕ ਲਿਜਾਣ ਦਾ ਕੰਮ ਕੌਣ ਕਰਦਾ, SMTP ਕਰਦਾ ਹੈ, ਠੀਕ ਹੈ। ਤਾਂ SMTP ਕੀ ਹੈ ਰਾਜੇ, ਸਿੰਪਲ ਮੇਲ ਟ੍ਰਾਂਸਫਰ ਪ੍ਰੋਟੋਕੋਲ। ਇਹਦਾ ਕੰਮ ਕੀ ਹੈ, ਲੋਕਲ ਮਸ਼ੀਨ ਤੋਂ ਲੈ ਕੇ ਰਿਸੀਵਰ ਦੇ ਮੇਲ ਸਰਵਰ ਤੱਕ ਮੇਲ ਪਹੁੰਚਾਉਣ ਦਾ ਕੰਮ। ਬਟ ਹੁਣ ਇਸ ਤੋਂ ਬਾਅਦ ਜਿਹੜਾ ਡਾਊਨਲੋਡ ਕਰਨ ਦਾ ਕੰਮ ਜਾਂ ਉਹਨੂੰ ਮੇਲ ਨੂੰ ਪੜ੍ਹਨ ਦਾ ਕੰਮ ਕਿੱਥੇ ਹੋਊਗਾ, ਰਿਸੀਵਿੰਗ ਸਾਈਡ ਤੇ ਹੋਊਗਾ, ਰਿਸੀਵਿੰਗ ਐਂਡ ਤੇ ਹੋਊਗਾ। ਉੱਥੇ ਦੋ ਪ੍ਰੋਟੋਕਾਲ ਵਰਤੇ ਜਾਂਦੇ ਆ, POP ਤੇ IMAP। POP ਹੁੰਦਾ ਰਾਜੇ ਪੋਸਟ ਆਫਿਸ ਪ੍ਰੋਟੋਕਾਲ ਵਰਜ਼ਨ 3 ਚੱਲਦਾ, ਇਹਦਾ 3 ਨਾਲ ਮਸ਼ਹੂਰ ਆ ਇਹ, ਵੈਸੇ ਕੱਲਾ ਵੀ ਪੁੱਛ ਲੈਂਦੇ ਹੁੰਦੇ ਆ। POP ਦੀ ਫੁੱਲ ਫਾਰਮ ਹੁੰਦੀ ਹੈ ਪੋਸਟ ਆਫਿਸ ਪ੍ਰੋਟੋਕਾਲ। ਤਾਂ IMAP ਦੀ ਫੁੱਲ ਫਾਰਮ ਪੁੱਛ ਲਈ ਇਹਨਾਂ ਨੇ, ਠੀਕ ਹੈ। ਚਲੋ ਮੈਂ ਦੱਸ ਦਿੰਦਾ ਕੀ ਹੈ। ਹੁਣ SMTP ਜਦੋਂ ਸਟਾਰਟਿੰਗ ਦੇ ਵਿੱਚ ਇਹ ਈਮੇਲ ਬਣੀ ਸੀਗੀ ਰਾਜੇ, 1971 ਦੇ ਵਿੱਚ ਪਹਿਲੀ ਈਮੇਲ ਸੈਂਡ ਕੀਤੀ ਸੀਗੀ ਰੇ ਟੈਮਲਸਨ ਨੇ ਆਪਣੇ ਆਪ ਨੂੰ, ਠੀਕ ਹੈ। ਤਾਂ ਅਮਰੀਕਾ ਦਾ ਉਹ ਬੰਦਾ ਸੀ। ਕਈ ਵਾਰੀ ਇਹ ਪੁੱਛ ਲੈਂਦੇ ਆ ਕਿ ਪਹਿਲੀ ਮੇਲ ਕਦੋਂ ਸੈਂਡ ਕੀਤੀ ਗਈ, ਤਾਂ 1971 ਦੇ ਵਿੱਚ ਸੈਂਡ ਹੋਈ ਸੀ। ਕਿਹਨੇ ਕੀਤੀ ਸੀਗੀ, ਰੇ ਟੈਮਲਸਨ ਨੇ ਕੀਤੀ ਸੀਗੀ ਆਪਣੇ ਆਪ ਨੂੰ। ਅਮਰੀਕਾ ਦਾ USA ਦਾ ਉਹ ਬੰਦਾ ਸੀਗਾ, ਠੀਕ ਹੈ। ਉਸ ਤੋਂ ਬਾਅਦ 1978 ਦੇ ਵਿੱਚ ਆਪਣਾ ਇੱਕ ਸ਼ਿਵਾ ਆਇਨਰ ਬੰਦਾ ਹੈਗਾ ਸਾਊਥ ਸਾਈਡ ਦਾ, ਉਹਨੇ ਇਸ ਚੀਜ਼ ਨੂੰ ਮਤਲਬ ਥੋੜਾ ਜਿਹਾ ਅੱਗੇ ਕੀ ਕੀਤਾ, ਐਕਸਟੈਂਡ ਕੀਤਾ। ਬਟ ਜਿਹੜਾ ਮੇਨ ਰੀਅਲ ਫਾਊਂਡਰ ਮੰਨਿਆ ਜਾਂਦਾ ਉਹ ਰੇ ਟੈਮਲਸਨ ਨੂੰ ਮੰਨਿਆ ਜਾਂਦਾ ਹੈ। ਹੁਣ ਜਦੋਂ ਸਟਾਰਟਿੰਗ ਦੇ ਵਿੱਚ SMTP ਯੂਜ਼ ਹੁੰਦਾ ਸੀ ਰਾਜੇ, ਸਿਰਫ ਆਪਾਂ ਟੈਕਸਟ ਮੈਸੇਜ ਕਰ ਸਕਦੇ ਸੀਗੇ। ਜਿਵੇਂ ਅੱਜ ਕੱਲ ਤੁਸੀਂ PDF ਸੈਂਡ ਕਰਦੇ ਹੋ ਮੇਲ ਦੇ ਵਿੱਚ, ਕੋਈ ਫੋਟੋ ਸੈਂਡ ਕਰਦੇ ਹੋ, ਕੋਈ ਗਾਣਾ ਸੈਂਡ ਕਰਦੇ ਹੋ, ਕੋਈ ਵੀਡੀਓ ਸੈਂਡ ਕਰਦੇ ਹੋ, ਉਦੋਂ ਇਹ ਚੀਜ਼ ਪੋਸੀਬਲ ਨਹੀਂ ਸੀਗੀ। ਤਾਂ ਉਦੋਂ ਸਿਰਫ ਆਪਾਂ ਕੀ ਕਰਦੇ ਸੀਗੇ, SMTP ਦੀ ਵਰਤੋਂ ਕਰਦੇ ਸੀ। ਬਟ ਫਿਰ SMTP ਦੇ ਨਾਲ ਇੱਕ ਹੋਰ ਪ੍ਰੋਟੋਕਾਲ ਵਰਤਿਆ ਗਿਆ, MIME, ਠੀਕ ਹੈ ਜੀ। ਤਾਂ ਇਹ ਪ੍ਰੋਟੋਕਾਲ ਦੀ ਵਰਤੋਂ ਕਿਉਂ ਕੀਤੀ ਗਈ, ਜੇ ਕੋਈ ਤੁਸੀਂ ਕੋਈ ਆਡੀਓ ਭੇਜਣਾ, ਕੋਈ ਵੀਡੀਓ ਭੇਜਣੀ, ਕੋਈ ਪਿਕਚਰ ਭੇਜਣੀ ਆ, ਕਹਿਣ ਦਾ ਮਤਲਬ ਨੌਨ ਸਕਾਈ ਫਾਰਮੈਟ ਦਾ ਕੋਈ ਵੀ ਚੀਜ਼ ਭੇਜਣੀ ਹੈ ਤਾਂ ਤੁਹਾਨੂੰ ਇਹਦੀ ਜ਼ਰੂਰਤ ਪਊਗੀ। ਤੇ ਇਹ ਸਾਰਾ ਥੋੜਾ ਜਿਹਾ ਮੈਂ ਓਵਰਵਿਊ ਦਿੱਤਾ ਤੁਹਾਨੂੰ ਮੇਲ ਵਾਲੇ ਦਾ, ਬਟ ਇਹ ਤੁਹਾਨੂੰ ਸਮਝ ਤਾਂ ਆਊਗਾ ਜੇ ਤੁਸੀਂ ਡਿਟੇਲ 'ਚ ਪੜ੍ਹ ਲਓਗੇ। ਭਾਈ ਇਹਨੂੰ ਡਿਟੇਲ 'ਚ ਪੜ੍ਹਨਾ ਬਹੁਤ ਜ਼ਰੂਰੀ ਹੈ। ਤਾਂ ਹੁਣ ਆਪਾਂ ਗੱਲ ਕਰਦੇ ਹਾਂ ਜੀ, ਜੇ ਮੈਂ ਗੱਲ ਕਰਾਂ ਸਭ ਤੋਂ ਪਹਿਲਾਂ SMTP ਦੀ ਰਾਜੇ, ਤੁਹਾਨੂੰ ਮੈਂ ਫੁੱਲ ਫਾਰਮ ਯਾਦ ਰੱਖਣੀ ਆ, ਸਿੰਪਲ ਮੇਲ ਟ੍ਰਾਂਸਫਰ ਪ੍ਰੋਟੋਕਾਲ। ਇਸ ਤੋਂ ਬਾਅਦ ਅਗਰ ਮੈਂ ਗੱਲ ਕਰੀਏ POP ਦੀ ਰਾਜੇ, POP ਹੁੰਦਾ ਪੋਸਟ ਆਫਿਸ ਪ੍ਰੋਟੋਕਾਲ। ਜੇ ਪਿੱਛੇ 3 ਲਿਖਿਆ ਹੋਊਗਾ ਤਾਂ ਪਿੱਛੇ ਲਿਖਿਆ ਆ ਜਾਊਗਾ ਵਰਜ਼ਨ 3। ਕੀ ਲਿਖਿਆ ਆ ਜਾਊਗਾ, ਵਰਜ਼ਨ 3, ਠੀਕ ਹੈ। ਥਰਡ ਵਰਜ਼ਨ ਦਾ ਚੱਲ ਰਿਹਾ ਹੈ। ਅਗਰ ਮੈਂ ਗੱਲ ਕਰਾਂ ਰਾਜੇ MIME ਪ੍ਰੋਟੋਕਾਲ ਜਿਹੜਾ ਮੈਂ ਯੂਜ਼ ਕੀਤਾ ਸੀ, ਉਹਨੂੰ ਕਹਿ ਦਿੰਦੇ ਆ ਮਲਟੀਪਰਪਸ ਇੰਟਰਨੈਟ ਮੇਲ ਐਕਸਟੈਂਸ਼ਨਸ, ਠੀਕ ਹੈ। ਯਾਦ ਰੱਖਣਾ ਕਿਉਂਕਿ ਉਹ ਐਕਸਟੈਂਸ਼ਨ ਦੇ ਤੌਰ ਤੇ ਵਰਤਿਆ ਗਿਆ, ਕਿਉਂਕਿ ਸਟਾਰਟਿੰਗ ਦੇ ਵਿੱਚ ਸਿਰਫ ਟੈਕਸਟ ਯੂਜ਼ ਹੁੰਦਾ ਸੀਗਾ। ਟੈਕਸਟ ਦੇ ਬਾਅਦ ਕੀ ਹੈ, MP3, MP4, PDF, ਵਰਡ, ਜੋ ਕੋਈ ਵੀ ਫਾਈਲ ਸੈਂਡ ਕਰਨ ਵਾਸਤੇ ਇਹਦੀ ਵਰਤੋਂ ਕੀਤੀ ਗਈ। ਬਟ ਹੁਣ ਆਪਾਂ ਗੱਲ ਕਰਦੇ ਹਾਂ ਜੀ, ਜਿਹੜਾ ਆਹ ਹੈਗਾ IMAP ਰਾਜੇ, ਇਹਨੂੰ ਕੀ ਕਹਿੰਦੇ ਆ, ਇੰਟਰਨੈਟ ਮੇਲ ਅਸੈਸ ਪ੍ਰੋਟੋਕਾਲ। ਕੀ ਕਹਿ ਦਿੰਦੇ ਆ, ਇੰਟਰਨੈਟ ਮੇਲ ਅਸੈਸ ਪ੍ਰੋਟੋਕਾਲ। ਤੇ ਇਹ ਕਿੱਥੇ ਵਰਤਿਆ ਜਾਂਦਾ ਰਾਜੇ, ਰਿਸੀਵਿੰਗ ਐਂਡ ਤੇ ਵਰਤਿਆ ਜਾਂਦਾ ਹੈ। ਇਹ ਸੈਂਟਰ ਸਾਈਡ ਨਹੀਂ ਵਰਤਿਆ ਜਾਂਦਾ, ਰਿਸੀਵਿੰਗ ਸਾਈਡ ਤੇ ਦੋ ਵਰਤੇ ਜਾਂਦੇ ਆ, POP 3 ਤੇ IMAP। ਇਹ ਦੋਨੇ ਯਾਦ ਰੱਖਣੇ ਨੇ ਰਾਜੇ। ਤਾਂ 4 ਪ੍ਰੋਟੋਕਾਲ ਸੀਗੇ, ਚਾਰੇ ਪ੍ਰੋਟੋਕਾਲ ਤੋਂ ਕੁਐਸਚਨ ਆਉਂਦੇ ਹੁੰਦੇ ਆ, ਫੁੱਲ ਫਾਰਮ ਹੀ ਪੁੱਛਦੇ ਹੁੰਦੇ ਆ, ਤੇ ਫੁੱਲ ਫਾਰਮ ਤੁਸੀਂ ਯਾਦ ਰੱਖਣੀ ਹੈ। ਬਾਕੀ ਜੇ ਇਸ ਚੀਜ਼ ਨੂੰ ਡਿਟੇਲ 'ਚ ਪੜ੍ਹਨਾ, ਪਲੀਜ਼ ਇਹਨੂੰ ਜ਼ਰੂਰ ਪੜ੍ਹ ਲਿਓ। ਨੈਕਸਟ ਗੱਲ ਕਰਦੇ ਆ, ਕਹਿੰਦਾ ਜੀ ਮੈਗਨੈਟਿਕ ਡਿਸਕ ਤੇ ਕਹਿੰਦਾ ਜਿਹੜੇ ਪਾਈ ਆਕਾਰ ਦੇ। ਤਾਂ ਮੈਗਨੈਟਿਕ ਡਿਸਕ ਦੀ ਇੰਟਰਨਲ ਸਟਰਕਚਰ ਮੈਂ ਤੁਹਾਨੂੰ ਕਰਵਾਈ ਵੀ ਹੋਈ ਹੈ। ਹਾਰਡ ਡਿਸਕ ਜਿਹਨੂੰ ਆਪਾਂ ਕਹਿ ਦਿੰਦੇ ਆ, ਉਹਦੇ ਵਿੱਚ ਟਰੈਕ ਕੀ ਹੁੰਦਾ ਹੈ, ਸੈਕਟਰ ਕੀ ਹੁੰਦਾ ਹੈ, ਠੀਕ ਹੈ। ਇਹ ਪੜ੍ਹਨਾ ਹੈ, ਬਹੁਤ ਜ਼ਰੂਰੀ ਹੈ ਤੁਹਾਡੇ ਵਾਸਤੇ ਪੜ੍ਹਨਾ। ਕਹਿੰਦਾ ਮੈਗਨੈਟਿਕ ਡਿਸਕ ਦਾ ਜਿਹੜਾ ਸਟਰਕਚਰ ਹੈਗਾ, ਉਹਦੇ ਵਿੱਚ ਅਗਰ ਮੈਂ ਪਾਈ ਆਕਾਰ ਦੀ ਚੀਜ਼ਾਂ ਦੇਖਾਂ ਤਾਂ ਉਹਨਾਂ ਨੂੰ ਆਪਾਂ ਕਹਿੰਦੇ ਕੀ ਆ, ਠੀਕ ਹੈ। ਪਾਈ ਆਕਾਰ ਦੇ ਦੇਖੋ, ਜਿਹੜਾ ਮੈਗਨੈਟਿਕ ਡਿਸਕ ਹੁੰਦੀ ਹੈ ਰਾਜੇ, ਉਹ ਇਸ ਤਰ੍ਹਾਂ ਹੁੰਦੀ ਹੈ। ਉਹਦੇ ਵਿੱਚ ਪਹਿਲਾਂ ਤੁਹਾਨੂੰ ਮੈਂ ਚਲੋ ਇੱਕ ਚੀਜ਼ ਕਰਕੇ ਦਿਖਾਉਣਾ। ਉਹ ਇਸ ਤਰ੍ਹਾਂ ਹੁੰਦੀ ਹੈ, ਇਸ ਤਰ੍ਹਾਂ ਵੰਡੀ ਹੁੰਦੀ ਹੈ, ਟਰੈਕ ਤੇ ਸੈਕਟਰ ਦੀ ਫਾਰਮ ਦੇ ਵਿੱਚ। ਟਰੈਕ ਕੀ ਹੁੰਦੇ, ਜਿਹੜੇ ਆ ਜਾ ਰਹੇ ਆ ਸਰਕੂਲਰ, ਠੀਕ ਹੈ, ਇਹ ਹੁੰਦੇ ਆ ਟਰੈਕ, ਠੀਕ ਹੈ। ਪਾਈ ਦੀ ਸ਼ੇਪ 'ਚ ਹੁੰਦੇ ਆ ਟਰੈਕ, ਠੀਕ ਹੈ। ਤੇ ਜੇ ਮੈਂ ਇਹਨਾਂ ਟਰੈਕ ਨੂੰ ਮੈਂ ਜੇ ਵੰਡ ਦੇਵਾਂ, ਦੇਖੋ ਇਹਨੂੰ ਮੈਂ ਫਰਦਰ 4 ਸੈਕਟਰ ਦੇ ਵਿੱਚ ਵੰਡਤਾ। ਇਹ ਸੈਕਟਰ 1, 2, 3, 4। ਇਹ ਸੈਕਟਰ 'ਚ ਤਾਂ ਵੰਡਦੇ ਆ ਕਿ ਡਾਟਾ ਲੱਭਣਾ ਸੌਖਾ ਹੋ ਜਾਂਦਾ। ਜਿਵੇਂ ਹੁਣ ਆਹ ਚੀਜ਼ ਆ, ਇੱਕ ਸੈਕਟਰ ਹੈ, ਇੱਕ ਸੈਕਟਰ ਹੈ, ਵੱਖਰਾ ਸੈਕਟਰ ਹੈ। ਤਾਂ ਇਹ ਕਹਿੰਦਾ ਮੈਗਨੈਟਿਕ ਡਿਸਕ ਤੇ ਪਾਈ ਆਕਾਰ ਦੇ ਜਿਹੜੇ ਚੱਕਰ ਖੰਡ ਆ, ਉਹਨਾਂ ਨੂੰ ਕੀ ਕਹਿੰਦੇ ਆ, ਠੀਕ ਹੈ। ਜੇ ਚੱਕਰ ਦੀ ਗੱਲ ਕਰਦਾ ਤਾਂ ਟਰੈਕ ਆਨਸਰ ਆਉਣਾ, ਲੇਕਿਨ ਚੱਕਰ ਖੰਡਾਂ ਦੀ ਗੱਲ ਕਰ ਰਿਹਾ ਰਾਜੇ, ਤਾਂ ਇਹ ਸੈਕਟਰ ਆ ਗਏ ਆਪਣੇ, ਠੀਕ ਹੈ। ਕਿਹੜੇ ਆ ਗਏ, ਸੈਕਟਰ। ਜਿਹੜੇ ਆ ਚੀਜ਼ਾਂ ਇਹ ਸੈਕਟਰ ਕਹਿੰਦੇ ਆਪਾਂ ਇਹਨੂੰ। ਤਾਂ ਧਿਆਨ ਦੇ ਨਾਲ ਦੇਖੋ, ਆ ਤੁਹਾਨੂੰ ਮੈਂ ਦੁਬਾਰਾ ਦਿਖਾ ਦਿੰਦਾ। ਦੇਖੋ ਆਹ ਟਰੈਕ ਹੁੰਦੇ ਆ, ਡਿਸਕ ਡਿਵਾਈਡਡ ਇਨਟੂ ਟਰੈਕਸ, ਇਹ ਸੈਕਟਰ ਹੁੰਦੇ ਆ ਰਾਜੇ। ਤੇ ਅਗਰ ਜ਼ਿਆਦਾ ਡਿਟੇਲ 'ਚ ਦੇਖਣਾ ਤਾਂ ਇਹ ਹੁੰਦਾ ਜੀ, ਦੇਖੋ ਜੇ ਮੈਂ ਗੱਲ ਕਰਾਂ, ਆ ਜਿਹੜੇ ਜਿਵੇਂ ਹੁਣ ਦੇਖੋ ਆ ਇੱਕ ਪਾਰਟ ਹੈ, ਇਹ ਇੱਕ ਸੈਕਟਰ ਹੋ ਗਿਆ, ਆਹ ਪਾਰਟ ਹੈ ਇੱਕ ਵੱਖਰਾ ਸੈਕਟਰ ਹੋ ਗਿਆ, ਇਹ ਪੂਰਾ ਟਰੈਕ ਹੋ ਗਿਆ। ਜੇ ਮੈਂ ਵੱਖਰੇ ਪਲੇਟਰ ਦੀ ਗੱਲ ਕਰਾਂ, ਠੀਕ ਹੈ, ਜਿਹਨੂੰ ਡਿਸਕ ਸਟੈਕ ਵੀ ਕਹਿ ਦਿੰਦੇ ਆਪਾਂ। ਕਈ ਵਾਰੀ ਕੁਐਸਚਨ ਦੇ ਵਿੱਚ ਪੁੱਛਿਆ ਜਾਂਦਾ ਡਿਸਕ ਸਟੈਕ ਕੀ ਹੁੰਦਾ ਹੈ। ਤਾਂ ਡਿਸਕ ਸਟੈਕ ਦਾ ਮਤਲਬ ਹੁੰਦਾ ਇੱਕ ਡਿਸਕ ਦੇ ਉੱਪਰ ਦੂਜੀ ਡਿਸਕ
ਉੱਥੇ ਥਰਡ ਡਿਸਕ ਇਹਨੂੰ ਮਿਲਾ ਕੇ ਹਾਰਡ ਡਿਸਕ ਬਣਦੀ ਹੈ ਰਾਜੇ, ਇਹਨੂੰ ਪਲੇਟਰ ਕਹਿ ਦਿੰਦੇ ਆ। ਠੀਕ ਹੈ, ਤਾਂ ਇੱਥੇ ਰਾਈਟ ਆਂਸਰ ਬਣੂਗਾ ਜੀ ਸੈਕਟਰ ਬਣੂਗਾ। ਬਾਕੀ ਸੀਕ ਟਾਈਮ ਤੇ ਲਟੈਂਸੀ ਟਾਈਮ ਦੇ ਵਿੱਚੋਂ ਵੀ ਕੁਐਸਚਨ ਬਹੁਤ ਆਉਂਦੇ ਹੁੰਦੇ ਆ, ਉਹ ਮੈਂ ਅੱਗੇ ਜਾ ਕੇ ਕਰਾਉਂਗਾ ਸੈਕੰਡ ਪਾਰਟ ਦੇ ਵਿੱਚ। ਇੱਥੇ ਬਹੁਤ ਕਨਫਿਊਜ਼ ਹੋ ਜਾਓਗੇ ਜਾਂ ਸਾਰਾ ਕੁਝ ਨਹੀਂ ਕਰਵਾਉਂਦਾ ਮੈਂ ਇੱਥੇ। ਤਾਂ ਨੈਕਸਟ ਮੂਵ ਕਰਦੇ ਹਾਂ ਆਪਾਂ। ਅਗਲਾ ਕੁਐਸਚਨ ਕੀ ਕਹਿ ਰਿਹਾ ਰਾਜੇ, ਅਗਲਾ ਕੁਐਸਚਨ ਤੁਹਾਨੂੰ ਪ੍ਰੈਕਟੀਕਲ ਕਰਕੇ ਦਿਖਾਉਣਾ ਮੈਂ। ਤੁਸੀਂ ਫਾਰਮੈਟ ਪੇਂਟਰ ਬਾਰੇ ਸੁਣਿਆ ਹੋਊਗਾ, ਮੈਂ ਬਹੁਤ ਵਾਰੀ ਕਰਵਾਇਆ ਵੀ ਹੋਇਆ ਫਾਰਮੈਟ ਪੇਂਟਰ। ਠੀਕ ਹੈ, ਫਾਰਮੈਟ ਪੇਂਟਰ ਕੀ ਕਰਦਾ ਰਾਜੇ, ਫਾਰਮੈਟ ਨੂੰ ਕਾਪੀ ਕਰਦਾ, ਟੈਕਸਟ ਨੂੰ ਕਾਪੀ ਨਹੀਂ ਕਰਦਾ ਉਹ। ਠੀਕ ਹੈ, ਤਾਂ ਕਹਿੰਦਾ ਜੀ ਪਾਵਰ ਪੁਆਇੰਟ ਦੇ ਵਿੱਚ ਕਹਿ ਲਓ ਜਾਂ ਵਰਡ 'ਚ ਕਹਿ ਲਓ, ਐਕਸਲ 'ਚ ਕਹਿ ਲਓ, ਸਾਰਿਆਂ 'ਚ ਹੀ ਸੇਮ ਕੰਮ ਕਰਦਾ। ਕਹਿੰਦਾ ਜੀ ਪਾਵਰ ਪੁਆਇੰਟ 2019 ਦੇ ਵਿੱਚ ਕਹਿੰਦਾ ਕਿਹੜੀ ਸ਼ਾਰਟਕਟ ਕੀ ਹੈ ਜਿਹੜੀ ਇੱਕ ਸਿਲੈਕਟਡ ਸ਼ੇਪ ਦੇ ਕਹਿੰਦਾ ਗੁਣ, ਜਿਹਨੂੰ ਆਪਾਂ ਐਟਰੀਬਿਊਟਸ ਕਹਿੰਦੇ ਆ, ਐਟਰੀਬਿਊਟਸ ਨੂੰ ਕਾਪੀ ਕਰਨ ਲਈ ਵਰਤੀ ਜਾਂਦੀ ਹੈ। ਜੇ ਸਿੰਪਲ ਟੈਕਸਟ ਨੂੰ ਕਾਪੀ ਕਰਨਾ ਤਾਂ ਕੰਟਰੋਲ ਸੀ ਆ ਜਾਊਗਾ, ਬਟ ਆਪਾਂ ਐਟਰੀਬਿਊਟ ਕਾਪੀ ਕਰਨੇ ਤਾਂ ਰਾਜੇ ਉਹਦੇ ਵਾਸਤੇ ਹੁੰਦਾ ਕੰਟਰੋਲ ਸ਼ਿਫਟ ਪਲੱਸ ਸੀ। ਜੇ ਪੇਸਟ ਦੀ ਗੱਲ ਕਰੂਗਾ ਰਾਜੇ, ਜੇ ਇੱਥੇ ਪੁੱਛ ਲੈਂਦਾ ਮੈਨੂੰ ਪੇਸਟ ਕਰਨ ਦੀ ਗੱਲ ਪੁੱਛ ਲੈਂਦਾ ਤਾਂ ਉਹਦਾ ਆਨਸਰ ਆਉਣਾ ਸੀ ਕੰਟਰੋਲ ਪਲੱਸ ਸ਼ਿਫਟ ਪਲੱਸ ਵੀ। ਠੀਕ ਹੈ, ਤਾਂ ਦੇਖੋ ਕੰਟਰੋਲ ਸੀ ਕਾਪੀ ਵਾਸਤੇ ਹੁੰਦਾ, ਕੰਟਰੋਲ ਵੀ ਪੇਸਟ ਵਾਸਤੇ ਹੁੰਦਾ, ਬਟ ਇੱਥੇ ਸ਼ਿਫਟ ਦੀ ਗੱਲ ਆ ਗਈ ਵਿੱਚ। ਸ਼ਿਫਟ ਤਾਂ ਕਰਦੇ ਆਪਾਂ ਕਿਉਂਕਿ ਆਪਾਂ ਇੱਥੇ ਐਟਰੀਬਿਊਟ ਕਾਪੀ ਕਰਨੇ ਨੇ। ਹੁਣ ਐਟਰੀਬਿਊਟ ਕਾਪੀ ਕਰਨ ਦਾ ਮੀਨਿੰਗ ਕੀ ਹੁੰਦਾ ਤੁਹਾਨੂੰ ਮੈਂ ਕਰਕੇ ਦਿਖਾਉਣਾ। ਦੇਖੋ ਜੇ ਤੁਸੀਂ ਹੋਮ ਟੈਬ ਦੇ ਵਿੱਚ ਜਾਓਗੇ ਰਾਜੇ, ਤੁਹਾਨੂੰ ਇੱਕ ਫਾਰਮੈਟ ਪੇਂਟਰ ਮਿਲ ਜਾਊਗਾ। ਫਾਰਮੈਟ ਪੇਂਟਰ ਕੀ ਕਰਦਾ ਰਾਜੇ, ਜੋ ਇਹਦਾ ਫਾਰਮੈਟ ਹੈ ਆਪਾਂ ਜਿੱਥੇ ਜਾ ਕੇ ਕਿਤੇ ਪੇਸਟ ਕਰਨਾ ਹੋਵੇ ਆਪਾਂ ਕਰ ਸਕਦੇ ਹਾਂ। ਹੁਣ ਲਾਈਕ ਤੁਸੀਂ ਧਿਆਨ ਨਾਲ ਦੇਖੋ, ਪੋਜ਼ਿਟਿਵ ਵਾਈਬ ਮੈਂ ਕੀ ਮਤਲਬ ਕਿ ਰੈੱਡ ਕਲਰ 'ਚ ਲਿਖਿਆ ਹੋਇਆ ਹੈ, ਅੰਡਰਲਾਈਨ ਹੈ, ਤੇ ਪੰਜਾਬ ਬਿਲਕੁਲ ਸਿੰਪਲ ਲਿਖਿਆ ਹੋਇਆ। ਸਪੋਜ਼ ਮੈਂ ਪੋਜ਼ਿਟਿਵ ਵਾਈਬ ਵਾਲਾ ਫਾਰਮੈਟ ਇੱਥੇ ਕਾਪੀ ਕਰਨਾ ਚਾਹੁੰਦਾ ਤਾਂ ਮੈਂ ਕਿਵੇਂ ਕਾਪੀ ਕਰੂੰਗਾ, ਮੈਂ ਇਹਦੇ ਅੰਦਰ ਜਾਊਂਗਾ, ਇਹਨੂੰ ਮੈਂ ਸਿਲੈਕਟ ਕਰੂੰਗਾ, ਤਾਂ ਇਹਨੂੰ ਜਾਂ ਤਾਂ ਤੁਸੀਂ ਕੀ ਕਰ ਲਓ ਫਾਰਮੈਟ ਪੇਂਟਰ ਕਰ ਲਓ। ਬਾਕੀ ਫਾਰਮੈਟ ਪੇਂਟਰ ਦੀ ਸ਼ਾਰਟਕਟ ਕੀ ਇਹੀ ਹੁੰਦੀ ਆ ਕੰਟਰੋਲ ਸ਼ਿਫਟ ਸੀ। ਤਾਂ ਮੈਂ ਹੁਣ ਕਰਨ ਲੱਗਾ ਜੀ ਇੱਥੇ, ਇਹਨੂੰ ਮੈਂ ਕੀ ਕਰਦਾ ਜੀ ਸਿਲੈਕਟ ਕਰਦਾ ਤੇ ਮੈਂ ਕੰਟਰੋਲ ਸ਼ਿਫਟ ਤੇ ਸੀ ਨੱਪਣ ਲੱਗਾ। ਜਦੋਂ ਮੈਂ ਨੱਪ ਲਿਆ ਰਾਜੇ ਤਾਂ ਇਹ ਕਾਪੀ ਹੋ ਗਿਆ। ਤੇ ਜਦੋਂ ਮੈਂ ਇੱਥੇ ਜਾਊਂਗਾ, ਹੁਣ ਦੇਖੋ ਮੈਂ ਇੱਥੇ ਪੇਸਟ ਕਰਨਾ ਰਾਜੇ, ਤਾਂ ਮੈਂ ਕੰਟਰੋਲ ਸ਼ਿਫਟ ਤੇ ਕੀ ਕਰ ਦੂੰਗਾ 20। ਤਾਂ ਦੇਖੋ ਸੇਮ ਫਾਰਮੈਟ ਕਾਪੀ ਕਰ ਲਿਆ ਉਹਨੇ, ਸੇਮ ਸਾਈਜ਼, ਸੇਮ ਇਹਦਾ ਕੀ ਹੈ ਜੀ ਫਾਉਂਟ ਫੇਸ, ਤੇ ਸੇਮ ਸਾਈਜ਼ ਵਗੈਰਾ, ਤੇ ਸੇਮ ਅੰਡਰਲਾਈਨ। ਠੀਕ ਹੈ, ਤਾਂ ਇਹ ਫਾਰਮੈਟ ਕਾਪੀ ਕਰਦਾ ਹੈ। ਅੱਛਾ ਇੱਕ ਚੀਜ਼ ਹੋਰ ਧਿਆਨ ਦੇ ਨਾਲ, ਕਈ ਬੱਚੇ ਨਾ ਬੜਾ ਚਲੋ ਠੀਕ ਹੈ ਬੱਚੇ ਪੜ੍ਹਦੇ ਰਹਿੰਦੇ ਆ ਵੱਖਰੇ ਵੱਖਰੇ ਸੋਰਸਿਸ ਤੋਂ, ਪਰ ਮੈਂ ਹਮੇਸ਼ਾ ਕਹਿੰਦਾ ਹੁੰਦਾ ਵੀ ਇੱਕ ਸਬਜੈਕਟ ਇੱਕ ਸੋਰਸ ਤੋਂ ਪੜ੍ਹਿਆ ਕਰੋ। ਉਹਦਾ ਕਾਰਨ ਕੀ ਹੁੰਦਾ ਕਿ ਬਹੁਤ ਜ਼ਿਆਦਾ ਗਲਤ ਚੀਜ਼ਾਂ ਪੜ੍ਹਾਈਆਂ ਜਾਂਦੀਆਂ ਤੁਹਾਨੂੰ। ਕਈ ਵਾਰੀ ਬੱਚੇ ਨੂੰ ਪਰਖ ਕਰਨੀ ਔਖੀ ਹੋ ਜਾਂਦੀ ਹੈ ਸਹੀ ਟੀਚਰ ਤੇ ਗਲਤ ਟੀਚਰ ਦੇ ਵਿੱਚ। ਹੁਣ ਨਾ ਮੈਂ ਦੋ ਤਿੰਨ ਚੀਜ਼ਾਂ ਕਰਾਉਣਾ ਹੁੰਦਾ। ਇੱਕ ਨਾ ਜਿਵੇਂ ਮੰਨ ਲਓ ਵਰਡ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਇੱਕ ਸਿੰਬਲ ਹੁੰਦਾ ਕਾਪੀਰਾਈਟ ਦਾ ਸਿੰਬਲ। ਠੀਕ ਹੈ ਜੀ, ਕਾਪੀਰਾਈਟ ਦਾ ਸਿੰਬਲ ਹੋ ਗਿਆ, ਜਾਂ ਕੋਈ ਚਲੋ ਹੋਰ ਆਪਾਂ ਇਹਦੀ ਗੱਲ ਕਰ ਲਈਏ ਕੰਟਰੋਲ ਸ਼ਿਫਟ ਸੀ। ਚਾਹੇ ਤੁਸੀਂ ਚਾਹੇ ਸ਼ਿਫਟ ਪਹਿਲਾਂ ਨੱਪ ਲਓ, ਚਾਹੇ ਕੰਟਰੋਲ ਪਹਿਲਾਂ ਨੱਪ ਲਓ, ਇਹਦੇ ਨਾਲ ਕੋਈ ਫਰਕ ਨਹੀਂ ਪੈਣਾਗਾ। ਠੀਕ ਹੈ, ਚਾਹੇ ਤੁਸੀਂ ਸ਼ਿਫਟ ਪਹਿਲਾਂ ਨੱਪ ਲਓ ਕੰਟਰੋਲ ਬਾਅਦ ਚ ਨੱਪ ਲਓ, ਕੋਈ ਫਰਕ ਨਹੀਂ ਪੈਣਾ। ਠੀਕ ਹੈ, ਬੱਚੇ ਕਈ ਵਾਰ ਮੈਂ ਕਰਵਾਉਣਾ ਹੁੰਦਾ, ਮੈਂ ਕਈ ਵਾਰੀ ਬੋਲ ਦਿੰਦਾ ਸ਼ਿਫਟ ਪਲੱਸ ਕੰਟਰੋਲ ਪਲੱਸ ਸੀ, ਬੱਚੇ ਕਹਿੰਦੇ ਸਰ ਜੀ ਨਹੀਂ ਕੰਟਰੋਲ ਸ਼ਿਫਟ ਪਲੱਸ ਸੀ ਹੁੰਦਾ ਹੈ। ਠੀਕ ਹੈ, ਤਾਂ ਇਹ ਚੀਜ਼ਾਂ ਮਾਇਨੇ ਨਹੀਂ ਰੱਖਦੀਆਂ ਗੀਆਂ, ਇਹ ਜਿਹੜਾ ਆਰਡਰ ਹੁੰਦਾ ਆਪਾਂ ਕੋਈ ਵੀ ਫੋਲੋ ਕਰ ਸਕਦੇ ਹਾਂ। ਠੀਕ ਹੈ, ਤਾਂ ਉਹ ਕਾਪੀਰਾਈਟ ਵਾਲਾ ਮੇਰੇ ਦਿਮਾਗ ਚੋਂ ਨਿਕਲ ਗਿਆ, ਕਾਪੀਰਾਈਟ ਵਾਲਾ ਵੀ ਉਹ ਸੇਮ ਇਦਾਂ ਹੀ ਹੈ। ਠੀਕ ਹੈ ਜੀ, ਤਾਂ ਉਹ ਬੱਚੇ ਮੈਨੂੰ ਪੁੱਛ ਲੈਂਦੇ ਹੁੰਦੇ ਸਰ ਜੀ ਤੁਸੀਂ ਗਲਤ ਕਰਵਾ ਰਹੇ ਹੋ। ਗਲਤ ਨਹੀਂ ਕਰਵਾ ਰਿਹਾ ਰਾਜੇ, ਉਹ ਤੁਸੀਂ ਪ੍ਰੈਕਟੀਕਲ ਚੀਜ਼ਾਂ ਕਰਕੇ ਦੇਖਿਆ ਕਰੋ ਕਿ ਟੀਚਰ ਤੇ ਅਗਰ ਨਹੀਂ ਵਿਸ਼ਵਾਸ ਹੋ ਰਿਹਾ ਤਾਂ ਉਹਨੂੰ ਆਪਣੇ ਆਪ ਐਪਲੀਕੇਬਲ ਕਰਨਾ ਸਿੱਖੋ। ਠੀਕ ਹੈ, ਤਾਂ ਇਹ ਚੀਜ਼ਾਂ ਮਾਇਨੇ ਨਹੀਂ ਰੱਖਦੀਆਂ ਹੈਗੀਆਂ ਵੀ ਇਹ ਕਦੇ ਵੀ ਆਪਸ਼ਨ ਇਦਾਂ ਨਹੀਂ ਆਊਗੀ ਕੰਟਰੋਲ ਸ਼ਿਫਟ ਸੀ ਤੇ ਸ਼ਿਫਟ ਕੰਟਰੋਲ ਸੀ। ਠੀਕ ਹੈ, ਕਦੇ ਨਹੀਂ ਆਏਗੀ, ਕਿਉਂਕਿ ਉਹਨਾਂ ਨੂੰ ਪਤਾ ਹੈ, ਕਿਉਂਕਿ ਦੋਨੇ ਚੀਜ਼ਾਂ ਵਰਕ ਕਰਦੀਆਂ ਨੇ। ਤਾਂ ਨੈਕਸਟ ਆਪਾਂ ਗੱਲ ਕਰਦੇ ਹਾਂ ਜੀ, ਕਹਿੰਦਾ ਜੀ MS ਪਾਵਰ ਪੁਆਇੰਟ 2019 ਦੇ ਵਿੱਚ ਕਹਿੰਦਾ ਕਿਹੜੀ ਸ਼ਾਰਟਕਟ ਕੀ ਸਿਲੈਕਸ਼ਨ ਪੇਨ ਦੇ ਵਿੱਚ ਇੱਕ ਸਿਲੈਕਟਡ ਆਈਟਮ ਬੈਕਵਰਡ ਮੂਵ ਕਰਨ ਲਈ ਵਰਤੀ ਜਾਂਦੀ ਹੈ। ਬਹੁਤ ਹੀ ਹਾਈ ਲੈਵਲ ਦਾ ਕੁਐਸਚਨ। ਫਾਰਵਰਡ ਪੁੱਛੂਗਾ, ਫਾਰਵਰਡ ਵੀ ਪੁੱਛ ਸਕਦਾ, ਇੱਥੇ ਬੈਕਵਰਡ ਪੁੱਛਿਆ ਰਾਜੇ, ਕਈ ਪੇਪਰਾਂ 'ਚ ਫਾਰਵਰਡ ਪੁੱਛਿਆ, ਤਾਂ ਫਾਰਵਰਡ ਦੀ ਮੈਂ ਦੱਸ ਦਿੰਦਾ ਰਾਜੇ। ਫਾਰਵਰਡ ਕਰਨ ਵਾਸਤੇ ਕੀ ਹੁੰਦਾ, ਫਾਰਵਰਡ ਕਰਨ ਵਾਸਤੇ ਜਿਹੜਾ ਬਿਲਕੁਲ ਸੇਮ ਹੈ ਕੰਟਰੋਲ ਸ਼ਿਫਟ ਨੱਪ ਲਓ ਪਲੱਸ ਕੀ ਨੱਪ ਲਓ F ਨੱਪ ਲਓ, F ਫॉर ਫਾਰਵਰਡ, B ਫॉर ਬੈਕਵਰਡ। ਠੀਕ ਹੈ, ਐਕਚੁਅਲ 'ਚ ਹੁੰਦਾ ਕੀ ਆ ਹੁਣ। ਠੀਕ ਹੈ, ਇਹਨੂੰ ਵੀ ਆਪਾਂ ਪ੍ਰੈਕਟੀਕਲ ਸਮਝਣਾ ਪਊਗਾ, ਇਸ ਤਰ੍ਹਾਂ ਸਮਝ ਨਹੀਂ ਆਊਗਾ। ਹੁਣ ਹੁੰਦਾ ਕੀ ਹੈ ਰਾਜੇ, ਆਪਣੇ ਕੋਲੇ ਨਾ ਆਬਜੈਕਟ ਹੁੰਦੇ ਨੇ। ਆਬਜੈਕਟ ਦਾ ਮਤਲਬ ਕੀ ਹੈ ਕਿ ਆਪਾਂ ਕੋਈ ਸ਼ੇਪ ਲੈ ਰਹੇ ਹਾਂ। ਹੁਣ ਦੇਖੋ ਜਿਹੜੀ ਸ਼ੇਪ ਮੈਂ ਪਹਿਲਾਂ ਲਈ ਹੈ ਰਾਜੇ, ਉਹ ਮਤਲਬ ਕਿ ਮੈਂ ਇਨਸਰਟ ਕਰ ਰਿਹਾ, ਮਤਲਬ ਕਿ ਦੋ ਸ਼ੇਪ ਇਨਸਰਟ ਕਰ ਰਿਹਾ। ਮੈਂ ਟ੍ਰਾਇੰਗਲ ਪਹਿਲਾਂ ਕਰ ਲਿਆ, ਠੀਕ ਹੈ, ਇਹ ਮੈਂ ਬਾਅਦ ਚ ਕਰ ਲਿਆ ਜਾਂ ਕੋਈ ਪਹਿਲਾਂ ਕਰ ਲਿਆ। ਤਾਂ ਹੁਣ ਦੇਖੋ ਤੁਸੀਂ ਧਿਆਨ ਦੇ ਨਾਲ ਟ੍ਰਾਇੰਗਲ ਨੂੰ ਮੈਂ ਇਹਦੇ ਉੱਪਰ ਲੈ ਕੇ ਜਾਊਂਗਾ ਸਮਾਈਲੀ ਦੇ ਉੱਪਰ, ਤਾਂ ਸਮਾਈਲੀ ਕੀ ਹੋ ਗਿਆ ਪਿੱਛੇ ਲੁਕ ਗਿਆ, ਪਿੱਛੇ ਲੁਕ ਗਿਆ, ਜਾਂ ਪਾਏ ਕਹਿ ਸਕਦੇ ਹਾਂ। ਹੁਣ ਮੈਂ ਸਮਾਈਲੀ ਨੂੰ ਟ੍ਰਾਇੰਗਲ ਦੇ ਵਿੱਚ ਲੈ ਕੇ ਜਾਊਂਗਾ ਤਾਂ ਸਮਾਈਲੀ ਪਿੱਛੇ ਲੁਕ ਗਿਆ, ਬਟ ਮੈਂ ਚਾਹੁੰਦਾ ਵੀ ਸਮਾਈਲੀ ਉੱਪਰ ਆਵੇ ਤੇ ਟ੍ਰਾਇੰਗਲ ਪਿੱਛੇ ਆਵੇ। ਤਾਂ ਇਹਨੂੰ ਕਹਿੰਦੇ ਹੁੰਦੇ ਆ ਵੀ ਬੈਕਵਰਡ ਕਰਨਾ, ਫਾਰਵਰਡ ਕਰਨਾ, ਕਿਹਨੂੰ ਆਬਜੈਕਟ ਨੂੰ। ਪਰ ਇਹ ਹੁਣ ਆਬਜੈਕਟ ਬੈਕਵਰਡ ਤੇ ਇਹ ਕਿਵੇਂ ਹੋਊਗਾ ਰਾਜੇ, ਤਾਂ ਇਹ ਹਮੇਸ਼ਾ ਕਿੱਥੇ ਹੁੰਦਾ ਰਾਜੇ, ਇੱਕ ਸਿਲੈਕਸ਼ਨ ਪੇਨ ਦੇ ਵਿੱਚ ਹੁੰਦਾ। ਸਿਲੈਕਸ਼ਨ ਪੇਨ ਕੀ ਹੁੰਦਾ ਰਾਜੇ, ਹੋਮ ਦੇ ਵਿੱਚ ਜਾ ਕੇ ਆਪਾਂ ਸਿਲੈਕਸ਼ਨ ਪੇਨ ਦੇ ਵਿੱਚ ਜਾ ਸਕਦੇ ਆ। ਤਾਂ ਇੱਥੇ ਸਿਲੈਕਸ਼ਨ ਪੇਨ ਹੁੰਦਾ, ਤੁਹਾਨੂੰ ਮੈਂ ਦਿਖਾ ਦਿੰਦਾ, ਆ ਰਿਹਾ। ਠੀਕ ਹੈ, ਸਿਲੈਕਸ਼ਨ ਪੇਨ ਆਪਣੇ ਕੋਲ ਖੁੱਲ ਗਿਆ। ਤਾਂ ਸਿਲੈਕਸ਼ਨ ਪੇਨ ਦੇ ਵਿੱਚ ਕੀ ਆ ਕਿ ਮੈਂ ਜਾਂ ਤਾਂ ਇਹਨੂੰ ਕੀ ਕਰ ਦਿੰਦਾ ਮੈਨੂਅਲੀ ਕਰ ਸਕਦਾ। ਦੇਖੋ ਸਮਾਈਲੀ ਜਿਹੜਾ ਹੈਗਾ, ਮੈਂ ਅਗਰ ਇਹਨੂੰ ਇੱਥੇ ਉੱਪਰ ਕਰ ਦੂੰਗਾ ਤੁਹਾਨੂੰ ਸਮਾਈਲੀ ਕੀ ਹੋ ਜਾਊਗਾ, ਮੇਰਾ ਉੱਪਰ ਹੋ ਜਾਊਗਾ। ਦੇਖੋ ਹੋ ਗਿਆ ਨਾ ਉੱਪਰ।
ਤਾਂ ਸਮਾਈਲੀ ਮੇਰਾ ਉੱਪਰ ਆ ਗਿਆ ਤੇ ਜਿਹੜੀ ਮੇਰੀ ਟ੍ਰਾਇੰਗਲ ਹੈਗੀ ਉਹ ਪਿੱਛੇ ਚਲੀ ਗਈ। ਜਾਂ ਤਾਂ ਮੈਂ ਇਸ ਤਰ੍ਹਾਂ ਕਰ ਸਕਦਾ, ਬਟ ਮੈਂ ਇਹਨੂੰ ਨਾਰਮਲੀ ਜੇ ਮੈਂ ਇਹਨੂੰ ਸ਼ਾਰਟਕਟ ਕੀ ਦੇ ਨਾਲ ਕਰਨਾ, ਇਹਨੂੰ ਉੱਪਰ ਕਰਨਾ ਹੈ ਜਾਂ ਇਹਨੂੰ ਨੀਚੇ ਕਰਨਾ, ਤਾਂ ਉਹਦੇ ਵਾਸਤੇ ਜਿਹੜੀ ਸ਼ਾਰਟਕਟ ਕੀ ਹੈਗੀ ਹੈ ਰਾਜੇ, ਬੈਕਵਰਡ ਕਰਨ ਵਾਸਤੇ ਕੀ ਹੈ ਕੰਟਰੋਲ ਸ਼ਿਫਟ B ਹੈ, ਫਾਰਵਰਡ ਕਰਨ ਵਾਸਤੇ ਕੰਟਰੋਲ ਸ਼ਿਫਟ F ਹੈ। ਤਾਂ ਇਹਨੂੰ ਮੈਂ ਆਪਣੇ ਆਪ ਵੀ ਬੈਕਵਰਡ ਕਰ ਸਕਦਾ ਹਾਂ, ਠੀਕ ਹੈ, ਇਹਨੂੰ ਮੈਂ ਪਿੱਛੇ ਲਿਜਾ ਸਕਦਾ, ਇਹ ਮੇਰੀ ਮਰਜ਼ੀ ਹੈ। ਹਾਈਡ ਵੀ ਕਰ ਸਕਦੇ ਹਾਂ ਆਪਾਂ, ਦੇਖੋ ਹਾਈਡ ਕਰਤਾ, ਅਨਹਾਈਡ ਕਰਤਾ, ਠੀਕ ਹੈ। ਹੁਣ ਇਹਨੂੰ ਉੱਪਰ ਨੀਚੇ ਲੈ ਕੇ ਆਉਣਾ ਤਾਂ ਆਪਾਂ ਕਿਸੇ ਨੂੰ ਉੱਪਰ ਨੀਚੇ ਲਿਆ ਸਕਦੇ ਹਾਂ। ਤਾਂ ਇਹ ਚੀਜ਼ਾਂ ਹੁੰਦੀਆਂ ਨੇ ਰਾਜੇ, ਇਹਨੂੰ ਕਹਿ ਦਿੰਦੇ ਆ ਸਿਲੈਕਸ਼ਨ ਪੇਨ, ਠੀਕ ਹੈ। ਤਾਂ ਇਹ ਆਬਜੈਕਟ ਹੁੰਦੇ ਆ, ਆਬਜੈਕਟ ਦੇ ਉੱਪਰ ਕੰਮ ਕਰਨ ਵਾਸਤੇ ਵਰਤਦੇ ਆ ਆਪਾਂ। ਦੋਨੇ ਯਾਦ ਰੱਖ ਲਿਓ ਰਾਜੇ, ਬੈਕਵਰਡ ਤੇ ਫਾਰਵਰਡ ਦੀ ਜਿਹੜੀ ਸ਼ਾਰਟਕਟ ਕੀ ਹੈਗੀ ਹੈ ਤੁਹਾਨੂੰ ਮੈਂ ਦੱਸਤੀ, ਕੰਟਰੋਲ ਸ਼ਿਫਟ B ਬੈਕਵਰਡ ਵਾਸਤੇ ਤੇ ਕੰਟਰੋਲ ਸ਼ਿਫਟ F ਫਾਰਵਰਡ ਵਾਸਤੇ। ਅੱਗੇ ਕਹਿੰਦਾ ਜੀ ਫਲੈਸ਼ ਡਰਾਈਵ ਨੂੰ ਡੈਸ਼ ਵੀ ਕਿਹਾ ਜਾਂਦਾ ਰਾਜੇ, ਤਾਂ ਪੈਨ ਡਰਾਈਵ ਨੂੰ ਰਾਜੇ ਫਲੈਸ਼ ਡਰਾਈਵ ਕਹਿੰਦੇ ਆ। ਹੁਣ ਫਲੈਸ਼ ਡਰਾਈਵ ਬੇਸਿਕਲੀ ਹੁੰਦੀ ਕੀ ਹੈ ਤੁਹਾਨੂੰ ਮੈਂ ਦੱਸ ਦਿੰਦਾ। ਸਭ ਤੋਂ ਅੱਜ ਕੱਲ੍ਹ ਜਿੰਨੀ ਵੀ ਫਾਸਟ ਮੈਮਰੀ ਚੱਲ ਰਹੀ ਹੈ ਰਾਜੇ, ਉਹ ਸਾਰੀਆਂ ਫਲੈਸ਼ ਮੈਮਰੀਜ਼ ਆ ਰਹੀਆਂ ਨੇ। ਹੁਣ ਤੁਸੀਂ ਦੇਖਿਆ ਹੋਊਗਾ ਨਵੇਂ ਲੈਪਟਾਪ ਆ ਰਹੇ ਆ, ਉਹ ਪੁਰਾਣੇ ਲੈਪਟਾਪ ਦੇ ਮੁਕਾਬਲੇ ਕੀ ਹੈ ਰਾਜੇ, ਜਲਦੀ ਸਟਾਰਟ ਹੋ ਜਾਂਦੇ ਆ ਕਿਉਂਕਿ ਉਹ 'ਚ ਫਲੈਸ਼ ਮੈਮਰੀ ਯੂਜ਼ ਕੀਤੀ ਗਈ ਹੈ। ਪਹਿਲਾਂ ਆਪਾਂ ਜਿਹੜੀ ਯੂਜ਼ ਕਰਦੇ ਸੀ ਰਾਜੇ, ਹਾਰਡ ਡਿਸਕ ਡਰਾਈਵ ਯੂਜ਼ ਕਰਦੇ ਸੀ, ਜਿਹਨੂੰ ਆਪਾਂ HDD ਬੋਲਦੇ ਹਾਂ। ਜਿਹੜੀ ਹਾਰਡ ਡਿਸਕ ਡਰਾਈਵ ਹੈ ਰਾਜੇ, ਕੀ ਇੱਕ ਮੈਗਨੈਟਿਕ ਡਿਸਕ ਹੈ। ਕਿਹੜੀ ਹੈ ਇੱਕ ਰਾਜੇ, ਇੱਕ ਮੈਗਨੈਟਿਕ ਮੀਡੀਅਮ ਹੈ ਜਾਂ ਮੈਗਨੈਟਿਕ ਡਿਸਕ ਹੈ, ਠੀਕ ਹੈ। ਚਾਹੇ ਮੈਂ ਫਲੋਪੀ ਡਿਸਕ ਡਰਾਈਵ ਦੀ ਗੱਲ ਕਰ ਲਵਾਂ, ਇਹ ਵੀ ਇੱਕ ਮੈਗਨੈਟਿਕ ਡਿਸਕ ਹੈ। ਬਟ ਹਾਰਡ ਡਿਸਕ ਨੂੰ ਰਿਪਲੇਸ ਕਿਹਨੇ ਕਰਤਾ, ਹੁਣੇ ਰਿਪਲੇਸ ਕੀਤਾ SSD ਨੇ, ਠੀਕ ਹੈ। ਹੁਣ ਇੱਥੇ ਜੇ SSD ਲਿਖਿਆ ਹੁੰਦਾ ਤਾਂ ਆਂਸਰ ਦੋਨੇ ਆਉਣਾ ਸੀਗਾ, ਪੈਨ ਡਰਾਈਵ ਤੇ SSD, ਬਟ ਇੱਥੇ SDD ਲਿਖਿਆ ਹੈ। ਤਾਂ SSD ਕੀ ਹੈ ਰਾਜੇ, ਸੋਲਿਡ ਸਟੇਟ ਡਰਾਈਵ। ਇਹ ਕੁਐਸਚਨ ਕੋਆਪਰੇਟਿਵ ਬੈਂਕ 'ਚ ਪੁੱਛਿਆ ਗਿਆ ਸੀਗਾ, ਸੋਲਿਡ ਸਟੇਟ ਡਰਾਈਵ, ਠੀਕ ਹੈ। ਇੱਕ ਨਵੀਂ ਹੈ, ਹਾਰਡ ਡਿਸਕ ਨੂੰ ਰਿਮੂਵ ਕਰਕੇ ਇਹਦੀ ਇੱਕ ਤਾਂ ਸ਼ੇਪ ਵੀ ਛੋਟੀ ਹੈ, ਇੱਕ ਫਾਸਟ ਹੈ, ਕਿਉਂਕਿ ਇਹਦੇ ਵਿੱਚ ਕੀ ਹੈ ਫਲੈਸ਼ ਮੈਮਰੀ ਵਰਤੀ ਗਈ ਹੈ। ਤਾਂ ਫਲੈਸ਼ ਮੈਮਰੀ ਕੀ ਹੁੰਦੀ ਹੈ, ਐਜ਼ ਕੰਪੈਰੀਜ਼ਨ ਟੂ ਆਪਟੀਕਲ ਮੈਗਨੈਟਿਕ ਤੇ ਹੋਰ ਮੀਡੀਅਮ ਦੇ ਨਾਲੋਂ ਕੀ ਹੁੰਦੀ ਹੈ, ਫਾਸਟ ਹੁੰਦੀ ਹੈ। ਤਾਂ ਚਲੋ ਤੁਹਾਨੂੰ ਮੈਂ ਦੱਸਦਾ ਰਾਜੇ ਇਹਦੇ ਬਾਰੇ। ਹੁਣ ਜੇ ਮੈਂ ਗੱਲ ਕਰਾਂ ਰਾਜੇ ਆਪਟੀਕਲ ਦੀ, ਆਪਟੀਕਲ ਦੇ ਵਿੱਚ ਹਮੇਸ਼ਾ ਲਾਈਟ ਸੋਰਸ ਯੂਜ਼ ਕੀਤਾ ਜਾਂਦਾ, ਲਾਈਕ ਲੇਜ਼ਰ ਬੀਮ। ਹੁਣ ਤੁਸੀਂ CD ਦੀ ਗੱਲ ਕਰ ਲਓ, DVD ਦੀ ਗੱਲ ਕਰ ਲਓ, ਬਲੂ ਰੇ ਡਿਸਕ ਦੀ ਗੱਲ ਕਰ ਲਓ, ਉਹਦੇ ਵਿੱਚ ਕੀ ਹੈ ਇੱਕ ਮਤਲਬ ਜਿਹੜਾ ਮੀਡੀਅਮ ਹੁੰਦਾ ਰਾਜੇ, ਉਹ ਕੀ ਹੁੰਦਾ ਇੱਕ ਲਾਈਟ ਮੀਡੀਅਮ ਹੁੰਦਾ, ਤਾਂ ਇਹਨੂੰ ਆਪਟੀਕਲ ਡਿਵਾਈਸ ਕਹਿੰਦੇ ਆ। ਹੁਣ ਜੇ ਮੈਂ ਗੱਲ ਕਰਾਂ ਰਾਜੇ ਮੈਗਨੈਟਿਕ ਦੀ, ਮੈਗਨੈਟਿਕ ਦੇ ਵਿੱਚ ਮੈਗਨੈਟਿਕ ਮੀਡੀਅਮ ਯੂਜ਼ ਹੁੰਦਾ, ਲਾਈਕ ਜਿਵੇਂ ਹਾਰਡ ਡਿਸਕ ਦੀ ਗੱਲ ਕਰ ਲਓ, ਫਲੋਪੀ ਦੀ ਗੱਲ ਕਰ ਲਓ, ਇਹਦੇ ਵਿੱਚ ਮੈਗਨੈਟਿਕ ਮੀਡੀਅਮ ਸੀਗਾ। ਬਟ ਹੁਣ ਜਿਹੜਾ ਲੇਟੈਸਟ ਆ ਗਿਆ ਆਪਣੇ ਕੋਲੇ, ਲਾਈਕ ਪੈਨ ਡਰਾਈਵ ਹੋ ਗਈ ਤੁਹਾਡੀ, SSD ਦੀ ਤੁਹਾਨੂੰ ਦਿਖਾ ਦਿੰਦਾ ਮੈਂ। SSD ਦੀ ਸ਼ਕਲ ਆ ਦੇਖੋ, ਛੋਟੀ ਜੀ ਹੁੰਦੀ ਹੈ SSD, ਤਾਂ ਇਹ ਲੈਪਟਾਪ ਦੇ ਵਿੱਚ ਪਾਈ ਜਾਂਦੀ ਹੈ ਰਾਜੇ। ਤਾਂ ਇਹ ਸਾਰੇ ਕੀ ਨੇ, ਇੱਕ ਤਰ੍ਹਾਂ ਦੀਆਂ ਫਲੈਸ਼ ਮੈਮਰੀਜ਼ ਨੇ, ਠੀਕ ਹੈ, ਇਹ ਯਾਦ ਰੱਖ ਲਿਓ। ਤੇ ਪੈਨ ਡਰਾਈਵ ਤਾਂ ਹੈ ਹੀ ਫਲੈਸ਼ ਮੈਮਰੀ ਹੈ, ਸਭ ਤੋਂ ਪਹਿਲਾਂ ਫਲੈਸ਼ ਮੈਮਰੀ ਦੇ ਵਿੱਚ ਪੈਨ ਡਰਾਈਵ ਹੀ ਆਈ ਸੀਗੀ। ਤੁਸੀਂ ਵੈਸੇ ਵੀ ਦੇਖਿਆ ਹੋਊਗਾ ਪੈਨ ਡਰਾਈਵ 'ਚ ਅਗਰ ਆਪਾਂ ਕੋਈ ਡਾਟਾ ਮੂਵ ਕਰਾਈਏ ਫਾਸਟ ਹੁੰਦਾ ਐਜ਼ ਕੰਪੈਰੀਜ਼ਨ ਟੂ ਅਗਰ ਆਪਾਂ ਕਿਸੇ CD ਦੇ ਵਿੱਚ ਕਰਦੇ ਹਾਂ, DVD ਦੇ ਵਿੱਚ ਕਰਦੇ ਹਾਂ ਜਾਂ ਹਾਰਡ ਡਿਸਕ ਦੇ ਵਿੱਚ ਕਰਦੇ ਹਾਂ। ਤਾਂ ਆਈ ਹੋਪ ਤੁਹਾਨੂੰ ਸਮਝ ਆ ਗਿਆ ਹੋਊਗਾ ਰਾਜੇ ਇਸ ਕੁਐਸਚਨ ਦਾ ਆਨਸਰ। ਨੈਕਸਟ ਗੱਲ ਕਰਦੇ ਹਾਂ ਜੀ, ਕਹਿੰਦਾ MS ਐਕਸਲ ਦੇ ਵਿੱਚ ਕਿਹੜੀ ਸ਼ਾਰਟਕਟ ਕੀ ਹੈ ਜਿਹੜੀ ਕਿ ਲਿੰਕ ਇਨਸਰਟ ਕਰਨ ਵਾਸਤੇ ਵਰਤੀ ਜਾਂਦੀ ਹੈ। ਲਿੰਕ ਕੀ ਹੁੰਦਾ ਰਾਜੇ, ਮੰਨ ਲਓ ਕਿਸੇ ਇੱਕ ਚੀਜ਼ ਦੇ ਨਾਲ ਆਪਾਂ ਦੂਜੀ ਚੀਜ਼ ਨੂੰ ਕੀ ਕਰਦੇ ਹਾਂ, ਲਿੰਕ ਕਰਦੇ ਹਾਂ ਕਿ ਉੱਤੇ ਕਲਿੱਕ ਕਰੀਏ ਕੋਈ ਹੋਰ ਫਾਈਲ ਖੁੱਲ ਜੇ। ਤਾਂ ਸ਼ਾਰਟਕਟ ਕੀ ਹੁੰਦੀ ਹੈ ਰਾਜੇ, ਜਾਂ ਤਾਂ ਉਹਨੂੰ ਇਨਸਰਟ ਦੇ ਵਿੱਚ ਜਾ ਕੇ ਆਪਾਂ ਇਨਸਰਟ ਦੇ ਵਿੱਚ ਜਾ ਕੇ ਕੀ ਕਰ ਸਕਦੇ ਹਾਂ, ਇਨਸਰਟ ਆਪਸ਼ਨ ਦੇ ਵਿੱਚ ਜਾ ਕੇ ਆਪਾਂ ਕੀ ਕਰ ਸਕਦੇ ਹਾਂ, ਲਿੰਕ ਦੇ ਉੱਪਰ ਕਲਿੱਕ ਕਰਾਂਗੇ ਤਾਂ ਹੋ ਜਾਊਗਾ। ਅਦਰਵਾਈਜ਼ ਸ਼ਾਰਟਕਟ ਕੀ ਹੁੰਦੀ ਹੈ, Ctrl+K, ਚਾਹੇ ਵਰਡ ਦੀ ਗੱਲ ਕਰ ਲਓ, ਜਿਹਦੀ ਵੀ ਮਰਜ਼ੀ ਗੱਲ ਕਰ ਲਓ, ਠੀਕ ਹੈ। ਚਲੋ ਤੁਹਾਨੂੰ ਮੈਂ ਕਰਕੇ ਵੀ ਦਿਖਾ ਦਿੰਦਾ ਵਰਡ ਦੇ ਵਿੱਚ। ਸਪੋਜ਼ ਐਂ ਕਹਿ ਲਓ, ਹੁਣ ਜਿਵੇਂ ਮੰਨ ਲਓ ਆ ਵਰਡ ਦੇ ਵਿੱਚ ਆਪਾਂ ਵਰਡ ਦੇ ਵਿੱਚ ਬੈਠੇ ਆ, ਮੰਨ ਲਓ ਮੈਂ ਥੱਲੇ ਲਿਖ ਦੇਣਾ ਇੱਥੇ ਕਲਿੱਕ, ਠੀਕ ਹੈ। ਇਹਨੂੰ ਮੈਂ ਕੀ ਕਰਨਾ, ਲਿੰਕ ਜਨਰੇਟ ਕਰਨਾ। ਤਾਂ ਲਿੰਕ ਜਨਰੇਟ ਕਰਨ ਵਾਸਤੇ ਮੈਂ ਕੀ ਕਰੂੰਗਾ ਰਾਜੇ, ਇਹਨੂੰ ਸਿਲੈਕਟ ਕਰ ਲੂੰਗਾ ਤੇ ਮੈਂ ਇਨਸਰਟ ਦੇ ਵਿੱਚ ਜਾਊਂਗਾ। ਇਨਸਰਟ ਦੇ ਵਿੱਚ ਜਾ ਕੇ ਰਾਜੇ ਮੈਂ ਲਿੰਕ ਤੇ ਕਲਿੱਕ ਕਰ ਸਕਦਾ। ਜੇ ਲਿੰਕ ਤੇ ਨਹੀਂ ਕਲਿੱਕ ਕਰੋਗੇ ਤਾਂ ਦੇਖੋ ਹਾਈਪਰ ਲਿੰਕ ਕਹਿ ਲਓ ਜਾਂ ਲਿੰਕ ਕਹਿ ਲਓ, ਦੇਖੋ ਨਾਲ ਦੀ ਨਾਲ ਇਹਦੀ ਸ਼ਾਰਟਕਟ ਕੀ ਬਣੀ ਆ ਰਹੀ ਹੈ, ਦੇਖੋ ਆਪਣੇ ਆਪ Ctrl+K। ਜਦੋਂ ਮੈਂ ਇੱਥੇ ਕਲਿੱਕ ਕਰੂੰਗਾ ਰਾਜੇ, ਇਹ ਮੈਨੂੰ ਪੁੱਛੂਗਾ ਵੀ ਤੁਸੀਂ ਇਹਦੇ ਨਾਲ ਕੀ ਲਿੰਕ ਕਰਨਾ ਚਾਹੁੰਦੇ ਆ। ਤਾਂ ਆਪਾਂ ਕੁਝ ਵੀ ਲਿੰਕ ਕਰ ਦਿੰਦੇ ਆ, ਲਾਈਕ ਕੋਈ ਫੋਟੋ ਪਈ ਹੋਵੇ ਆਪਣੇ ਕੋਲੇ, ਕੋਈ ਸਪੋਜ਼ ਆਪਾਂ ਕਹਿ ਦਿੰਦੇ ਆ PPSC ਸੀਨੀਅਰ ਅਸਿਸਟੈਂਟ ਦਾ ਕੋਈ ਆਪਾਂ ਐਂ ਕਹਿ ਦਿੰਦੇ ਆ PDF ਇਹਦੇ ਨਾਲ ਲਿੰਕ ਕਰ ਦਿੰਦੇ ਆ। ਜਦੋਂ ਮੈਂ ਇੱਥੇ ਓਕੇ ਕੀਤਾ ਤਾਂ ਇਹਦੇ ਨਾਲ ਲਿੰਕ ਹੋ ਗਿਆ। ਹੁਣ ਲਿੰਕ ਦਾ ਇੱਕ ਤਾਂ ਕਲਰ ਚੇਂਜ ਹੋ ਜਾਂਦਾ ਜਦੋਂ ਇਹਦੇ ਨਾਲ ਕੋਈ ਚੀਜ਼ ਲਿੰਕ ਹੋਵੇ, ਤੇ ਨਾਲ ਆਪਣੇ ਕੋਲ ਕੀ ਆ ਜਾਂਦਾ, ਜਦੋਂ ਮੈਂ ਕੰਟਰੋਲ ਨੱਪੂੰਗਾ ਤਾਂ ਮੇਰੇ ਕੋਲ ਦੇਖੋ ਹੈਂਡ ਕੀ ਚੇਂਜ ਹੋ ਗਿਆ, ਦੇਖੋ ਐਰੋ ਦੀ ਜਗ੍ਹਾ ਤੇ ਕੀ ਹੋ ਗਿਆ, ਹੈਂਡ ਹੋ ਗਿਆ। ਜਦੋਂ ਮੈਂ ਇੱਥੇ ਕਲਿੱਕ ਕਰੂੰਗਾ ਰਾਜੇ ਤਾਂ ਇਹਦੇ ਨਾਲ ਜਿਹੜਾ ਵੀ ਡਾਕੂਮੈਂਟ ਹੋਊਗਾ ਉਹ ਕੀ ਹੋ ਜਾਊਗਾ, ਓਪਨ ਹੋ ਜਾਊਗਾ। ਤੇ ਇਹਦੇ ਨਾਲ ਮੈਂ ਕੀ ਕੀਤਾ ਸੀਗਾ ਰਾਜੇ, ਸੀਨੀਅਰ ਅਸਿਸਟੈਂਟ ਦੀ ਜਿਹੜੀ ਪੋਸਟ ਆਈ ਸੀ ਉਹਦਾ PDF ਲਿੰਕ ਕੀਤਾ ਸੀਗਾ। ਤਾਂ ਇਹਨੂੰ ਕਹਿ ਦਿੰਦੇ ਆ ਜੀ ਹਾਈਪਰ ਲਿੰਕ। ਤੁਸੀਂ ਕੁਝ ਵੀ ਕਰ ਸਕਦੇ ਹੋ, ਕੋਈ ਪਿਕਚਰ ਕਰ ਸਕਦੇ ਹੋ, ਦੋ ਪਿਕਚਰ ਨੂੰ ਵੀ ਕਰ ਸਕਦੇ ਹੋ ਆਪਸ ਵਿੱਚ, ਕੋਈ ਵੀ ਲਿੰਕ ਜਨਰੇਟ ਕਰ ਸਕਦੇ ਹੋ, ਮੇਰਾ ਕਹਿਣ ਦਾ ਮਤਲਬ। ਤੇ ਲਿੰਕ ਦੀ ਜਿਹੜੇ ਹਾਈਪਰ ਲਿੰਕ ਕਹਿ ਲਓ ਜਾਂ ਲਿੰਕ ਕਹਿ ਲਓ, ਸ਼ਾਰਟਕਟ ਕੀ ਹੁੰਦੀ ਹੈ, Ctrl+K। ਨੈਕਸਟ ਅਗਰ ਆਪਾਂ ਗੱਲ ਕਰੀਏ ਰਾਜੇ, ਕਹਿੰਦਾ ਸਥਾਨਕ ਟੈਲੀਫੋਨ ਸੰਚਾਰ ਅਤੇ ਛੋਟੀ ਦੂਰੀ ਲਈ ਕਿਹੜਾ ਡਾਟਾ ਟਰਾਂਸਮਿਸ਼ਨ ਦੀ ਵਰਤੋਂ ਕੀਤੀ ਜਾਂਦੀ ਹੈ। ਇੱਕ ਛੋਟਾ ਜਿਹਾ ਟੌਪਿਕ ਹੈ, ਆਈ ਥਿੰਕ ਸ਼ਾਇਦ ਮੈਂ ਨਹੀਂ ਕਰਵਾਇਆ ਹੋਇਆ ਰਾਜੇ। ਇਹਦੇ ਵਿੱਚ ਕੀ ਹੁੰਦਾ, ਜਿਵੇਂ ਵਾਇਰਡ ਤੇ ਵਾਇਰਲੈਸ ਮੀਡੀਆ ਹੁੰਦਾ ਹੈ, ਜਿਵੇਂ ਕੋਐਕਸਲ ਕੇਬਲ ਹੋ ਗਈ, ਟਵਿਸਟਡ ਪੇਅਰ ਹੋ ਗਈ ਆਪਣੀ, ਠੀਕ ਹੈ, ਤੇ ਇੱਕ ਫਾਈਬਰ ਆਪਟਿਕ ਕੇਬਲ ਹੋ ਗਈ, ਜਾਂ ਰੇਡੀਓ ਵੇਵ ਹੋ ਗਈਆਂ, ਇਨਫਰਾਰੈਡ ਵੇਵਸ ਹੋ ਗਈਆਂ, ਇਹ ਰੇਡੀਓ ਲਿੰਕ ਹੋ ਗਏ, ਇਹ ਸਾਰੇ ਪੁੱਛੇ ਜਾਂਦੇ ਹੁੰਦੇ ਆ। ਇਹ ਮੈਂ ਕਰਵਾ ਦੂੰਗਾ ਸਬ ਇੰਸਪੈਕਟਰ ਪੇਪਰ ਤੋਂ ਪਹਿਲਾਂ ਤੁਹਾਨੂੰ ਫ੍ਰੀ ਆਫ ਕਾਸਟ ਆਪਣੇ YouTube ਤੇ। ਬੇਸਿਕਲੀ ਜਿੱਥੇ
ਆਪਾਂ ਘੱਟ ਦੂਰੀ ਦੇ ਵਿੱਚ ਕੋਈ ਡਾਟਾ ਭੇਜਣਾ ਹੋਵੇ, ਸਪੋਜ਼ ਜਿਵੇਂ ਹੁਣ ਤੁਸੀਂ ਕੀ ਕਰਦੇ ਹੋ, ਜਿਵੇਂ ਟੈਲੀਫੋਨ ਸਿਸਟਮ ਹੈ, ਟੈਲੀਫੋਨ ਸਿਸਟਮ ਕੀ ਹੈ, ਜਿਵੇਂ ਮੰਨ ਲਓ ਜਾਂ ਕੇਬਲ ਟੀਵੀ ਨੈਟਵਰਕ ਸਿਸਟਮ ਹੈ, ਇੱਕ ਸਿਟੀ ਦੇ ਵਿੱਚ ਹੀ ਹੋ ਸਕਦਾ ਹੈ। ਤਾਂ ਤੁਹਾਨੂੰ ਪਤਾ ਵੀ ਜਿਹੜੀਆਂ ਤਾਰਾਂ ਨੱਪੀਆਂ ਜਾਂਦੀਆਂ ਉਹ ਜ਼ਮੀਨ ਦੇ ਵਿੱਚ ਨੱਪੀਆਂ ਜਾਂਦੀਆਂ, ਹੋ ਸਕਦਾ ਵੀ ਇਹ ਟੈਲੀਫੋਨ ਸਿਸਟਮ ਦੀ ਤਾਰ ਜਾ ਰਹੀ ਹੈ, ਨਾਲ ਹੀ ਕੋਈ ਮੰਨ ਲਓ ਕਿ ਕੇਬਲ ਨੈਟਵਰਕ ਜਾ ਰਿਹਾ, ਤਾਂ ਹੋ ਸਕਦਾ ਦੋਵਾਂ ਦਾ ਕੀ ਆ ਆਪਸ ਵਿੱਚ ਕੀ ਹੋ ਜਾਣ, ਕੋਰਲੇਟ ਹੋ ਜਾਵੇ ਲਿੰਕ ਵਗੈਰਾ, ਤਾਂ ਇੱਥੇ ਡਾਟਾ ਕਰਪਟ ਹੋਣ ਦੇ ਚਾਂਸ ਹੁੰਦੇ ਆ। ਤਾਂ ਫਿਰ ਇੱਥੇ ਕਿਹੜੀ ਵਰਤੀ ਜਾਂਦੀ ਰਾਜੇ, ਟਵਿਸਟਡ ਪੇਅਰ। ਟਵਿਸਟਡ ਪੇਅਰ ਦੇ ਵਿੱਚ ਕੀ ਹੁੰਦਾ ਰਾਜੇ, ਜਿਹੜੀ ਉਹ ਕੇਬਲ ਦੀ ਇੰਟਰਨਲ ਸਟਰਕਚਰ ਹੁੰਦੀ ਹੈ ਉਹ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਉਹ ਟਵਿਸਟ ਕੀਤੀ ਹੁੰਦੀ ਹੈ। ਟਵਿਸਟ ਤਾਂ ਕਰਦੇ ਆ ਵੀ ਜਿਹੜਾ ਡਾਟਾ ਹੈਗਾ ਉਹ ਆਪਸ ਵਿੱਚ ਕੀ ਹੋਵੇ, ਮਤਲਬ ਕਿ ਉਹਨਾਂ ਦੀ ਜਿਵੇਂ ਆ ਕੇਬਲ ਤੇ ਆ ਕੇਬਲ ਦਾ ਜਿਹੜਾ ਬੈਂਡਵਿਡਥ ਹੁੰਦੀ ਹੈ ਵੱਖਰੀ ਵੱਖਰੀ ਰੱਖੀ ਜਾਂਦੀ ਹੈ, ਵੀ ਦੋਵਾਂ ਦਾ ਸਿਗਨਲ ਕੀ ਹੋਵੇ ਆਪਸ ਵਿੱਚ ਕੋਰਲੇਟ ਨਾ ਕਰੇ। ਜਿਵੇਂ ਪੁਰਾਣੇ ਟਾਈਮ ਤੇ ਤੁਹਾਡੇ ਘਰਾਂ 'ਚ ਲੈਂਡਲਾਈਨ ਫੋਨ ਲੱਗੇ ਹੁੰਦੇ ਸੀ ਨਾ, ਤੁਸੀਂ ਜਿਵੇਂ ਆਹ ਲੈਂਡਲਾਈਨ ਫੋਨ ਆਉਂਦੇ ਹੁੰਦੇ ਸੀਗੇ ਡਾਇਲ ਵਾਲੇ, ਤਾਂ ਲੈਂਡਲਾਈਨ ਫੋਨ ਤੇ ਗੱਲ ਕਰਦੇ ਕਰਦੇ ਜਿਵੇਂ ਆਪਾਂ ਆਪਣੇ ਕਿਸੇ ਰਿਸ਼ਤੇਦਾਰ ਨਾਲ ਗੱਲ ਕਰਦੇ ਹਾਂ, ਵਿੱਚੋਂ ਕਿਸੇ ਹੋਰ ਦੀ ਆਵਾਜ਼ ਆਉਣੀ ਸ਼ੁਰੂ ਹੋ ਜਾਂਦੀ ਹੈ, ਠੀਕ ਹੈ, ਜਿਵੇਂ ਵਿੱਚੋਂ ਕਿਸੇ ਹੋਰ ਦੀ ਆਵਾਜ਼ ਆਉਣੀ ਸ਼ੁਰੂ ਹੋ ਜਾਂਦੀ, ਉਹਦਾ ਮਤਲਬ ਕੀ ਹੁੰਦਾ ਕਿ ਦੋ ਲਾਈਨਾਂ ਕੀ ਕਰਨੀਆਂ ਆਪਸ ਵਿੱਚ ਜੁੜ ਜਾਂਦੀਆਂ। ਤਾਂ ਇਸ ਚੀਜ਼ ਨੂੰ ਰਿਮੂਵ ਕਰਨ ਵਾਸਤੇ ਰਾਜੇ ਟਵਿਸਟਡ ਪੇਅਰ ਦੀ ਵਰਤੋਂ ਕੀਤੀ ਗਈ ਸੀ ਕਿ ਟਵਿਸਟਡ ਪੇਅਰ ਇੱਕ ਘੱਟ ਦੂਰੀ ਵਾਲੀ ਡਾਟਾ ਕੇਬਲ ਹੈ। ਜੇ ਵੱਧ ਵਾਲੀ ਪੁੱਛੂਗਾ ਤਾਂ ਕੋਐਕਸਲ ਕੇਬਲ ਹੁੰਦੀ ਹੈ, ਘੱਟ ਵਾਲੀ ਕਿਹੜੀ ਹੁੰਦੀ ਹੈ, ਟਵਿਸਟਡ ਪੇਅਰ ਹੁੰਦੀ ਹੈ। ਤੁਹਾਨੂੰ ਮੈਂ ਦਿਖਾ ਵੀ ਦਿੰਦਾ, ਆਹ ਟਵਿਸਟਡ ਪੇਅਰ ਕੇਬਲ ਹੁੰਦੀ ਹੈ ਰਾਜੇ। ਇਹਨੂੰ ਟਵਿਸਟ ਤਾਂ ਕਹਿੰਦੇ, ਟਵਿਸਟ ਦਾ ਮਤਲਬ ਹੁੰਦਾ ਮਰੋੜਨਾ, ਆਪਾਂ ਟਵਿਸਟ ਕਰ ਦਿੰਦੇ ਨਾ ਟਵਿਸਟ, ਇਹਨੂੰ ਕਹਿ ਦਿੰਦੇ ਟਵਿਸਟਡ ਪੇਅਰ ਕੇਬਲ, ਠੀਕ ਹੈ। ਤਾਂ ਇਹਦਾ ਇੰਟਰਨਲ ਸਟਰਕਚਰ ਹੈ। ਅਗਲਾ ਗੱਲ ਕਰੀਏ ਜੀ ਆਪਾਂ, ਕਹਿੰਦਾ ਜੀ ਕਲਾਇੰਟ ਸਰਵਰ ਮਾਡਲ। ਤਾਂ ਤੁਹਾਨੂੰ ਰਾਜੇ ਮੈਂ ਕਲਾਇੰਟ ਸਰਵਰ ਮਾਡਲ ਦੱਸਿਆ ਹੋਇਆ। ਕਲਾਇੰਟ ਸਰਵਰ ਮਾਡਲ ਬੇਸਿਕਲੀ ਕੀ ਹੁੰਦਾ, ਮੰਨ ਲਓ ਇੱਕ ਟੀਚਰ ਹੈ ਤੇ ਇੱਕ ਸਟੂਡੈਂਟ ਕਲਾਸ 'ਚ ਬੈਠੇ ਨੇ, 3 ਸਟੂਡੈਂਟ ਬੈਠੇ ਨੇ, ਤਾਂ ਟੀਚਰ ਪੜ੍ਹਾ ਰਿਹਾ ਰਾਜੇ, ਸਟੂਡੈਂਟ ਕੀ ਗਾ ਸੁਣ ਰਹੇ ਆ। ਤਾਂ ਸਟੂਡੈਂਟ ਨੂੰ ਕੋਈ ਕੁਐਰੀ ਹੈ ਤਾਂ ਸਟੂਡੈਂਟ ਕੀ ਕਰੂਗਾ, ਟੀਚਰ ਨੂੰ ਕੁਐਸਚਨ ਪੁੱਛੂਗਾ, ਟੀਚਰ ਰਿਵਰਟ ਬੈਕ ਆਨਸਰ ਕਰੂਗਾ। ਤਾਂ ਸੇਮ ਰਾਜੇ ਨੈਟਵਰਕ ਦੇ ਵਿੱਚ ਕੀ ਹੈ ਕਿ ਸਰਵਰ ਕਲਾਇੰਟ ਮਾਡਲ ਹੁੰਦਾ। ਸਰਵਰ ਇੱਕ ਮੇਨ ਪੀਸੀ ਹੁੰਦਾ ਤੇ ਕਲਾਇੰਟ ਜਿਹੜੇ ਉਹਦੇ ਨਾਲ ਅਟੈਚ ਹੁੰਦੇ ਆ, ਉਹਨੂੰ ਕਹਿੰਦੇ ਆ ਸਰਵਰ ਕਲਾਇੰਟ ਮਾਡਲ। ਇਹ ਕਿਹਦੇ ਉੱਪਰ ਕੰਮ ਕਰਦਾ ਰਾਜੇ, ਦੋ ਪ੍ਰੋਟੋਕਾਲ ਤੇ ਕੰਮ ਕਰਦਾ, FTP ਤੇ ਟੈਲਨੈਟ ਤੇ। FTP ਹੁੰਦਾ ਰਾਜੇ ਫਾਈਲ ਟ੍ਰਾਂਸਫਰ ਪ੍ਰੋਟੋਕਾਲ। ਮੰਨ ਲਓ ਕੋਈ ਮੈਂ ਇੱਕ ਕੰਪਿਊਟਰ ਤੋਂ ਦੂਜੇ ਕੰਪਿਊਟਰ ਦੇ ਵਿੱਚ ਫਾਈਲ ਟ੍ਰਾਂਸਫਰ ਕਰਨੀ ਹੈ ਤਾਂ ਮੈਂ ਕਿਹੜੇ ਪ੍ਰੋਟੋਕਾਲ ਦੀ ਵਰਤੋਂ ਕਰੂੰਗਾ, FTP ਦੀ। ਟੈਲਨੈਟ ਹੁੰਦਾ ਰਾਜੇ ਟੈਲੀ ਕਮਿਊਨੀਕੇਸ਼ਨ ਨੈਟਵਰਕ ਹੁੰਦਾ, ਜਿਹਦੇ ਵਿੱਚ ਆਪਾਂ ਮੰਨ ਲਓ ਕਿਸੇ ਨਾਲ ਕੋਈ ਚੈਟਿੰਗ ਕਰਨੀ ਆ, ਸਿੰਪਲ ਆਪਾਂ ਟੈਕਸਟ ਦੇ ਥਰੂ ਚੈਟਿੰਗ ਕਰਨੀ ਹੈ, ਜਿਵੇਂ ਆਪਾਂ WhatsApp ਤੇ ਕਰਦੇ ਹਾਂ, ਹਾਏ ਹੈਲੋ ਕੀ ਹੋਰ ਬਾਈ ਕੀ ਹਾਲ ਚਾਲ ਹੈ, ਕਿਹੜਾ ਕਿਹੜਾ ਪੇਪਰ ਭਰਤਾ ਹਨਾ, ਕਿਹੜੀ ਕਿਹੜੀ ਤੇਰੀ ਜੌਬ ਲੱਗ ਗਈ, ਕਹਿੰਦਾ ਮਤਲਬ ਸਿੰਪਲ ਟੈਕਸਟ ਮੈਸੇਜ ਕਰਦੇ ਆ। ਤਾਂ ਇਹ ਦੋਵਾਂ ਦੀ ਵਰਤੋਂ ਕਰਦਾ ਰਾਜੇ ਕਲਾਇੰਟ ਸਰਵਰ ਮਾਡਲ। ਤਾਂ ਤੁਸੀਂ FTP ਦੀ ਫੁੱਲ ਫਾਰਮ ਵੀ ਯਾਦ ਰੱਖਣੀ ਹੈ ਰਾਜੇ, ਫਾਈਲ ਟ੍ਰਾਂਸਫਰ ਪ੍ਰੋਟੋਕਾਲ, ਤੇ ਟੈਲਨੈਟ ਦੀ ਯਾਦ ਰੱਖਣੀ ਹੈ ਰਾਜੇ, ਟੈਲੀ ਕਮਿਊਨੀਕੇਸ਼ਨ ਨੈਟਵਰਕ, ਠੀਕ ਹੈ। ਦੋਨਾਂ ਦੀ ਫੁੱਲ ਫਾਰਮ ਪੁੱਛੀ ਜਾਂਦੀ ਹੁੰਦੀ ਹੈ। ਨੈਕਸਟ ਚੱਲਦੇ ਆ ਜੀ ਆਪਾਂ। ਕਹਿੰਦਾ ਜੀ ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ, ਰਾਈਟ ਜਿਹੜੀ ਟਰੂ ਜਿਹੜੀ ਹੋਊਗੀ ਸਟੇਟਮੈਂਟ ਉਹ ਆਪਾਂ ਸਿਲੈਕਟ ਕਰਨੀ ਹੈ ਰਾਜੇ, VoIP, ਠੀਕ ਹੈ, ਵਾਇਸ ਓਵਰ ਇੰਟਰਨੈਟ ਪ੍ਰੋਟੋਕਾਲ। ਰਾਜੇ ਮੈਂ ਕਰਵਾਇਆ ਹੋਇਆ, ਬਹੁਤ ਜ਼ਿਆਦਾ ਇੰਪੋਰਟੈਂਟ ਹੈ ਤੁਹਾਡੇ ਸਬ ਇੰਸਪੈਕਟਰ ਹੈਡ ਕਾਂਸਟੇਬਲ ਵਾਸਤੇ। ਇਤੋਂ ਕੁਐਸਚਨ ਬਹੁਤ ਆਊਗਾ ਰਾਜੇ। ਬੇਸਿਕਲੀ ਪੁਰਾਣੇ ਟੈਲੀਫੋਨ ਸਿਸਟਮ ਨੂੰ ਯੂਜ਼ ਕਰਕੇ, ਹੁਣ ਜਿਵੇਂ ਤੁਸੀਂ ਕੀ ਕਰਦੇ ਹੋ, ਵੀਡੀਓ ਕਾਲ ਕਰਦੇ ਹੋ, ਆਡੀਓ ਕਾਲ ਕਰਦੇ ਹੋ, ਤਾਂ ਆਪਾਂ ਜਿਹੜੀ ਆਡੀਓ ਵੀਡੀਓ ਕਾਲ ਕਰਦੇ ਹਾਂ ਬੇਸਿਕਲੀ ਉਹ ਜਿਹੜਾ ਪੁਰਾਣਾ ਟੈਲੀਫੋਨ ਸਿਸਟਮ ਹੈ ਉਹਨੂੰ ਐਕਸਟੈਂਡ ਕਰਕੇ ਕਰਦੇ ਹਾਂ। ਤਾਂ VoIP ਕਿਹਦੇ ਉੱਪਰ ਬੇਸਡ ਹੈ, ਪੁਰਾਣਾ ਜਿਹੜਾ ਟੈਲੀਫੋਨ ਨੈਟਵਰਕ ਸਿਸਟਮ ਉਹਦੇ ਉੱਪਰ ਬੇਸਡ ਹੈ। ਤਾਂ ਕਹਿੰਦਾ ਜੀ ਨੈਟਵਰਕ ਇੰਟਰਫੇਸ ਕਾਰਡ, ਕਹਿੰਦਾ VoIP ਫੋਨਾਂ ਦੇ ਵਿੱਚ ਲੈਣ ਲਈ ਕਨੈਕਸ਼ਨ ਪੋਰਟ ਮੁਹੱਈਆ ਨਹੀਂ ਕਰਦਾ। ਇਹ ਗਲਤ ਹੈ, ਮੁਹੱਈਆ ਕਰਦਾ ਹੈ। ਹੁਣ ਤੁਹਾਨੂੰ ਮੈਂ ਦੱਸਦਾ, ਤੁਹਾਡੇ ਕੰਪਿਊਟਰ ਜਾਂ ਤੁਹਾਡੇ ਲੈਪਟਾਪ ਦੇ ਵਿੱਚ ਇੱਕ ਪੋਰਟ ਹੁੰਦਾ ਹੈ, ਜਿਵੇਂ ਹੁਣ ਮੰਨ ਲਓ ਤੁਸੀਂ ਇੱਕ ਤਾਂ ਵਾਇਰਲੈਸ ਯੂਜ਼ ਕਰ ਰਹੇ ਹੋ ਘਰਾਂ ਦੇ ਵਿੱਚ ਇੰਟਰਨੈਟ, ਉਹਦੇ ਵਾਸਤੇ ਤਾਂ ਆਪਣੇ ਕੋਲੇ ਵਾਈਫਾਈ ਹੈਗਾ, ਬਟ ਜੇ ਤੁਸੀਂ ਵਾਇਰਡ ਮੰਨ ਲਓ ਆ ਤੁਹਾਡੇ ਘਰੇ ਕੀ ਲੱਗਾ ਹੋਇਆ, ਮੋਡਮ ਲੱਗਾ ਹੋਇਆ, ਉੱਤੇ ਇੱਕ ਵਾਇਰ ਆਊਗੀ, ਵਾਇਰ ਨੂੰ ਤੁਸੀਂ ਆਪਣੇ CPU ਦੇ ਵਿੱਚ ਲਗਾਉਣਾ ਹੈ। ਤਾਂ ਉਹਦੇ ਵਾਸਤੇ ਤੁਹਾਨੂੰ ਕੀ ਚਾਹੀਦਾ ਰਾਜੇ, ਨੈਟਵਰਕ ਇੰਟਰਫੇਸ ਕਾਰਡ। ਇਹਦੀ ਫੁੱਲ ਫਾਰਮ ਬਹੁਤ ਪੁੱਛਦੇ ਹੁੰਦੇ ਆ, NIC ਦੀ, ਇਹਨੂੰ ਕਹਿ ਦਿੰਦੇ ਆ ਨੈਟਵਰਕ ਇੰਟਰਫੇਸ ਕਾਰਡ। ਹੁੰਦਾ ਕੀ ਹੈ ਰਾਜੇ, ਆ ਹੁੰਦਾ ਨੈਟਵਰਕ ਇੰਟਰਫੇਸ ਕਾਰਡ, ਇਹਦੀ ਇੰਟਰਨਲ ਸਟਰਕਚਰ ਆ ਪੋਰਟ ਮਿਲਦਾ ਆਪਾਂ ਨੂੰ, ਜਿਹਨੂੰ ਆਪਾਂ ਕਹਿੰਦੇ ਨੇ ਈਥਰਨੈਟ ਪੋਰਟ। ਇਹ ਲੈਪਟਾਪ ਦੇ ਵਿੱਚ ਵੀ ਹੁੰਦਾ ਤੇ ਆਪਣੇ ਇਹਦੇ ਵਿੱਚ ਕੰਪਿਊਟਰ ਦੇ ਵਿੱਚ ਵੀ ਹੁੰਦਾ। ਬੇਸਿਕਲੀ ਇਹ ਨੈਟਵਰਕ ਇੰਟਰਫੇਸ ਕਾਰਡ ਆਪਾਂ ਨੂੰ ਕਾਹਦੀ ਫੈਸਿਲਿਟੀ ਪ੍ਰੋਵਾਈਡ ਕਰਦਾ, ਇੰਟਰਨੈਟ ਨੂੰ ਕਨੈਕਟ ਹੋਣ ਦੀ ਆਪਣੀ ਲੋਕਲ ਮਸ਼ੀਨ ਦੇ ਨਾਲ, ਲੋਕਲ ਕੰਪਿਊਟਰ ਦੇ ਨਾਲ। ਤਾਂ ਇਹਦੇ ਵਿੱਚ ਕੀ ਹੁੰਦਾ ਰਾਜੇ, ਇਨਬਿਲਟ ਮੈਕ ਐਡਰੈਸ ਲੱਗਾ ਹੁੰਦਾ, ਜਿਹਨੂੰ ਕਹਿ ਦਿੰਦੇ ਆ ਮੈਨੂਫੈਕਚਰ ਐਡਰੈਸ, ਠੀਕ ਹੈ। ਵੈਸੇ ਮੈਕ ਦੀ ਫੁੱਲ ਫਾਰਮ ਤਾਂ ਮੀਡੀਆ ਐਕਸੈਸ ਕੰਟਰੋਲ ਹੁੰਦਾ, ਬਟ ਜਦੋਂ ਵੀ ਇਹ ਮੈਨੂਫੈਕਚਰ ਕੀਤਾ ਜਾਂਦਾ ਕਾਰਡ ਤਾਂ ਇਹਦੇ ਨਾਲ ਇੱਕ, ਠੀਕ ਹੈ ਜੀ, 48 ਬਿਟ ਦਾ ਇੱਕ ਨੰਬਰ ਲਗਾ ਦਿੱਤਾ ਜਾਂਦਾ, ਜਿਹਨੂੰ ਕਹਿ ਦਿੰਦੇ ਆ ਮੈਨੂਫੈਕਚਰ ਜਿਹੜਾ ਕੀਤਾ ਜਿਹੜੀ ਕੰਪਨੀ ਨੇ, ਤਾਂ ਉਹਦਾ ਕਹਿਣ ਦਾ ਮਤਲਬ ਕਿ ਇੱਕ ਨੰਬਰ ਹੁੰਦਾ ਹੈ ਜਿਹਨੂੰ ਆਪਾਂ ਨੈਟਵਰਕ ਦੇ ਵਿੱਚ ਆਇਡੈਂਟੀਫਾਈ ਕਰਨ ਵਾਸਤੇ ਵਰਤਦੇ ਹਾਂ। ਮੰਨ ਲਓ ਕੱਲ ਨੂੰ ਇਹ ਬੰਦਾ ਫਰਾਡ ਕਰਦਾ ਹੈ ਤਾਂ IP ਐਡਰੈਸ ਜਿਹੜਾ ਹੁੰਦਾ ਰਾਜੇ ਉਹ ਨੈਟਵਰਕ ਦੇ ਵਿੱਚ ਇੱਕ ਲੌਜੀਕਲ ਐਡਰੈਸ ਦਾ ਕੰਮ ਕਰਦਾ ਹੈ ਤੇ ਮੈਕ ਐਡਰੈਸ ਇੱਕ ਫਿਜ਼ੀਕਲ ਐਡਰੈਸ ਦਾ ਕੰਮ ਕਰਦਾ ਹੈ। ਤਾਂ ਇਹ ਚੀਜ਼ਾਂ ਬਹੁਤ ਟਰਮਾਂ ਇਕੱਠੀਆਂ ਆ ਗਈਆਂ ਆਪਣੀਆਂ, ਤਾਂ ਕਨਫਿਊਜ਼ ਨਹੀਂ ਹੋਣਾ। IP ਐਡਰੈਸ ਹੁੰਦਾ ਨੈਟਵਰਕ ਦੇ ਵਿੱਚ, ਠੀਕ ਹੈ, ਤੇ ਮੈਕ ਐਡਰੈਸ ਹੁੰਦਾ ਆਫਲਾਈਨ। ਤੇ ਮੈਕ ਐਡਰੈਸ ਕਿਹਦੇ ਨਾਲ ਇਨਬਿਲਟ ਹੁੰਦਾ, ਨੈਟਵਰਕ ਇੰਟਰਫੇਸ ਕਾਰਡ ਦੇ ਨਾਲ ਇਨਬਿਲਟ ਹੁੰਦਾ। तो क्वेश्चन हम 3-4 हो गए, एक तो नैटवर्क इंटरफेस कार्ड की फुल फॉर्म, ठीक है, दूजा की फैसिलिटी प्रोवाइड करता अपन इंटरनेट की फैसिलिटी प्रोवाइड करता है, मैक एड्रैस की फुल फॉर्म होगी मीडिया एक्सेस कंट्रोल,
ਤੇ ਆਈਪੀ ਦੀ ਹੋ ਗਈ ਇੰਟਰਨੈਟ ਪ੍ਰੋਟੋਕਾਲ, ਤੇ ਇਹ ਜਿਹੜਾ ਮੈਕ ਐਡਰੈਸ ਹੁੰਦਾ ਰਾਜੇ 48 ਬਿਟ ਦਾ ਹੁੰਦਾ। ਇਹ ਯਾਦ ਰੱਖਣਾ, ਤੁਹਾਨੂੰ ਕੁਐਸਚਨ ਪੁੱਛਿਆ ਗਿਆ ਸੀਗਾ ਸਬ ਇੰਸਪੈਕਟਰ ਦੇ ਵਿੱਚ। ਹੁਣ ਤੁਹਾਨੂੰ ਮੈਂ ਦੱਸਤਾ ਰਾਜੇ ਮੈਕ ਐਡਰੈਸ ਕੀ ਹੈ ਜੀ, ਮੀਡੀਆ ਐਕਸੈਸ ਕੰਟਰੋਲ, ਇਹ ਵੀ ਯਾਦ ਰੱਖਣਾ। ਤੇ ਜਿਹੜਾ ਮੈਕ ਐਡਰੈਸ ਹੁੰਦਾ ਰਾਜੇ ਦੇਖੋ, ਇੱਕ ਮਿੰਟ ਮੈਂ ਇਹਨੂੰ ਰੇਜ਼ ਕਰ ਦਵਾਂ ਤੁਹਾਨੂੰ ਸਿੰਪਲ। ਆ ਦੇਖੋ ਜਿਹੜੀ ਹਰੇਕ ਹੁੰਦੀ ਰਾਜੇ 8-8 ਬਿਟ ਦੀ ਹੁੰਦੀ ਹੈ, 8 8 8 8 8, ਤਾਂ 6 ਆ 8 6 ਕਿੰਨਾ ਹੋ ਗਿਆ 48, ਤਾਂ 48 ਬਿਟਸ ਦੀ ਲੈਂਥ ਹੁੰਦੀ ਹੈ ਮੈਕ ਐਡਰੈਸ ਦੀ ਰਾਜੇ। ਜਿਹੜਾ ਸਟਾਰਟਿੰਗ ਵਾਲੇ ਤਿੰਨ ਜਿਹੜੇ ਆਹ ਹੈਗੇ ਆ ਆਪਣੇ, ਇਹ ਹੁੰਦੇ ਆ ਜੀ ਆਪਣਾ ਆਰਗੇਨਾਈਜੇਸ਼ਨ ਦਾ ਯੂਨੀਕ ਆਇਡੈਂਟੀਫਾਇਰ ਨੰਬਰ, ਵੀ ਕਿਹੜੀ ਆਰਗੇਨਾਈਜੇਸ਼ਨ ਨੇ ਬਣਾਇਆ ਨੈਟਵਰਕ ਇੰਟਰਫੇਸ ਕਾਰਡ। ਤੇ ਲਾਸਟ ਵਾਲੇ ਹੁੰਦੇ ਰਾਜੇ ਨੈਟਵਰਕ ਇੰਟਰਫੇਸ ਕਾਰਡ ਦਾ ਨੰਬਰ ਹੁੰਦਾ, ਵੀ ਜਿਹੜਾ ਉਹ ਕਾਰਡ ਯੂਜ਼ ਕਰਦੇ ਆ ਆਪਾਂ, ਠੀਕ ਹੈ। ਤਾਂ ਇਹ ਚੀਜ਼ਾਂ ਧਿਆਨ ਦੇ ਨਾਲ ਯਾਦ ਰੱਖਣੀਆਂ। ਤਾਂ ਹੁਣ ਕੁਐਸਚਨ ਦੇ ਅਕੋਰਡਿੰਗ ਆਪਾਂ ਦੇਖਦੇ ਹਾਂ ਰਾਜੇ, ਕੁਐਸਚਨ ਦੇ ਅਕੋਰਡਿੰਗ ਕੀ ਹੈ ਕਿ ਇਹ ਕਹਿੰਦਾ ਨਹੀਂ ਮੁਹੱਈਆ ਕਰਦਾ, ਲੇਕਿਨ ਇਹ ਤਾਂ ਮੁਹੱਈਆ ਕਰਦਾ। ਤਾਂ ਪਹਿਲੀ ਸਟੇਟਮੈਂਟ ਕੀ ਹੋਗੀ, ਮੇਰੀ ਗਲਤ ਹੋ ਗਈ, ਪਰ ਸੈਕੰਡ ਸਟੇਟਮੈਂਟ ਬਿਲਕੁਲ ਠੀਕ ਹੈ। ਕਹਿੰਦਾ ਈਥਰਨੈਟ ਨੈਟਵਰਕ ਨਾਲ ਸ਼ਾਂਤੀਪੂਰਵਕ ਜੁੜਨ ਲਈ ਮੈਕ ਐਡਰੈਸ ਦੀ ਲੋੜ ਹੁੰਦੀ ਹੈ। ਕਹਿਣ ਦਾ ਮਤਲਬ ਆਪਾਂ ਜੇ ਕਿਸੇ ਨੈਟਵਰਕ ਦੇ ਨਾਲ ਜੁੜਨਾ ਹੈ, ਇੰਟਰਨੈਟ ਦੇ ਨਾਲ ਜੁੜਨਾ, ਤਾਂ ਆਪਾਂ ਨੂੰ ਮੈਕ ਐਡਰੈਸ ਦੀ ਲੋੜ ਹੁੰਦੀ ਹੈ। ਤੇ ਮੈਕ ਐਡਰੈਸ ਦਾ ਮਤਲਬ ਕੀ ਹੈ, ਨੈਟਵਰਕ ਇੰਟਰਫੇਸ ਕਾਰਡ। ਤਾਂ ਆਪਾਂ ਨੂੰ ਉਸ ਕਾਰਡ ਦੀ ਜ਼ਰੂਰਤ ਹੋਊਗੀ, ਤਾਂ ਕਾਰਡ ਦੇ ਵਿੱਚ ਮੈਕ ਐਡਰੈਸ ਲੱਗਾ ਹੁੰਦਾ ਹੈ। ਤਾਂ ਜਿਵੇਂ ਮਰਜ਼ੀ ਗੱਲ ਕਹਿ ਲਓ, ਜੇ ਨੈਟਵਰਕ ਇੰਟਰਫੇਸ ਕਾਰਡ ਦੀ ਗੱਲ ਕਰ ਲਓ ਜਾਂ ਮੈਕ ਐਡਰੈਸ ਦੀ ਗੱਲ ਕਰ ਲਓ, ਗੱਲ ਇੱਕੋ ਹੀ ਹੈ, ਠੀਕ ਹੈ। ਤਾਂ ਇੱਥੇ ਆਨਸਰ ਆਊਗਾ ਸਿਰਫ 2, ਸੈਕੰਡ ਸਟੇਟਮੈਂਟ। ਆ ਤਾਂ ਬਹੁਤ ਸੌਖਾ ਕੁਐਸਚਨ ਹੈ ਰਾਜੇ। ਕਹਿੰਦਾ ਜੀ ਵਿਚ ਕੰਪੋਨੈਂਟ ਆਫ ਦਾ ਕੰਪਿਊਟਰ ਸਿਸਟਮ ਮੈਨੇਜ ਐਂਡ ਕੋਆਰਡੀਨੇਟ ਦਾ ਆਪਰੇਸ਼ਨਸ ਆਫ ਆਲ ਅਦਰ ਕੰਪੋਨੈਂਟ। ਤਾਂ ਕੰਟਰੋਲ ਯੂਨਿਟ ਦਾ ਕੰਮ ਹੁੰਦਾ ਰਾਜੇ। ਤਾਂ ਅਰਥਮੈਟਿਕ ਲੌਜਿਕ ਯੂਨਿਟ ਦਾ ਕੰਮ ਕੀ ਹੁੰਦਾ, ਜਿਵੇਂ ਅਰਥਮੈਟਿਕ ਆਪਰੇਸ਼ਨ ਹੋ ਗਏ, ਪਲੱਸ ਮਾਈਨਸ ਮਲਟੀਪਲਾਈ, ਠੀਕ ਹੈ, ਡਿਵਾਈਡ ਤੇ ਮੋਡੂਲਸ ਵਗੈਰਾ। ਲੈਸ ਦੈਨ ਗ੍ਰੇਟਰ ਦੈਨ ਲੌਜੀਕਲ ਹੋ ਗਏ, ਠੀਕ ਹੈ, ਲੈਸ ਦੈਨ ਇਕੁਅਲ ਟੂ, ਗ੍ਰੇਟਰ ਦੈਨ ਇਕੁਅਲ ਟੂ, ਨਾਟ ਇਕੁਅਲ ਟੂ, ਜਿੰਨੇ ਵੀ ਹੋ ਗਏ ਇਹ ਸਾਰੇ ALU ਕਰੂਗਾ। ਪੈਰੀਫਿਰਲ ਡਿਵਾਈਸਿਸ ਹੁੰਦੀਆਂ ਲਾਈਕ ਸਕੈਨਰ, ਪ੍ਰਿੰਟਰ, ਇਹ ਸਾਰੇ ਪੈਰੀਫਿਰਲ ਡਿਵਾਈਸਿਸ ਹੁੰਦੀਆਂ। ਪੋਰਟ ਹੁੰਦੇ ਜਿੱਥੇ ਤੁਸੀਂ ਸਲੌਟ ਜਿਹਨੂੰ ਕਹਿ ਦਿੰਦੇ ਆ, ਜਿਹਦੇ ਵਿੱਚ ਆਪਾਂ ਕੋਈ ਪੈਰੀਫਿਰਲ ਡਿਵਾਈਸਿਸ ਵਗੈਰਾ ਕਨੈਕਟ ਕਰਦੇ ਆ। ਤਾਂ ਕੰਟਰੋਲ ਯੂਨਿਟ ਆਨਸਰ ਆਊਗਾ ਰਾਜੇ। ਤੁਹਾਨੂੰ ਮੈਂ ਬਲੌਕ ਡਾਇਗਰਾਮ ਕਰਵਾਈ ਹੋਈ ਹੈ, ਇਨਪੁਟ ਯੂਨਿਟ ਕਰਵਾਇਆ ਹੋਇਆ, ਆਊਟਪੁੱਟ ਯੂਨਿਟ ਕਰਵਾਇਆ ਹੋਇਆ, ਤੇ ਸੈਂਟਰਲ ਪ੍ਰੋਸੈਸਿੰਗ ਯੂਨਿਟ ਜਿਹਨੂੰ ਬ੍ਰੇਨ ਆਫ ਕੰਪਿਊਟਰ ਸਿਸਟਮ ਕਹਿੰਦੇ ਰਾਜੇ। ਇਹਦੇ ਵਿੱਚ ਕੰਟਰੋਲ ਯੂਨਿਟ ਕੀ ਕਰਦਾ, ਕੰਟਰੋਲ ਸਿਗਨਲ ਭੇਜਦਾ, ਤੇ ਇਨਪੁਟ ਕਿਵੇਂ ਲੈਣੀ ਆ, ਕਿੱਥੇ ਭੇਜਣੀ ਆ, ਪ੍ਰੋਸੈਸਿੰਗ ਕਿਵੇਂ ਹੋਊਗੀ, ਤੇ ਉਸ ਤੋਂ ਬਾਅਦ ਆਊਟਪੁੱਟ ਕਿਵੇਂ ਭੇਜਣੀ ਆ, ਸਾਰਾ ਕੰਮ ਕੌਣ ਕਰੂਗਾ, ਕੰਟਰੋਲ ਯੂਨਿਟ ਕਰੂਗਾ। ਨੈਕਸਟ ਮੂਵ ਕਰਦੇ ਹਾਂ ਜੀ। ਬਹੁਤ ਇੰਪੋਰਟੈਂਟ ਕੁਐਸਚਨ, ਮੇਰੇ ਤੋਂ ਬਹੁਤ ਕੁਐਸਚਨ ਆਏ ਵੀ ਸਰ ਜੀ YouTube ਇਹ ਕੁਐਸਚਨ ਪਤਾ ਨਹੀਂ ਕਿਉਂ ਪੁੱਛਿਆ ਹੈ ਸਬ ਇੰਸਪੈਕਟਰ ਦੇ ਵਿੱਚ। ਕਹਿੰਦਾ ਜੀ YouTube ਉੱਪਰ YouTube ਪਲੇ ਬਟਨ ਅਤੇ ਸਬਸਕ੍ਰਾਈਬਰਾਂ ਦੀ ਗਿਣਤੀ ਦੀ ਹੇਠ ਲਿਖੇ ਤੇ ਕਿਹੜੀ ਜੋੜੀ ਸਹੀ ਨਹੀਂ ਹੈ। ਤਾਂ ਤੁਹਾਨੂੰ ਮੈਂ ਗੱਲ ਦੱਸਦਾ ਰਾਜੇ, YouTube ਕੀ ਕਰਦਾ, YouTube ਇੱਕ ਕੰਪਨੀ ਹੈ, Google ਵਾਲਿਆਂ ਦੀ ਹੈ। YouTube ਆਪਦੇ ਜਿਹੜੇ ਕ੍ਰੀਏਟਰ ਕੌਣ ਹੁੰਦੇ, ਯੂਟਿਊਬਰ। ਜਿਵੇਂ ਮੈਂ ਵੀ ਕ੍ਰੀਏਟਰ ਹਾਂ, ਮੇਰਾ ਇੱਕ ਚੈਨਲ ਹੈ, ਜਿਹੜੇ ਬੰਦੇ ਨੇ ਆਪਣਾ ਚੈਨਲ ਬਣਾਇਆ ਉਹਨੂੰ ਕ੍ਰੀਏਟਰ ਬੋਲਦੇ ਆ। YouTube ਆਪਣੇ ਕ੍ਰੀਏਟਰ ਨੂੰ ਕੀ ਕਰਦਾ, ਉਤਸ਼ਾਹਿਤ ਕਰਨ ਵਾਸਤੇ ਵੀ ਉਹ ਵੱਧ ਤੋਂ ਵੱਧ ਵੀਡੀਓ ਬਣਾਵੇ, ਨਵੀਆਂ ਵੀਡੀਓਜ਼ ਬਣਾਵੇ, ਕਿਉਂਕਿ ਬਿਜ਼ਨਸ ਚਲਾਉਣਾ YouTube ਨੇ। ਜਿੰਨੀਆਂ ਵੱਧ ਵੀਡੀਓਜ਼ ਹੋਣਗੀਆਂ ਉਨੀਆਂ ਵੱਧ ਐਡ ਮਿਲਣਗੀਆਂ YouTube ਨੂੰ। ਤਾਂ ਉਹ ਆਪਣੇ ਜਿਹੜੇ ਕ੍ਰੀਏਟਰ ਹੁੰਦੇ ਰਾਜੇ, ਉਹਨੂੰ ਐਕਸਾਈਟਿਡ ਕਰਨ ਵਾਸਤੇ ਕੀ ਕਰਦਾ, ਇਨਾਮ ਦਿੰਦਾ ਹੈ। ਤਾਂ ਉਹ ਨਾਮ ਦੇ ਰੂਪ ਚ ਕੀ ਦਿੰਦਾ ਰਾਜੇ, ਪਲੇ ਬਟਨ ਦਿੰਦਾ, ਪਲੇ ਬਟਨ। ਤਾਂ ਉਹ ਪਲੇ ਬਟਨ ਵੱਖਰੇ ਵੱਖਰੇ ਹੁੰਦੇ ਆ ਰਾਜੇ। ਉਹ ਵੱਖਰੀ ਕੰਡੀਸ਼ਨ ਹੁੰਦੀ ਹੈ ਵੀ ਕਿੰਨੇ ਸਬਸਕ੍ਰਾਈਬਰ ਦੇ ਉੱਪਰ ਕਿਹੜਾ ਬਟਨ ਮਿਲੂਗਾ, ਕਿੰਨੇ ਸਬਸਕ੍ਰਾਈਬਰ ਦੇ ਉੱਪਰ ਕਿਹੜਾ ਬਟਨ ਮਿਲੂਗਾ। ਤਾਂ ਫਿਲਹਾਲ ਆਪਾਂ ਇਹ ਕੁਐਸਚਨ ਨੂੰ ਕਰਦੇ ਹਾਂ ਸਕਿਪ। ਪਹਿਲਾਂ ਤੁਹਾਨੂੰ ਮੈਂ ਬਟਨ ਪੜਾਉਣਾ ਕਿਹੜੇ ਕਿਹੜੇ ਬਟਨ ਹੁੰਦੇ ਆ। ਤੇ ਫਿਲਹਾਲ ਤੁਹਾਡੇ ਵੀਰ ਕੋਈ ਬਟਨ ਨਹੀਂ ਮਿਲਿਆ ਹਜੇ ਤੱਕ, ਪਰ ਮੈਂ ਹੈਰਾਨ ਹੁੰਦਾ। ਚਲੋ ਮੈਨੂੰ ਤਾਂ ਮੈਂ ਤਾਂ ਇਸ ਚੀਜ਼ਾਂ ਦਾ ਮੁਹਤਾਜ ਵੀ ਨਹੀਂ ਹੈਗਾ। ਤੁਸੀਂ ਅਸਲੀ ਮੇਰੇ ਜਿਹੜੇ ਗੋਲਡ ਡਾਇਮੰਡ ਬਟਨ ਕਹਿ ਲਓ, ਮੇਰੇ ਸਟੂਡੈਂਟ ਨੇ, ਜਿਹੜੀ ਮੇਰੀ ਪਿੱਠ ਪਿੱਛੇ ਵੀ ਇੰਨੀ ਤਾਰੀਫ ਕਰਦੇ ਆ। ਪਰ ਵੈਸੇ ਗੱਲ ਦੱਸਦਾ ਵੀ ਮੈਂ ਹੈਰਾਨ ਹੁੰਦਾ, ਕਈ ਪੰਜਾਬ ਦੇ ਵਿੱਚ ਜਾਂ ਇੰਡੀਆ ਲੈਵਲ ਤੇ ਇਦਾਂ ਦੇ ਚੈਨਲ ਹੈਗੇ ਜਿਹੜੇ ਬਹੁਤ ਕੁਝ ਗਲਤ ਪੜ੍ਹਾਈ ਜਾ ਰਹੇ ਆ, ਔਰ ਉਹਨਾਂ ਕੋਲੇ ਪਲੇ ਬਟਨ ਪਤਾ ਨਹੀਂ ਕਿੰਨੀ ਕੁ ਵਾਰੀ ਮਿਲ ਚੁੱਕਿਆ ਉਹਨਾਂ ਨੂੰ ਪਲੇ ਬਟਨ, ਹਨਾ। ਹੁਣ ਪਲੇ ਬਟਨ ਹੁੰਦਾ ਕੀ, ਤੁਹਾਨੂੰ ਮੈਂ ਦੱਸਦਾ। ਜੇ ਮੈਂ ਗੱਲ ਕਰਾਂ ਰਾਜੇ, ਸਭ ਤੋਂ ਪਹਿਲਾਂ ਜਿਹੜਾ ਪਲੇ ਬਟਨ ਦੀ ਗੱਲ ਕਰੀਏ, ਤਾਂ ਸਭ ਤੋਂ ਪਹਿਲਾਂ ਜਿਹੜਾ ਪਲੇ ਬਟਨ ਆਉਂਦਾ ਰਾਜੇ, ਉਹ ਸਿਲਵਰ ਪਲੇ ਬਟਨ ਆਉਂਦਾ। ਇਹਨੂੰ ਕਹਿ ਦਿੰਦੇ ਆ ਸਿਲਵਰ ਪਲੇ ਬਟਨ। ਜਦੋਂ ਮੇਰੇ ਸਬਸਕ੍ਰਾਈਬਰ 1 ਲੱਖ ਬਣ ਜਾਂਦੇ ਆ, 1 ਲੱਖ ਤੋਂ ਟੱਪ ਜਾਂਦੇ ਆ, ਮਿਨੀਮਮ 1 ਲੱਖ ਹੋ ਜਾਂਦੇ ਮੇਰੇ ਸਬਸਕ੍ਰਾਈਬਰ, ਤਾਂ YouTube ਮੈਨੂੰ ਇੱਕ ਫਾਰਮ ਭੇਜਦਾ, ਮੈਨੂੰ ਉਹ ਫਾਰਮ ਭਰਨਾ ਹੁੰਦਾ, ਤੇ ਮੈਨੂੰ ਮੇਰੇ ਐਡਰੈਸ ਦੇ ਉੱਪਰ ਇੱਕ ਬਟਨ ਭੇਜਦਾ ਹੈ, ਠੀਕ ਹੈ। ਤਾਂ ਇਦਾਂ ਦਾ ਮੇਰਾ ਬਟਨ ਆ ਜਾਂਦਾ ਮੇਰੇ ਕੋਲੇ, ਠੀਕ ਹੈ। ਇਹਨੂੰ ਕਹਿ ਦਿੰਦੇ ਆ ਸਿਲਵਰ ਪਲੇ ਬਟਨ। ਤਾਂ ਕਿੰਨੇ ਸਬਸਕ੍ਰਾਈਬਰ ਚਾਹੀਦੇ ਆਪਾਂ ਨੂੰ, 1 ਲੱਖ ਸਬਸਕ੍ਰਾਈਬਰ ਚਾਹੀਦੇ। ਤੁਸੀਂ ਐਗਜ਼ਾਮ ਵਾਸਤੇ ਯਾਦ ਰੱਖਣਾ ਰਾਜੇ, ਸਭ ਤੋਂ ਜਿਹੜਾ ਬੇਸਿਕ ਪਲੇ ਬਟਨ ਹੈਗਾ ਉਹ ਹੈਗਾ ਸਿਲਵਰ ਪਲੇ ਬਟਨ। ਤਾਂ 1 ਲੱਖ ਸਬਸਕ੍ਰਾਈਬਰ ਚਾਹੀਦੇ ਆ। ਇਸ ਤੋਂ ਬਾਅਦ YouTube ਭੇਜਦਾ ਆਪਾਂ ਨੂੰ 골ਡਨ ਪਲੇ ਬਟਨ, ਠੀਕ ਹੈ। ਇਹ 골ਡਨ ਪਲੇ ਬਟਨ ਹੁੰਦਾ, ਇਹਦੇ ਵਾਸਤੇ ਆਪਾਂ ਨੂੰ ਚਾਹੀਦੇ ਆ 10 ਲੱਖ ਸਬਸਕ੍ਰਾਈਬਰ, ਜਾਂ ਜਿਹਨੂੰ ਆਪਾਂ ਕਹਿ ਦਿੰਦੇ ਆ 1 ਮਿਲੀਅਨ। 10 ਲੱਖ ਨੂੰ 1 ਮਿਲੀਅਨ ਵੀ ਕਹਿ ਦਿੰਦੇ ਆ YouTube ਦੀ ਭਾਸ਼ਾ ਦੇ ਵਿੱਚ। ਤਾਂ 1 ਮਿਲੀਅਨ ਜਾਂ 10 ਲੱਖ ਸਬਸਕ੍ਰਾਈਬਰ ਚਾਹੀਦੇ ਆ 골ਡ ਪਲੇ ਬਟਨ ਵਾਸਤੇ। ਤਾਂ ਸਭ ਤੋਂ ਪਹਿਲਾਂ ਸਿਲਵਰ, ਉਸ ਤੋਂ ਬਾਅਦ 골ਡ, ਫਿਰ 골ਡ ਤੋਂ ਬਾਅਦ ਆ ਜਾਂਦਾ ਰਾਜੇ ਡਾਇਮੰਡ ਪਲੇ ਬਟਨ। ਰਾਜੇ ਇਹਦੇ ਵਾਸਤੇ ਮੈਨੂੰ ਚਾਹੀਦੇ ਰਾਜੇ 10 ਮਿਲੀਅਨ, ਠੀਕ ਹੈ, ਜਿਹਨੂੰ ਆਪਾਂ 100 ਲੱਖ ਕਹਿ ਸਕਦੇ ਆ। ਤਾਂ ਜ਼ੀਰੋਆਂ ਯਾਦ ਰੱਖਣੀਆਂ ਤੁਸੀਂ, ਦੇਖੋ 3 ਤੇ 3 6 ਤੇ 1 7, ਠੀਕ ਹੈ ਜੀ, 7 ਜ਼ੀਰੋਆਂ ਹੈ, ਠੀਕ ਹੈ। ਤੈਨੂੰ ਆਪਾਂ ਕੀ ਜੇ ਜੋੜਨਾ ਹੋਵੇ ਤਾਂ ਆਪਾਂ 100 ਲੱਖ ਕਹਿ ਸਕਦੇ ਹਾਂ, ਜਾਂ ਫਿਰ 10 ਮਿਲੀਅਨ ਕਹਿ ਸਕਦੇ ਹਾਂ। ਤਾਂ ਜ਼ੀਰੋਆਂ ਯਾਦ ਰੱਖਣੀਆਂ। ਇਹਨੂੰ ਕਹਿ ਦਿੰਦੇ ਡਾਇਮੰਡ ਪਲੇ ਬਟਨ, ਠੀਕ ਹੈ।
ਇਸ ਤੋਂ ਬਾਅਦ ਜਿਹੜਾ ਆ ਜਾਂਦਾ ਰਾਜੇ ਕਸਟਮ ਕ੍ਰੀਏਟਰ ਅਵਾਰਡ। ਕਸਟਮ ਕ੍ਰੀਏਟਰ ਅਵਾਰਡ ਦਾ ਨਾਮ ਕਸਟਮ ਕਿਉਂ ਰੱਖਿਆ ਗਿਆ, ਕਿਉਂਕਿ ਜਿੰਨੇ ਹੁਣ ਬਟਨ ਆ ਰਹੇ ਆ ਰਾਜੇ ਸਟੈਂਡਰਡ ਬਟਨ ਨੇ, ਚਾਹੇ ਉਹ ਡਾਇਮੰਡ ਪਲੇ ਬਟਨ ਆ ਗਿਆ, 골ਡ ਆ ਗਿਆ, ਸਿਲਵਰ ਆ ਗਿਆ, ਲੇਕਿਨ ਕਸਟਮ ਦੇ ਵਿੱਚ ਕੀ ਆ ਕਿ ਜੋ ਆਪਣੇ ਚੈਨਲ ਦਾ ਲੋਗੋ ਹੋਊਗਾ ਉਹ ਬਣ ਕੇ ਆ ਜਾਊਗਾ ਆਪਣੇ ਕੋਲੇ, ਠੀਕ ਹੈ। ਤਾਂ ਇਹਨੂੰ ਰੂਬੀ ਵੀ ਕਹਿ ਦਿੰਦੇ ਆ। ਇਹ ਬੰਦੇ ਨੂੰ ਸਭ ਤੋਂ ਪਹਿਲਾਂ ਮਿਲਿਆ ਸੀਗਾ ਤਾਂ ਇਹਨੇ ਇਹਦਾ ਨਾਮ ਰੂਬੀ ਰੱਖਿਆ ਸੀ, ਕਿਉਂਕਿ ਰੂਬੀ ਜਿਹੜਾ ਹੀਰਾ ਹੈਗਾ ਉਹ ਇਸ ਤਰ੍ਹਾਂ ਦਾ ਹੁੰਦਾ ਹੈ। ਤਾਂ ਇਹਨੂੰ ਕਹਿ ਦਿੰਦੇ ਆ ਰਾਜੇ ਕਸਟਮ ਕ੍ਰੀਏਟਰ ਅਵਾਰਡ। ਜੇ ਮੰਨ ਲਓ ਹੁਣ ਇੱਕ ਤਾਂ ਇਹਨੂੰ ਮਿਲਿਆ, ਇੱਕ ਟੀ ਸੀਰੀਜ਼ ਨੂੰ ਮਿਲਿਆ ਹੋਇਆ, ਤਾਂ ਜੋ ਆਪਣੇ ਚੈਨਲ ਦਾ ਲਾਈਕ ਜੇ ਆਪਾਂ ਨੂੰ ਮਿਲਦਾ ਪੋਜ਼ਿਟਿਵ ਵਾਈਬ ਨੂੰ, ਤਾਂ ਆਪਣਾ ਇਸ ਤਰ੍ਹਾਂ ਦਾ ਬਣ ਕੇ ਆਊਗਾ ਪੋਜ਼ਿਟਿਵ ਵਾਈਬ, ਜੋ ਮੇਰਾ ਲੋਗੋ ਹੋਊਗਾ, ਠੀਕ ਹੈ, ਉਸ ਦੀ ਸ਼ੇਪ ਦਾ ਬਣ ਕੇ ਆਊਗਾ। ਤਾਂ ਇਹਨੂੰ ਕਹਿ ਦਿੰਦੇ ਕਸਟਮ। ਕਸਟਮ ਦਾ ਮਤਲਬ ਹੁੰਦਾ ਹੈ ਅਕੋਰਡਿੰਗ ਟੂ ਦਾ ਕ੍ਰੀਏਟਰ ਚੈਨਲ ਦੇ ਲੋਗੋ ਵਾਂਗੂ ਬਣ ਕੇ ਆਊਗਾ। ਤੇ ਇਹਦੇ ਵਾਸਤੇ ਚਾਹੀਦੇ ਆਪਾਂ ਨੂੰ 50 ਲੱਖ ਸਬਸਕ੍ਰਾਈਬਰ ਕਹਿ ਲਓ, ਠੀਕ ਹੈ ਜੀ, ਠੀਕ ਹੈ, ਜਾਂ ਫਿਰ ਕਹਿ ਲਓ 50 ਮਿਲੀਅਨ, ਠੀਕ ਹੈ ਜੀ, 50 ਮਿਲੀਅਨ ਸੌਰੀ, ਠੀਕ ਹੈ, 500 ਲੱਖ ਜਾਂ ਕਹਿ ਲਓ ਜਾਂ 50 ਮਿਲੀਅਨ ਕਹਿ ਲਓ। ਤਾਂ ਜ਼ੀਰੋਆਂ ਯਾਦ ਰੱਖਣੀਆਂ, 3 ਤੇ 3 6 ਤੇ 1 7 ਜ਼ੀਰੋਆਂ, ਠੀਕ ਹੈ ਜੀ। ਤਾਂ ਇਹ ਹੈਗਾ ਜੀ ਕਸਟਮਰ ਕ੍ਰੀਏਟਰ ਅਵਾਰਡ। ਇਸ ਤੋਂ ਬਾਅਦ ਜਿਹੜਾ ਮਿਲਦਾ ਰਾਜੋ ਦੇਖੋ ਟੀ ਸੀਰੀਜ਼ ਨੂੰ ਵੀ ਮਿਲਿਆ ਹੋਇਆ। ਟੀ ਸੀਰੀਜ਼ ਕੰਪਨੀ ਬਹੁਤ ਵੱਡੀ ਕੰਪਨੀ ਆ, ਉਹਨਾਂ ਨੂੰ ਵੀ ਮਿਲਿਆ ਹੋਇਆ, ਦੇਖੋ ਇਹੀ ਬਟ ਸੇਮ। ਅਗਲਾ ਆ ਗਿਆ ਜੀ ਰੈੱਡ ਡਾਇਮੰਡ ਪਲੇ ਬਟਨ। ਇਹ ਮਿਲਦਾ ਜੀ 100 ਮਿਲੀਅਨ ਦੇ ਉੱਪਰ, ਤਾਂ ਇਹ ਸਭ ਤੋਂ ਟੌਪ ਮੋਸਟ ਹੈ, ਠੀਕ ਹੈ ਜੀ। ਇਹ ਵੀ ਇੱਕ ਦੋ ਬੰਦਿਆਂ ਨੂੰ ਮਿਲਿਆ ਹਜੇ ਤੱਕ, ਤਾਂ ਇਹ 100 ਮਿਲੀਅਨ ਹੈ। ਤਾਂ ਇਹ ਸਾਰੇ ਬਟਨ ਸੀਗੇ ਰਾਜੇ, ਤਾਂ ਇਹ ਸਾਰੇ ਯਾਦ ਰੱਖਣੇ ਆ ਤੁਸੀਂ। ਤੇ ਇਹਦੇ ਵਿੱਚ ਹੁਣ ਦੇਖੋ ਪੁੱਛਿਆ ਕੀ ਇਹਨੇ, ਬਹੁਤ ਹਾਈ ਲੈਵਲ ਦਾ ਕੁਐਸਚਨ ਪੁੱਛ ਲਿਆ, ਵੈਸੇ ਇਹਨਾਂ ਪੁੱਛਣਾ ਨਹੀਂ ਚਾਹੀਦਾ ਸੀਗਾ। ਕਹਿੰਦਾ ਵੀ ਕਿਹੜਾ ਜੋੜਾ ਸਹੀ ਨਹੀਂ ਹੈਗਾ। ਤਾਂ ਹੁਣ ਇਹਨਾਂ ਵਿੱਚੋਂ ਕਿਹੜਾ ਸਹੀ ਨਹੀਂ ਹੈਗਾ, ਤਾਂ ਜੇ ਆਪਾਂ ਗੱਲ ਕਰੀਏ ਰਾਜੇ, ਇਹਨੇ ਕਿਹਾ ਵੀ ਸੈਕਿੰਡ ਵਨ ਵਾਲਾ ਸਹੀ ਨਹੀਂ ਹੈਗਾ। ਤਾਂ ਆਪਾਂ ਰੈੱਡ ਡਾਇਮੰਡ ਪਲੇ ਬਟਨ ਦੀ ਗੱਲ ਕਰਦੇ ਹਾਂ। ਤਾਂ ਰੈੱਡ ਡਾਇਮੰਡ ਪਲੇ ਬਟਨ ਆਪਾਂ ਪੜਿਆ, ਦੇਖੋ ਰੈੱਡ ਡਾਇਮੰਡ ਪਲੇ ਬਟਨ ਦੇ ਵਿੱਚ ਕਿੰਨੇ ਸਬਸਕ੍ਰਾਈਬਰ ਚਾਹੀਦੇ ਆਪਾਂ ਨੂੰ, 10 ਮਿਲੀਅਨ। ਕਿੰਨੀਆਂ ਜ਼ੀਰੋਆਂ ਹੈ, ਤਾਂ 8 ਜ਼ੀਰੋ 7 ਜ਼ੀਰੋਆਂ ਨੇ, 1 2 3 4 5 6 ਤੇ 7। ਤਾਂ 7 ਜ਼ੀਰੋਆਂ ਡਾਇਮੰਡ ਪਲੇ ਬਟਨ, ਸੌਰੀ ਇਹ ਡਾਇਮੰਡ ਪਲੇ ਬਟਨ ਆ, ਰੈੱਡ ਡਾਇਮੰਡ ਪਲੇ ਬਟਨ ਪੜਨਾ ਆਪਾਂ, ਇਹ ਰੈੱਡ ਡਾਇਮੰਡ ਪਲੇ ਬਟਨ। ਤਾਂ ਕਿੰਨੀਆਂ ਜ਼ੀਰੋਆਂ, 8 ਜ਼ੀਰੋਆਂ ਹੋਣੀਆਂ ਚਾਹੀਦੀਆਂ ਰਾਜੇ, 3 3 6 ਤੇ 7 8, ਠੀਕ ਹੈ। ਤਾਂ ਰੈੱਡ ਡਾਇਮੰਡ ਪਲੇ ਬਟਨ ਤੇ ਡਾਇਮੰਡ ਪਲੇ ਬਟਨ ਦੇ ਵਿੱਚ ਫਰਕ ਹੈ ਰਾਜੇ, ਤੇ ਇੱਥੇ 100 ਮਿਲੀਅਨ ਚਾਹੀਦੇ ਆਪਾਂ ਨੂੰ। ਤਾਂ ਅਗਰ ਆਪਾਂ ਉੱਥੇ ਨੋਟ ਕਰਾਂਗੇ ਰਾਜੇ, ਤਾਂ ਇੱਥੇ ਕਿੰਨੇ 7 ਜ਼ੀਰੋਆਂ ਨੇ, ਦੇਖੋ 2 2 4 5 6 ਤੇ 1 7, 1 ਜ਼ੀਰੋ ਘੱਟ ਹੈ। ਤਾਂ ਕਹਿਣ ਦਾ ਮਤਲਬ ਇਹ ਗਲਤ ਹੈ। ਤਾਂ ਇਹੀ ਉਹਨੇ ਪੁੱਛਿਆ ਵੀ ਕਿਹੜਾ ਜੋੜਾ ਸਹੀ ਨਹੀਂ ਹੈਗਾ। ਹੁਣ ਆਪਾਂ ਉੱਪਰ ਵਾਲੇ ਚੈੱਕ ਕਰ ਲੈਣੇ ਨੇ, ਸਿਲਵਰ ਪਲੇ ਬਟਨ ਕਿੰਨਾ ਮਿਲਦਾ, 1 ਲੱਖ ਤੇ ਮਿਲਦਾ ਹੈ। ਕਿੰਨੇ ਸਿਲਵਰ ਪਲੇ ਬਟਨ ਕਿੱਥੇ ਮਿਲਦਾ, 1 ਲੱਖ ਤੇ ਮਿਲਦਾ ਹੈ। ਤਾਂ ਦੇਖੋ 2 ਤੇ 3 3 ਤੇ 2 5, ਤਾਂ ਕਿੰਨਾ ਹੋ ਗਿਆ, 1 ਲੱਖ ਹੋ ਗਿਆ, ਬਿਲਕੁਲ ਠੀਕ ਹੈ, ਸਿਲਵਰ ਪਲੇ ਬਟਨ ਮਿਲ ਗਿਆ। ਗੋਲਡਨ ਪਲੇ ਬਟਨ ਕਿੱਥੇ ਮਿਲਦਾ ਰਾਜੇ, ਤੁਹਾਨੂੰ ਦੱਸਿਆ ਹੀ ਆ ਮੈਂ, ਠੀਕ ਹੈ। ਤਾਂ ਕਿੰਨਾ ਹੋ ਗਿਆ ਜੀ, 10 ਲੱਖ ਤੇ, ਦੇਖੋ 1 2 3 4 5 ਤੇ 10 ਲੱਖ। ਤਾਂ ਇਹ ਵੀ ਬਿਲਕੁਲ ਠੀਕ ਹੈ। ਤਾਂ ਜਿਹੜਾ ਨਹੀਂ ਹੈਗਾ ਠੀਕ ਉਹ ਕੀ ਆ ਜੀ, ਇਹਦੇ ਵਿੱਚ 1 ਜ਼ੀਰੋ ਘੱਟ ਸੀਗੀ। ਤਾਂ ਇਹ ਸਾਰੇ ਤੁਸੀਂ ਪੜ੍ਹ ਲੈਣੇ ਆ ਰਾਜੇ, ਪਲੀਜ਼ ਇਹਨੂੰ ਇੱਕ ਵਾਰੀ ਦੁਬਾਰਾ ਪੜ੍ਹ ਲਿਓ। ਤਾਂ ਇਹਦੇ ਵਿੱਚ ਸਿਲਵਰ ਪਲੇ ਬਟਨ ਮੈਂ ਦੱਸ ਦਿੰਦਾ 1 ਲੱਖ ਤੇ ਮਿਲਦਾ ਹੈ, ਗੋਲਡਨ 10 ਲੱਖ ਤੇ ਮਿਲਦਾ ਜਿਹਨੂੰ ਆਪਾਂ 1 ਮਿਲੀਅਨ ਕਹਿੰਦੇ ਆ, ਡਾਇਮੰਡ ਮਿਲਦਾ 10 ਮਿਲੀਅਨ ਤੇ, ਕਸਟਮ ਮਿਲਦਾ ਜੀ 50 ਮਿਲੀਅਨ ਤੇ ਰੈੱਡ ਜਿਹੜਾ ਡਾਇਮੰਡ ਪਲੇ ਬਟਨ ਮਿਲਦਾ 100 ਮਿਲੀਅਨ ਤੇ। ਇਹ ਸਾਰੇ YouTube ਵੱਲੋਂ ਦਿੱਤੇ ਜਾਂਦੇ ਆ ਰਾਜੇ। ਤਾਂ ਇਹ ਚਲੋ ਜੀ ਕ੍ਰੀਏਟਰ ਨੂੰ ਮਿਲਦੇ ਆ, ਹੋਪ ਸੋ ਤੁਸੀਂ ਦੱਬ ਕੇ ਸਬਸਕ੍ਰਾਈਬ ਕਰੋ ਆਪਣਾ ਚੈਨਲ ਵੀ, ਠੀਕ ਹੈ। ਨੈਕਸਟ ਗੱਲ ਕਰਦੇ ਹਾਂ ਜੀ ਆਪਾਂ, ਕਹਿੰਦਾ MS ਪਾਵਰਪੁਆਇੰਟ ਦੇ ਵਿੱਚ ਕਿਹੜੀ ਸ਼ਾਰਟਕਟ ਕੀ ਸਿਲੈਕਟਡ ਟੈਕਸਟ ਨੂੰ ਸੈਂਟਰ ਲਾਈਨ ਕਰਦੀ ਹੈ। ਤਾਂ ਬਹੁਤ ਵਾਰੀ ਕਰਵਾਇਆ ਰਾਜੇ ਤੁਹਾਨੂੰ, ਲੈਫਟ ਲਾਈਨ, ਸੈਂਟਰ ਲਾਈਨ। ਜੇ ਲੈਫਟ ਲਾਈਨ ਕਰਦੀ ਹੈ ਰਾਜੇ ਉਹ ਹੈਗੀ ਹੈ Ctrl+L, ਜਿਹੜੀ ਰਾਈਟ ਕਰਦੀ ਹੈ Ctrl+R, ਜਿਹੜੀ ਜਸਟੀਫਾਈ ਕਰਦੀ ਹੈ Ctrl+J, ਜਿਹੜੀ ਸੈਂਟਰ ਕਰਦੀ ਰਾਜੇ Ctrl+E, ਕਿਉਂਕਿ Ctrl+C ਕਾਪੀ ਵਾਸਤੇ ਹੁੰਦਾ, ਰਿਜ਼ਰਵ ਹੈ ਪਹਿਲਾਂ ਹੀ। ਤਾਂ ਬਚਿਆ ਕਿਹੜਾ ਜੀ, Ctrl+E। ਤਾਂ Ctrl+E ਨਾਲ ਕਰਦੀ ਹੈ। ਤੇ ਤੁਸੀਂ ਮੈਨੂੰ ਹੁਣ ਕਮੈਂਟ ਬਾਕਸ 'ਚ ਦੱਸਣਾ Ctrl+D ਕਾਹਦੇ ਵਾਸਤੇ ਕਰਦੀ ਹੈ, ਠੀਕ ਹੈ, ਇਹ ਤੁਸੀਂ ਮੈਨੂੰ ਦੱਸਣਾ, ਠੀਕ ਹੈ। ਆਹ ਕੁਐਸਚਨ ਤਾਂ ਬਹੁਤ ਆਉਂਦਾ ਰਾਜੇ, ਮੈਂ ਇਹ ਆਪਣੀ ਜਿਹੜੀ ਮੈਥਮੈਟਿਕਲ ਕਲਾਸ ਲਾਈ ਸੀ ਉਹ 'ਚ ਵੀ ਮੈਂ ਵਾਰ-ਵਾਰ ਬੋਲਿਆ ਸੀ, ਇਹ ਪੜ੍ਹ ਲਓ, ਵਾਰ-ਵਾਰ ਪੜ੍ਹ ਲਓ, ਠੀਕ ਹੈ ਜੀ। J ਜਸਟੀਫਾਈ ਵਾਸਤੇ, R ਰਾਈਟ ਵਾਸਤੇ, L ਲੈਫਟ ਵਾਸਤੇ ਤੇ E ਸੈਂਟਰ ਵਾਸਤੇ, ਅਲਾਈਨਮੈਂਟ ਕਰਨ ਵਾਸਤੇ। ਅੱਗੇ ਆ ਗਿਆ ਜੀ, ਕਹਿੰਦਾ ਜੀ DSCI ਦਾ ਪੂਰਾ ਰੂਪ ਕੀ ਹੈ ਰਾਜੇ, ਇੱਕ ਇੰਡੀਆ ਦੀ ਇੱਕ ਕਾਉਂਸਲ ਹੈਗੀ ਹੈ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਡਾਟਾ ਸਿਕਿਉਰਿਟੀ ਕਾਉਂਸਲ ਆਫ ਇੰਡੀਆ, ਠੀਕ ਹੈ, ਜਿਹਦਾ ਹੈੱਡਕੁਆਟਰ ਹੈਗਾ ਨਿਊ ਦਿੱਲੀ, ਠੀਕ ਹੈ। ਇਹ ਮਤਲਬ ਕਿ ਡਾਟਾ ਸਿਕਿਉਰਿਟੀ ਦੇ ਉੱਪਰ ਕੰਮ ਕਰਦੀ ਹੈ, ਆਪਣੀ ਇੰਡੀਆ ਦੀ ਸੰਸਥਾ ਹੈ, ਠੀਕ ਹੈ। ਇਹਦੀ ਫੁੱਲ ਫਾਰਮ ਪੁੱਛੀ ਗਈ ਹੈ। ਅਗਲਾ ਕਹਿੰਦਾ ਜੀ ਕੱਚ ਜਾਂ ਪਲਾਸਟਿਕ ਦੇ ਵਾਲਾਂ ਦੇ ਪਤਲੇ ਧਾਗੇ, ਠੀਕ ਹੈ, ਜੋ ਡਾਟਾ ਸੰਚਾਰ ਮਾਧਿਅਮ ਵਜੋਂ ਵਰਤੇ ਜਾਂਦੇ ਰਾਜੇ। ਇੱਕ ਹੁੰਦਾ ਆਪਟੀਕਲ ਫਾਈਬਰ ਜਾਂ ਫਾਈਬਰ ਆਪਟੀਕਲ ਕੇਬਲ ਕਹਿੰਦੇ ਰਾਜੇ। ਇਹਦੇ ਵਿੱਚ ਨਾ ਜਿਹੜਾ ਮੀਡੀਅਮ ਹੁੰਦਾ ਹੈ, ਬੇਸਿਕਲੀ ਇਹਦੇ ਵਿੱਚ ਕੀ ਇੱਕ ਕੱਚ ਮੀਡੀਅਮ ਯੂਜ਼ ਕੀਤਾ ਜਾਂਦਾ ਹੈ, ਤੇ ਜਿਹਦੇ ਵਿੱਚ ਕੀ ਕੀਤੀ ਜਾਂਦੀ ਹੈ, ਟਰੈਵਲ ਕੀਤੀ ਜਾਂਦੀ ਹੈ ਵੇਵ, ਠੀਕ ਹੈ। ਤੇ ਇਹਦੇ ਅੰਦਰ ਜਾਂ ਫਿਰ ਫਾਈਬਰ ਆਪਟਿਕਸ ਮਤਲਬ ਕਿ ਪਤਲੇ ਧਾਗੇ, ਧਾਗੇ ਤੇ ਰੇਸ਼ੇ ਜਿਹੜੇ ਹੁੰਦੇ ਆ ਅੰਦਰਲੇ, ਉਹਨਾਂ ਨੂੰ ਵਰਤੋਂ ਕੀਤੀ ਜਾਂਦੀ ਹੈ। ਤਾਂ ਇਹ ਬੇਸਿਕਲੀ ਆ ਦੇਖੋ ਆ ਹੁੰਦਾ ਜੀ, ਪਤਲੇ ਪਤਲੇ ਧਾਗੇ ਜਿਵੇਂ ਹੋ ਗਏ, ਜਾਂ ਫਿਰ ਕੱਚ ਵਾਲਾ ਮੀਡੀਅਮ ਹੋ ਗਿਆ ਰਾਜੇ, ਇਹ ਯੂਜ਼ ਕੀਤਾ ਜਾਂਦਾ ਕਿਹਦੇ ਵਿੱਚ, ਫਾਈਬਰ ਆਪਟਿਕ ਦੇ ਵਿੱਚ, ਜਾਂ ਆਪਟੀਕਲ ਫਾਈਬਰ ਕਹਿ ਦਿੰਦੇ ਜਾਂ ਫਾਈਬਰ ਆਪਟੀਕਲ ਕਹਿ ਦਿੰਦੇ ਆ। ਇਹ ਕੇਬਲ ਸਾਰੀ ਮੈਂ ਪੜ੍ਹਾ ਦੂੰਗਾ, ਚਿੰਤਾ ਨਹੀਂ ਕਰਨੀਗੀ। ਇਹ 3-4 ਕੇਬਲ ਹੈਗੀਆਂ ਨੇ, ਕੋਈ ਐਕਸਲ ਕੇਬਲ, ਫਾਈਬਰ ਆਪਟਿਕ ਤੇ ਟਵਿਸਟਡ ਪੇਅਰ, ਇਹ ਪੜ੍ਹਾ ਦਾਂਗੇ, ਕੋਈ ਚਿੰਤਾ ਨਹੀਂ ਕਰਨੀਗੀ। ਨੈਕਸਟ ਅਗਰ ਆਪਾਂ ਗੱਲ ਕਰੀਏ ਅਗਲੇ ਕੁਐਸਚਨ ਵੱਲ ਮੂਵ ਕਰਦੇ ਹਾਂ। ਆਹ ਕੁਐਸਚਨ ਬਹੁਤ ਸੌਖਾ ਸੀ ਰਾਜੇ, ਇਹਦੇ ਵਿੱਚ ਕੁਝ ਵੀ ਨਹੀਂ ਹੈਗਾ। ਕੰਪਿਊਟਰ ਸਿਸਟਮ ਦੇ ਕਹਿੰਦਾ ਲੌਜੀਕਲ ਆਰਕੀਟੈਕਚਰ ਦੇ ਵਿੱਚ ਖਾਲੀ ਸਥਾਨ ਤੇ ਕੀ ਆਊਗਾ, ਬਲੈਂਕ ਸਥਾਨ ਤੇ। ਤਾਂ ਤੁਹਾਨੂੰ ਪਤਾ ਰਾਜੇ ਟੌਪ ਮੋਸਟ ਦੇ ਵਿੱਚ ਕੌਣ ਹੁੰਦੇ ਆ, ਯੂਜ਼ਰ, ਜਿਹੜੇ ਕੰਪਿਊਟਰ ਨੂੰ ਯੂਜ਼ ਕਰਦੇ ਆ। ਤਾਂ
ਕੰਪਿਊਟਰ ਨੂੰ ਯੂਜ਼ ਕਰਨ ਵਾਸਤੇ ਆਪਾਂ ਨੂੰ ਕੀ ਚਾਹੀਦੀ ਹੈ ਰਾਜੇ, ਐਪ ਜਾਂ ਸਿਸਟਮ ਸੌਫਟਵੇਅਰ ਚਾਹੀਦਾ। ਹੁਣ ਮੰਨ ਲਓ ਮੈਂ ਕੰਪਿਊਟਰ ਲੈ ਕੇ ਆ ਗਿਆ, ਹਾਰਡਵੇਅਰ ਲੈ ਕੇ ਆ ਗਿਆ, ਬਟ ਉਹਦੇ ਵਿੱਚ ਕੀ ਆ, ਸੌਫਟਵੇਅਰ ਨਹੀਂ ਹੈਗਾ, ਤਾਂ ਆਪਾਂ ਨੂੰ ਕੀ ਕਰਨਾ ਪਊਗਾ, ਉਹਦੇ ਵਿੱਚ ਵਿੰਡੋ, ਜਿਹਨੂੰ ਆਪਾਂ ਕਹਿੰਦੇ ਨੇ ਆਪਰੇਟਿੰਗ ਸਿਸਟਮ ਹੋਣਾ ਜ਼ਰੂਰੀ ਹੈ, ਤਾਂ ਆਪਾਂ ਨੂੰ ਯੂਜ਼ ਕਰਾਂਗੇ। ਤਾਂ ਆਪਾਂ ਯੂਜ਼ ਕਰਨ ਵਾਲੇ ਕੌਣ ਹੈ, ਯੂਜ਼ਰ ਹੈ। ਤਾਂ ਆਪਰੇਟਿੰਗ ਸਿਸਟਮ ਹੋਵੇ, ਜਾਂ ਫਿਰ ਜਿਵੇਂ ਹੁਣ ਮੰਨ ਲਓ WhatsApp ਯੂਜ਼ ਕਰਨਾ, ਤਾਂ ਆਪਣੇ ਕੋਲ ਕੀ ਹੋਵੇ, WhatsApp ਦੀ ਐਪ ਹੋਵੇ। ਤਾਂ ਐਪਲੀਕੇਸ਼ਨ ਸੌਫਟਵੇਅਰ ਤੇ ਸਿਸਟਮ ਸੌਫਟਵੇਅਰ ਦਾ ਹੋਣਾ ਬਹੁਤ ਜ਼ਰੂਰੀ ਹੈ, ਤੇ ਯੂਜ਼ਰ ਤਾਂ ਯੂਜ਼ ਕਰੂਗਾ। ਤਾਂ ਉਸ ਤੋਂ ਬਾਅਦ ਆ ਗਿਆ ਆਪਣਾ ਆਪਰੇਟਿੰਗ ਸਿਸਟਮ ਮੇਨ, ਠੀਕ ਹੈ, ਜਿਹੜਾ ਕਿ ਮੇਨ ਸੌਫਟਵੇਅਰ ਜਿਹੜਾ, ਜਿਵੇਂ ਮੰਨ ਲਓ ਵਿੰਡੋ ਹੈ, ਤਾਂ ਐਪਲੀਕੇਸ਼ਨ ਬਿਨਾਂ ਤਾਂ ਸਰ ਜੂਗਾ, ਲੇਕਿਨ ਵਿੰਡੋ ਬਿਨਾਂ ਨਹੀਂ ਸਰੂਗਾ। ਤਾਂ ਵਿੰਡੋ ਬਿਨਾਂ ਕੀ ਹੈ, ਯੂਜ਼ਲੈਸ ਹੈ ਹਾਰਡਵੇਅਰ। ਤੇ ਸਭ ਤੋਂ ਥੱਲੇ ਕੀ ਆ ਜਾਊਗਾ ਰਾਜੇ, ਆਪਣਾ ਹਾਰਡਵੇਅਰ ਆ ਜਾਊਗਾ। ਜੇ ਆਪਣੇ ਕੋਲ ਹਾਰਡਵੇਅਰ ਨਹੀਂ ਹੋਊਗਾ ਤੇ ਆਪਾਂ ਆਪਰੇਟਿੰਗ ਸਿਸਟਮ ਜਾਂ ਐਪਲੀਕੇਸ਼ਨ ਸੌਫਟਵੇਅਰ ਜਾਂ ਯੂਜ਼ਰ ਕੀ ਕੁਝ ਨਹੀਂ ਕਰ ਸਕਦਾਗਾ। ਤਾਂ ਸਭ ਤੋਂ ਥੱਲੇ ਕੀ ਹੁੰਦਾ ਰਾਜੇ, ਹਾਰਡਵੇਅਰ ਬੇਸਿਕ, ਠੀਕ ਹੈ ਜੀ। ਇਹਦਾ ਆਨਸਰ ਆ ਗਿਆ ਹਾਰਡਵੇਅਰ। ਹੁਣ ਕਈ ਵਾਰੀ ਕੁਐਸਚਨ ਪੁੱਛ ਲੈਂਦੇ ਰਾਜੇ, ਆਪਰੇਟਿੰਗ ਸਿਸਟਮ ਨੂੰ ਮੈਂ ਬਹੁਤ ਡਿਟੇਲ ਚ ਕਰਵਾਇਆ ਹੋਇਆ। ਆਪਰੇਟਿੰਗ ਸਿਸਟਮ ਦੇ ਵਿੱਚ ਕਿਹੜੇ ਕਿਹੜੇ ਆਪਰੇਟਿੰਗ ਸਿਸਟਮ ਹੁੰਦੇ ਆ, ਟਾਈਮ ਸ਼ੇਅਰਿੰਗ ਹੁੰਦਾ ਹੈ, ਮਲਟੀ ਪ੍ਰੋਗਰਾਮਿੰਗ ਹੁੰਦਾ ਹੈ, ਮਲਟੀ ਪ੍ਰੋਸੈਸਿੰਗ ਹੁੰਦਾ ਹੈ, ਬੈਚ ਹੁੰਦਾ ਹੈ, ਇਹ ਸਭ ਕੁਝ ਕਰਾਇਆ ਹੋਇਆ ਰਾਜੇ। ਇੱਕ ਪੁੱਛਦੇ ਹੁੰਦੇ ਰਾਜੇ, ਕਰਨਲ ਤੇ ਬੂਟਸਟ੍ਰੈਪ ਲੋਡਰ ਕੀ ਹੁੰਦਾ ਹੈ। ਕਰਨਲ ਤੇ ਬੂਟਸਟ੍ਰੈਪ ਲੋਡਰ ਵੈਸੇ ਬਹੁਤ ਜ਼ਿਆਦਾ ਹਾਈ ਲੈਵਲ ਤੇ ਪੁੱਛਦੇ ਆ, ਤੁਹਾਨੂੰ ਸਬ ਇੰਸਪੈਕਟਰ ਚ ਪੁੱਛ ਸਕਦੇ ਆ ਰਾਜੇ। ਬੇਸਿਕਲੀ ਹੁੰਦਾ ਕੀ, ਤੁਹਾਨੂੰ ਮੈਂ ਦੱਸਦਾ, ਇੱਕ ਮਿੰਟ ਇਹਨੂੰ ਮੈਂ ਅਰੇਂਜ ਕਰ ਲਵਾਂ। ਹੁਣ ਹੁੰਦਾ ਕੀ ਹੈ ਰਾਜੇ, ਜਦੋਂ ਕੰਪਿਊਟਰ ਆਪਾਂ ਔਨ ਕਰਦੇ ਹਾਂ, ਸਭ ਤੋਂ ਪਹਿਲਾਂ ਬਾਇਓ ਸੈਟਿੰਗ ਚੱਲਦੀ ਹੈ, ਜਿਹਨੂੰ ਆਪਾਂ ਕਹਿੰਦੇ ਹਾਂ ਬੇਸਿਕ ਇਨਪੁਟ ਆਊਟਪੁੱਟ ਸਿਸਟਮ। ਤਾਂ ਇੱਕ ਬਲੈਕ ਕਲਰ ਦੀ ਇੱਕ ਆਪਣੇ ਕੋਲ ਸੈਟਿੰਗ ਚੱਲਦੀ ਹੈ, ਉਹ ਚੈੱਕ ਕੀ ਕਰਦੀ ਹੈ ਕਿ ਆਪਣਾ ਜਿਹੜਾ ਆਪਰੇਟਿੰਗ ਸਿਸਟਮ ਹੈ ਠੀਕ ਵਰਕ ਕਰ ਰਿਹਾ ਹੈ, ਕੀਬੋਰਡ ਠੀਕ ਲੱਗਾ ਹੋਇਆ, ਰੈਮ ਠੀਕ ਲੱਗਾ ਹੋਇਆ, ਸਿਸਟਮ ਠੀਕ ਕੰਮ ਕਰਦਾ। ਉਸ ਤੋਂ ਬਾਅਦ ਫਿਰ ਆਪਣਾ ਆਪਰੇਟਿੰਗ ਸਿਸਟਮ ਕੀ ਹੋ ਜਾਂਦਾ, ਲੋਡ ਹੋ ਜਾਂਦਾ ਹੈ। ਕਈ ਵਾਰੀ ਇਹ ਵੀ ਕੁਐਸਚਨ ਪੁੱਛ ਲੈਂਦੇ, ਸਭ ਤੋਂ ਪਹਿਲਾ ਪ੍ਰੋਗਰਾਮ ਕਿਹੜਾ ਲੋਡ ਹੁੰਦਾ ਹੈ ਰੈਮ ਦੇ ਵਿੱਚ, ਉਹ ਹੁੰਦਾ ਜੀ ਆਪਰੇਟਿੰਗ ਸਿਸਟਮ। ਬਟ ਆਪਰੇਟਿੰਗ ਸਿਸਟਮ ਦੇ ਅੰਦਰ ਦੋ ਚੀਜ਼ਾਂ ਹੁੰਦੀਆਂ, ਇੱਕ ਤਾਂ ਹੁੰਦਾ ਜੀ ਕਰਨਲ ਤੇ ਇੱਕ ਹੁੰਦਾ ਜੀ ਲੋਡਰ, ਠੀਕ ਹੈ। ਕਰਨਲ ਤੇ ਲੋਡਰ ਕੀ ਨੇ, ਪਾਰਟ ਨੇ ਆਪਰੇਟਿੰਗ ਸਿਸਟਮ ਦੇ। ਤਾਂ ਹੁਣ ਦੇਖੋ, ਜਦੋਂ ਆਪਾਂ ਪਾਵਰ ਔਨ ਕਰਦੇ ਹਾਂ ਰਾਜੇ, ਸਭ ਤੋਂ ਪਹਿਲਾਂ ਕੀ ਹੁੰਦਾ ਜੀ, ਰੀਡ ਓਨਲੀ ਮੈਮਰੀ ਦੇ ਵਿੱਚੋਂ ਕੀ ਚੈੱਕ ਹੁੰਦੀ ਹੈ, ਬਾਇਓਸ। ਬਾਇਓ ਸੈਟਿੰਗ ਦਾ ਮਤਲਬ ਕੀ ਹੁੰਦਾ, ਬੇਸਿਕ ਇਨਪੁਟ ਆਊਟਪੁੱਟ ਸਿਸਟਮ। ਇਹ ਕੀ ਕਰਦਾ, ਰੋਮ ਜਿਹੜੀ ਰੀਡ ਓਨਲੀ ਮੈਮਰੀ ਹੁੰਦੀ ਹੈ, ਉਹਦੇ ਵਿੱਚ ਕੀ ਹੁੰਦੀਆਂ ਨੇ, ਇੰਸਟਰਕਸ਼ਨਸ ਹੁੰਦੀਆਂ ਨੇ। ਉਸ ਕੋਡ ਨੂੰ ਕੀ ਕਰਦਾ, ਰੀਡ ਕਰਦਾ। ਉਸ ਤੋਂ ਬਾਅਦ ਡਿਵਾਈਸ ਨੂੰ ਕੀ ਕਰਦਾ, ਬੂਟ ਕਰਦਾ। ਬੂਟ ਦਾ ਮਤਲਬ ਚਲਾਉਂਦਾ ਹੈ। ਤਾਂ ਉਸ ਤੋਂ ਪਹਿਲਾਂ ਜਿਹੜਾ ਪ੍ਰੋਗਰਾਮ ਲੋਡ ਹੁੰਦਾ ਰਾਜੇ, ਨੂੰ ਕਹਿ ਦਿੰਦੇ ਬੂਟਸਟ੍ਰੈਪ ਲੋਡਰ। ਬੂਟਸਟ੍ਰੈਪ ਲੋਡਰ ਆਪਾਂ ਐਂ ਕਹਿ ਸਕਦੇ ਹਾਂ, ਮੰਨ ਲਓ ਪੂਰਾ ਆਪਰੇਟਿੰਗ ਸਿਸਟਮ ਉਹਦਾ ਇੱਕ ਛੋਟਾ ਜਿਹਾ ਪਾਰਟ ਹੁੰਦਾ ਬੂਟਸਟ੍ਰੈਪ ਲੋਡਰ। ਉਹ ਜਦੋਂ ਲੋਡ ਹੁੰਦਾ ਰਾਜੇ, ਉਸ ਤੋਂ ਬਾਅਦ ਉਹ ਕੀ ਕਰਦਾ, ਉਹਦਾ ਮੇਨ ਕੰਮ ਹੁੰਦਾ ਉਹਨੂੰ এনवायरमेंट ਨੂੰ ਸੈੱਟ ਕਰਨਾ, ਸਭ ਤੋਂ ਪਹਿਲਾਂ ਚੈੱਕ ਕਰਨਾ এনवायरमेंट ਨੂੰ। ਤਾਂ ਉਸ ਤੋਂ ਬਾਅਦ ਜਿਹੜਾ ਅਗਲਾ ਛੋਟਾ ਪਾਰਟ ਜਿਹੜਾ ਲੋਡ ਹੁੰਦਾ ਰਾਜੇ, ਉਹਨੂੰ ਕਹਿ ਦਿੰਦੇ ਕਰਨਲ। ਤਾਂ ਕਰਨਲ ਜਦੋਂ ਲੋਡ ਹੋ ਗਿਆ ਰਾਜੇ, ਉਸ ਤੋਂ ਬਾਅਦ ਲੋਡ ਹੋਊਗਾ ਜਿਹੜਾ ਮੇਨ ਆਪਰੇਟਿੰਗ ਸਿਸਟਮ, ਉਹਨੂੰ ਪਲੇਟਫਾਰਮ ਮਿਲ ਜੂਗਾ, ਤੇ ਆਪਰੇਟਿੰਗ ਸਿਸਟਮ ਕੀ ਹੋ ਜੂਗਾ, ਲੋਡ ਹੋ ਜੂਗਾ, ਤੇ ਕੰਪਿਊਟਰ ਕੀ ਹੋ ਜੂਗਾ, ਔਨ ਹੋ ਜੂਗਾ, ਜਾਂ ਲੈਪਟਾਪ ਔਨ ਹੋ ਜੂਗਾ, ਜਾਂ ਮੋਬਾਈਲ ਔਨ ਹੋ ਜੂਗਾ। ਤਾਂ ਕਹਿਣ ਦਾ ਮਤਲਬ ਇਹ ਸਿਸਟਮ ਚੱਲਦਾ ਕੰਮ, ਤੇ ਆਪਰੇਟਿੰਗ ਸਿਸਟਮ ਦਾ ਹੀ ਪਾਰਟ ਨੇ ਕਰਨਲ ਤੇ ਬੂਟਸਟ੍ਰੈਪ ਲੋਡਰ। ਬਾਕੀ ਆ ਮੈਂ ਲਿਖ ਦਿੱਤਾ ਤੁਹਾਨੂੰ, ਠੀਕ ਹੈ, ਪੜ੍ਹ ਲਿਓ। ਕਹਿੰਦਾ ਜੀ ਵੈਨ ਯੂ ਟਰਨ ਔਨ ਦਾ ਕੰਪਿਊਟਰ ਦਾ ਬਾਇਓਸ, ਕਹਿੰਦਾ ਫਾਈਂਡ ਦਾ ਬੂਟ ਲੋਡਰ। ਸਭ ਤੋਂ ਪਹਿਲਾਂ ਬਾਇਓ ਸੈਟਿੰਗ ਕੀ ਲੱਭਣਗੀਆਂ, ਬੂਟ ਲੋਡਰ ਨੂੰ ਲੱਭਣਗੀਆਂ, ਜਿਹੜਾ ਇਹਨਾਂ ਨੂੰ ਸਟਾਰਟ ਕਰੂਗਾ। ਤਾਂ ਬੂਟ ਲੋਡਰ ਕੀ ਹੈ, ਬੇਸਿਕਲੀ ਇੱਕ ਸਮਾਲ, ਠੀਕ ਹੈ, ਯੂਟਿਲਿਟੀ ਹੈ ਡਿਸਕ ਦੇ ਉੱਪਰ ਜਾਂ ਸਟੋਰੇਜ ਦੇ ਉੱਪਰ, ਜਿਹੜਾ ਕਿ ਦੱਸੂਗਾ ਵੀ ਕੰਪਿਊਟਰ ਨੇ ਕਿਵੇਂ ਬੂਟ ਹੋਣਾ, ਕਿਵੇਂ ਸ਼ੁਰੂ ਹੋਣਾ, ਠੀਕ ਹੈ। ਜਦੋਂ ਬੂਟਸਟ੍ਰੈਪ ਲੋਡਰ ਕੀ ਹੋ ਗਿਆ ਜੀ, ਚੱਲ ਪਿਆ, ਠੀਕ ਹੈ। ਇਹਨੇ ਕੀ ਕਰਨਾ, ਦੇਖੋ, ਜੇ ਮੰਨ ਲਓ ਤੁਹਾਡੇ ਕੋਲੇ ਦੋ ਵਿੰਡੋਜ਼ ਹੈ, ਮੰਨ ਲਓ ਤੁਸੀਂ ਕੀ ਕੀਤਾ, ਵਿੰਡੋ 7 ਵੀ ਕੀਤੀ ਹੋਈ ਹੈ ਤੇ ਵਿੰਡੋ ਵਿਸਟਾ ਵੀ ਕੀਤੀ ਹੋਈ ਹੈ। ਤਾਂ ਡਿਊਅਲ ਬੂਟ ਹੈ ਤੁਹਾਡੇ ਕੋਲੇ, ਤਾਂ ਇਹ ਬੂਟਸਟ੍ਰੈਪ ਲੋਡਰ ਦੱਸੂਗਾ ਵੀ ਕਿਹੜੀ ਵਿੰਡੋ ਚਲਾਉਣੀ ਹੈ ਤੁਸੀਂ। ਕਈ ਵਾਰ ਆਪਣੇ ਕੋਲ ਆਪਸ਼ਨ ਹੁੰਦੀ ਹੈ ਵੀ ਤੁਸੀਂ ਕਿਹੜੀ ਵਿੰਡੋ ਰਨ ਕਰਨੀ ਹੈ, ਇੱਕ ਕੰਪਿਊਟਰ ਦੇ ਉੱਪਰ ਦੋ ਵਿੰਡੋ ਆਪਾਂ ਕਰ ਸਕਦੇ ਆ। ਤਾਂ ਕਹਿੰਦਾ ਜੀ ਬੂਟਸਟ੍ਰੈਪ ਲੋਡਰ ਫਿਰ ਕਿਹਨੂੰ ਲੋਡ ਕਰਦਾ, ਇਹ ਇੱਕ এনवायरमेंट ਸੈੱਟ ਕਰਦਾ। এনवायरमेंट ਸੈੱਟ ਹੋਣ ਤੋਂ ਬਾਅਦ ਫਾਈਨਲੀ ਇਹ ਕਿਹਨੂੰ ਲੋਡ ਕਰੂਗਾ ਰਾਜੇ, ਇਹ ਕਰਨਲ ਨੂੰ ਲੋਡ ਕਰਦਾ ਹੈ। ਤੇ ਕਰਨਲ ਨੂੰ ਲੋਡ ਕਰਨ ਤੋਂ ਬਾਅਦ ਕੀ ਕਰ ਦਿੰਦਾ, ਸਟਾਰਟ ਕਰ ਦਿੰਦਾ। ਤੇ ਇਸ ਤੋਂ ਬਾਅਦ ਕੀ ਹੋ ਜਾਊਗਾ ਰਾਜੇ, ਆਪਣੇ ਜਿਹੜੇ ਡਰਾਈਵਰ ਵਗੈਰਾ ਹੈਗੇ ਇੰਸਟਾਲ ਹੋ ਜਾਣਗੇ, ਸਾਰਾ ਕੁਝ ਕੀ ਹੋ ਜਾਊਗਾ, ਸਹੀ ਕੰਮ ਕਰਨਾ ਸ਼ੁਰੂ ਕਰ ਦੂਗਾ। ਤੇ ਇਸ ਤੋਂ ਬਾਅਦ ਆਪਣੇ ਕੋਲ ਵਿੰਡੋ ਇੰਸਟਾਲ ਹੋ ਜੂਗੀ, ਤੇ ਕਹਿੰਦਾ ਮਤਲਬ ਆਪਣਾ ਕੰਪਿਊਟਰ ਸਿਸਟਮ ਕੀ ਹੋ ਜਾਊਗਾ, ਔਨ ਹੋ ਜਾਊਗਾ। ਤੇ ਇਸ ਤਰ੍ਹਾਂ ਕੰਮ ਕਰਦਾ ਰਾਜੇ। ਬਸ ਇਹਦੀ ਇੰਟਰਨਲ ਸਟਰਕਚਰ ਹੈਗੀ ਹੈ, ਇਹਨੂੰ ਬਾਕੀ ਡਿਟੇਲ 'ਚ ਜਾਣਨਾ ਤਾਂ ਤੁਸੀਂ ਆਪਰੇਟਿੰਗ ਸਿਸਟਮ ਵਾਲੀ ਵੀਡੀਓ ਦੇਖ ਲਿਓ। ਅਗਲਾ ਸਿੰਪਲ ਕੁਐਸਚਨ ਹੈ ਜੀ, ਕਹਿੰਦਾ ਹੇਠ ਲਿਖਿਆਂ ਵਿੱਚੋਂ ਕਿਹੜਾ ਕੇਵਲ ਇੱਕ ਆਊਟਪੁੱਟ ਡਿਵਾਈਸ ਵਜੋਂ ਵਰਤਿਆ ਜਾਂਦਾ ਹੈ, ਠੀਕ ਹੈ। ਹੁਣ ਜਿਹੜਾ ਟਰੈਕ ਬਾਲ ਹੈਗਾ ਰਾਜੇ, ਇਹਦਾ ਇਨਪੁੱਟ ਸਿਸਟਮ, ਇਨਪੁੱਟ ਵਾਸਤੇ ਵਰਤਿਆ ਜਾਂਦਾ ਹੈ ਰਾਜੇ। ਟੱਚ ਸਕਰੀਨ ਜਿਹੜਾ ਹੁੰਦਾ ਰਾਜੇ, ਇਹ ਵੈਸੇ ਤਾਂ ਇਨਪੁੱਟ ਹੀ ਹੁੰਦਾ, ਬਟ ਇਹਨੂੰ ਇਨਪੁੱਟ ਆਊਟਪੁੱਟ ਦੇ ਵਿੱਚ ਰੱਖਿਆ ਜਾਂਦਾ ਰਾਜੇ। ਸਕੈਨਰ ਜਿਹੜਾ ਹੁੰਦਾ ਰਾਜੇ, ਇਨਪੁੱਟ ਹੁੰਦਾ, ਠੀਕ ਹੈ। ਜਿਹੜਾ ਪ੍ਰੋਜੈਕਟਰ ਹੁੰਦਾ ਰਾਜੇ, ਇਹ ਓਨਲੀ ਆਊਟਪੁੱਟ ਵਾਸਤੇ ਵਰਤਿਆ ਜਾਂਦਾ ਹੈ, ਕਿਉਂਕਿ ਪ੍ਰੋਜੈਕਟਰ ਕੀ ਕਰਦਾ, ਸਕਰੀਨ ਦੇ ਉੱਪਰ ਆਪਾਂ ਜਦੋਂ ਮਾਰਦੇ ਹਾਂ ਤੇ ਇੱਥੇ ਆਪਣੇ ਕੋਲ ਇਮੇਜ ਵਗੈਰਾ ਕ੍ਰੀਏਟ ਹੁੰਦੀ ਆ, ਤਾਂ ਪ੍ਰੋਜੈਕਟਰ ਉਹਦੇ ਵਾਸਤੇ ਹੁੰਦਾ ਹੈ। ਤਾਂ ਆਊਟਪੁੱਟ ਵਾਸਤੇ ਵਰਤਿਆ ਜਾਂਦਾ ਹੈ। ਤਾਂ ਇਹਦਾ ਰਾਈਟ ਆਨਸਰ ਬਣ ਗਿਆ ਜੀ ਥਰਡ ਵਨ। ਤੇ ਆਈ ਹੋਪ ਤੁਹਾਨੂੰ ਇਹ ਪਸੰਦ ਆ ਗਿਆ ਹੋਊਗਾ। ਬਾਕੀ ਮੈਂ ਇਹਦੇ ਵਿੱਚੋਂ ਕੁਝ ਕੁਐਸਚਨ ਸਕਿਪ ਕੀਤੇ ਆ, ਕੁਐਸਚਨ ਤਾਂ ਸਕਿਪ ਕੀਤੇ ਆ ਮਿਸਲੇਨੀਅਸ ਨੇ, ਉਹ ਮੈਂ ਤੁਹਾਨੂੰ ਇੱਕ ਸਪੈਸ਼ਲ ਵੀਡੀਓ 'ਚ ਕਰਾਉਂਗਾ। ਤਾਂ ਵੀਡੀਓ ਕਿਵੇਂ ਦੀ ਲੱਗੀ ਆ, ਪਲੀਜ਼ ਲਾਈਕ ਜਰੂਰ ਕਰਿਓ, ਠੀਕ ਹੈ। ਤੁਹਾਡੇ ਲਾਈਕ ਜਿਹੜੇ ਹੈਗੇ ਰਾਜੇ ਇੱਕ એનર્ਜੀ ਦਾ ਕੰਮ ਕਰਦੇ ਆ। ਸ਼ੇਅਰ ਜਰੂਰ ਕਰਦਿਆ ਕਰੋ ਭਾਈ, ਕਿਸੇ ਨਾ ਕਿਸੇ ਦਾ ਭਲਾ ਹੋ ਜਾਵੇ, ਕਿਉਂਕਿ ਬਹੁਤ ਬੱਚੇ ਆ ਵਿਚਾਰੇ ਜਿਹੜੇ ਅਫੋਰਡ ਨਹੀਂ ਕਰ ਸਕਦੇ ਆਪਣੀਆਂ ਪੇਡ ਵਾਲੀਆਂ ਕਲਾਸਿਸ, ਠੀਕ ਹੈ। ਤਾਂ YouTube ਤੇ ਸਾਰਾ ਕੁਝ ਕਰਾਇਆ ਹੋਇਆ, ਡੋਂਟ ਵਰੀ। ਫ੍ਰੀ ਦੇ ਵਿੱਚ ਵੀ ਬਹੁਤ ਕੁਝ ਕੀਤਾ ਹੋਇਆ। ਜਿਹੜੇ ਬੱਚੇ ਫ੍ਰੀ 'ਚ ਪੜ੍ਹ ਕੇ ਗਏ ਸੀ, ਉਹ ਵੀ 30 ਦੇ ਵਿੱਚੋਂ 27 ਕੁਐਸਚਨ ਕਰਕੇ ਆਏ ਸੀਗੇ ਲਾਸਟ ਟਾਈਮ। ਤਾਂ ਤੁਸੀਂ ਕਰ ਸਕਦੇ ਹੋ, ਠੀਕ ਹੈ। ਕਮੈਂਟ ਜਰੂਰ ਕਰਨੇ ਨੇ ਜੋ ਤੁਹਾਨੂੰ ਮੈਂ ਪੁੱਛਿਆ।
ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਤਾਂ ਜੋ ਆਪਾਂ ਨੂੰ ਵੀ ਮਿਲ ਜਾਵੇ ਸਿਲਵਰ ਪਲੇ ਬਟਨ। ਠੀਕ ਹੈ, ਸਿਲਵਰ ਪਲੇ ਬਟਨ ਦਾ ਆਪਣਾ ਇਸ ਸਾਲ ਦਾ ਕੀ ਹੈ ਇੱਕ ਟਾਰਗੇਟ ਮੰਨ ਕੇ ਚੱਲਦੇ ਆ। ਤਾਂ ਪਲੀਜ਼ ਆਪਣੇ ਯਾਰਾਂ ਦੋਸਤਾਂ ਤੋਂ ਵੀ ਸਬਸਕ੍ਰਾਈਬ ਕਰਾ ਦਿਓ ਚੈਨਲ ਨੂੰ ਜੇ ਤੁਹਾਨੂੰ ਕੰਟੈਂਟ ਵਧੀਆ ਲੱਗਦਾ। ਅਦਰਵਾਈਜ਼ ਜੇ ਨਹੀਂ ਵਧੀਆ ਲੱਗਦਾ ਫਿਰ ਕਰਾਉਣ ਦੀ ਜ਼ਰੂਰਤ ਨਹੀਂ ਹੈਗੀ। ਜੇ ਤੁਹਾਨੂੰ ਚੀਜ਼ਾਂ ਵਧੀਆ ਲੱਗ ਰਹੀਆਂ ਨੇ, ਤੁਹਾਨੂੰ ਲੱਗ ਰਿਹਾ ਕਿ ਹੈਲਪ ਮਿਲ ਰਹੀ ਹੈ, ਤਾਂ ਪਲੀਜ਼ ਤੁਸੀਂ ਸਬਸਕ੍ਰਾਈਬ ਕਰ ਦਿਆ ਕਰੋ ਆਪਣੇ ਮੰਮੀ ਡੈਡੀ ਦੇ ਮੋਬਾਈਲ ਤੋਂ ਵੀ। ਠੀਕ ਹੈ, ਤਾਂ ਜੋ ਆਪਾਂ ਵੀ ਘੱਟੋ ਘੱਟ ਆਪਣੇ, ਮੈਨੂੰ ਲੱਗਦਾ ਸ਼ਾਇਦ ਮੈਂ ਦੇਖਿਆ ਨਹੀਂ, ਚੈੱਕ ਨਹੀਂ ਕੀਤੇ, ਯਾਦ ਵੀ ਨਹੀਂ ਹੈਗਾ, ਮੈਨੂੰ ਲੱਗਦਾ 63 ਜਾਂ 64,000 ਹੋਣੇ ਆਪਣੇ ਸਬਸਕ੍ਰਾਈਬਰ ਤੇ ਆਪਾਂ ਘੱਟੋ ਘੱਟ 1 ਲੱਖ ਤੇ ਪਹੁੰਚਣਾ ਹੈ। ਠੀਕ ਹੈ, ਤਾਂ ਪਹੁੰਚਾਓ, ਤੁਸੀਂ ਪਹੁੰਚਾ ਸਕਦੇ ਹੋ। ਠੀਕ ਹੈ, ਤੁਹਾਡਾ ਕੰਮ ਹੈ। ਤਾਂ ਸ਼ੁਕਰੀਆ ਜੀ, ਧੰਨਵਾਦ। ਸਰਬਤ ਦਾ ਭਲਾ ਬਾਬਾ ਮਿਹਰ ਕਰੇ। ਜਲਦੀ ਮਿਲਦੇ ਇੱਕ ਨਵੀਂ ਵੀਡੀਓ ਦੇ ਨਾਲ, ਤਦ ਤੱਕ ਵਾਸਤੇ ਧੰਨਵਾਦ।